ਵਾਹਿਗੁਰੂ ਸਾਹਿਬ ਜੀ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਤ ਦਇਆਲ। ਏਕ ਪਖਾਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਹਰ ਸਿਮਰਤ ਮਨ ਤਨ ਸੁਖੀ, ਬਿਨਸੀ ਦੁਤੀਆ ਸੋਚ। ਨਾਨਕ ਟੇਕ ਗੋਪਾਲ ਕੀ, ਗੋਬਿੰਦ ਸੰਕਟ ਮੋਚ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ, ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ, ਕੋਟ ਪਰਾਧ ਹਮਾਰੇ ਖੰਡੋ। ਅਨਕ ਵਿਧੀ ਸਮਝਾਵ, ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਖਾਵ, ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਰਖਾਵੋ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਹੈ, ਜੋ ਸਤਿਗੁਰੂ ਜੀ ਦੇ ਸਜੇ ਹੋਏ ਦਰਬਾਰ ਵਿੱਚ ਜੁੜ ਬੈਠ ਕੇ ਸਤਿਗੁਰੂ ਜੀ ਦੀ ਸਤ ਸੰਗਤ ਕਰਨ ਦਾ ਇਹ ਸੁਭਾਗ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਆਪ ਜੀ ਸ਼ਾਮ ਦੇ ਵਕਤ ਤੋਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਨਿਤਨੇਮ ਉਪਰੰਤ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਇਸੇ ਹੀ ਲੜੀ ਦੇ ਵਿੱਚ ਜੋ ਸਿੱਧ ਗੋਸ਼ਟ ਸਰਲੇਖ ਹੇਠ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ, ਜਿਸ ਦੀ ਲੜੀਵਾਰ ਆਪਾਂ ਕਥਾ ਆਰੰਭ ਕੀਤੀ ਸੀ, ਆਓ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਅਰਦਾਸ ਕਰੀਏ ਸਤਿਗੁਰੂ ਜੀ ਬਖਸ਼ਿਸ਼ ਕਰਨ। ਸਤਿਗੁਰੂ ਜੀ ਸਾਡੇ ਸਭਨਾਂ ਦੇ ਅੰਦਰ ਆਪ ਵਰਤ ਕੇ ਇਸ ਰੱਬੀ ਬਾਣੀ ਦੀ ਵਿਚਾਰ ਦੇ ਨਾਲ ਸਤਿਗੁਰੂ ਜੀ ਸਾਡੇ ਸਭਨਾਂ ਦੀ ਸਾਂਝ ਪਵਾ ਲੈਣ। 34 ਪੌੜੀਆਂ ਦੀ ਵਿਚਾਰ ਆਪਾਂ ਹੁਣ ਤੱਕ ਸਾਂਝੀ ਕਰ ਚੁੱਕੇ ਹਾਂ। ਇਸ ਤੋਂ ਅੱਗੇ ਦੀ ਵਿਚਾਰ ਅੱਜ ਆਰੰਭ ਕਰਨੀ ਹੈ। ਪਿਛਲੀਆਂ ਕੁਝ ਪੌੜੀਆਂ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਉਹ ਜੋ ਸਿੱਧ ਲੋਕ, ਯੋਗੀ ਲੋਕ, ਜੋ ਰੱਬੀ ਮਿਲਾਪ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਧਾਰਨਾ ਲੈ ਕੇ ਪਹਾੜਾਂ ਦੇ ਵਿੱਚ, ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਬੈਠ ਕੇ ਸਾਧਨਾ ਕਰਦੇ ਨੇ, ਸੰਸਾਰ ਨੂੰ ਨਫ਼ਰਤ ਕਰਦੇ ਨੇ। ਇੱਥੋਂ ਤੱਕ ਕਹਿੰਦੇ ਨੇ ਕਿ ਅਸਲ ਦੇ ਵਿੱਚ ਇਹ ਨਰਕਾਂ ਦਾ ਦਰਵਾਜ਼ਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਨਾਲ ਵਿਚਾਰ ਕਰਕੇ ਰੱਬੀ ਮਿਲਾਪ ਦਾ ਜੋ ਅਸਲੀ ਤਰੀਕਾ ਹੈ, ਅਸਲੀ ਵਿਧੀ ਹੈ, ਉਹ ਗਰੀਬ ਨਵਾਜ਼ ਸਤਿਗੁਰੂ ਦੀ ਬਾਣੀ ਦੇ ਵਿੱਚ
ਸਮਝਾਉਂਦੇ ਹਨ। ਇਹਦੇ ਵਿੱਚ ਦੋ ਰਸਤਿਆਂ ਦੀ, ਦੋ ਮਾਰਗਾਂ ਦੀ ਗੱਲ ਕੀਤੀ ਗਈ। ਇੱਕ ਮਾਰਗ ਜਿਹੜਾ ਰੱਬੀ ਮਿਲਾਪ ਰੂਪੀ ਮੰਜ਼ਿਲ ਨੂੰ ਜਾਂਦਾ ਹੈ ਰਸਤਾ, ਦੂਸਰਾ ਹੈ ਜਿਹੜਾ ਭਟਕਣਾ ਵਾਲੇ ਪਾਸੇ, ਜਿਸ ਰਸਤੇ ਤੇ ਮਨੁੱਖ ਚੱਲੇ, ਤੁਰਿਆ ਜਾਵੇ ਪਰ ਮੰਜ਼ਿਲ ਨਾ ਮਿਲੇ, ਕੇਵਲ ਭਟਕਣਾ ਵਾਲੇ ਮਾਰਗ ਨੂੰ ਮਨਮੁਖਾਂ ਦਾ ਮਾਰਗ, ਤੇ ਜਿਹੜਾ ਮੰਜ਼ਿਲ ਵਾਲੇ ਪਾਸੇ ਜਾਂਦਾ ਉਹਨੂੰ ਗੁਰਮੁਖਾਂ ਦਾ ਮਾਰਗ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਜਿਹੜਾ ਸਮਝਾਇਆ ਹੈ, ਖੋਲ੍ਹਿਆ ਹੈ। ਇਸ ਲਈ ਪਿਛਲੀਆਂ ਕੁਝ ਪੌੜੀਆਂ ਤੋਂ ਗੁਰਮੁਖ ਦੀ ਜੋ ਪ੍ਰਭਾਸ਼ਾ ਹੈ, ਗੁਰਮੁਖ ਦੇ ਬਾਰੇ ਜੋ ਸਤਿਗੁਰੂ ਜੀ ਦਾ ਉਪਦੇਸ਼ ਹੈ, ਉਹ ਆਪਾਂ ਸਾਂਝੇ ਕਰਦੇ ਆ ਰਹੇ ਹਾਂ। ਇਹਨਾਂ ਪੌੜੀਆਂ ਦੇ ਵਿੱਚ ਵੀ ਗੁਰਮੁਖ ਦੀ ਗੱਲ ਹੀ ਸਤਿਗੁਰੂ ਜੀ ਨੇ ਦ੍ਰਿੜ ਕਰਵਾਈ ਹੈ। ਗਰੀਬ ਨੂੰ ਅੱਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਗੁਰਮੁਖ ਰਤਨ ਲਹੈ ਲਿਵ ਲਾਏ, ਗੁਰਮੁਖ ਪਰਖੈ ਰਤਨ ਸੁਭਾਏ। ਰਤਨ ਦਾ ਅਰਥ ਹੈ ਕੀਮਤੀ, ਵਡਮੁੱਲਾ, ਪਰਮਾਤਮਾ ਦੇ ਰੱਬੀ ਮਿਲਾਪ ਦਾ ਗਿਆਨ। ਰਤਨ ਦਾ ਅਰਥ ਕੀ ਹੈ? ਗਿਆਨ, ਸਮਝ। ਆਪਾਂ ਜਪਜੀ ਸਾਹਿਬ ਦੇ ਅੰਦਰ ਵੀ ਪੜ੍ਹਦੇ ਹਾਂ, ਮੱਤ ਵਿੱਚ ਰਤਨ ਜਵਾਹਰ ਮਾਣਕ। ਮੱਤ ਵਿੱਚ ਕੀ ਹੁੰਦਾ ਜੀ? ਗਿਆਨ, ਸੋਝੀ। ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਨੇ, ਗੁਰੂ ਦੇ ਹੁਕਮ ਦੇ ਮੁਤਾਬਕ ਚੱਲਦੇ ਨੇ, ਲਹਿ ਦਾ ਅਰਥ ਹੁੰਦਾ ਹੈ ਪ੍ਰਾਪਤ ਹੋ ਜਾਣਾ। ਉਹਨਾਂ ਨੂੰ ਰੱਬੀ ਮਿਲਾਪ ਦਾ ਗਿਆਨ, ਸਮਝ, ਸੋਝੀ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ, ਤਰੀਕਾ ਪਤਾ ਲੱਗ ਜਾਂਦਾ ਹੈ। ਉਹਨਾਂ ਦੀ ਸੁਰਤ ਜਿਹੜੀ ਹੈ, ਉਹਨਾਂ ਦਾ ਧਿਆਨ ਜਿਹੜਾ ਹੈ ਉਹ ਫਿਰ ਪਰਮਾਤਮਾ ਦੇ ਨਾਲ ਜੁੜਦਾ ਹੈ। ਜਿਹਨੂੰ ਸਮਝ ਹੈ ਉਹਦਾ ਧਿਆਨ ਪਰਮਾਤਮਾ ਨਾਲ ਜੁੜੇਗਾ। ਜਿਹਨੂੰ ਸਮਝ ਨਹੀਂ ਹੈ ਉਹਦਾ ਧਿਆਨ, ਉਹਦੀ ਸੁਰਤ ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ। ਕਿਸੇ ਨੇ ਕਹਿਤਾ, ਜਿਵੇਂ ਆਮ ਆਪਾਂ ਸੁਣਦੇ ਆ ਰਹੇ ਹਾਂ, ਪਹਿਲਾਂ ਤੋਂ ਵੀ ਆਪਾਂ ਨੂੰ ਪਤਾ ਹੈ ਕਿ ਸੁਰਤ, ਬਹੁਤ ਸਾਰੇ ਲੋਕ ਐਸੇ ਸੀ ਜਿਹੜੇ ਕੋਈ ਦੀਵਾ ਜਗਾ ਲੈਣਾ, ਜੋਤ ਜਗਾ ਲੈਣੀ, ਉਹਦਾ ਧਿਆਨ, ਕੋਈ ਕਿਸੇ ਮੂਰਤ ਦਾ ਧਿਆਨ, ਤਸਵੀਰ ਦਾ ਧਿਆਨ, ਕੋਈ ਕਹਿੰਦਾ ਰੱਬ ਹਵਾ ਵਰਗਾ, ਕੋਈ ਕਹਿੰਦਾ ਲਾਈਟ ਵਰਗਾ, ਕੋਈ ਕਹਿੰਦਾ ਪਾਣੀ ਵਰਗਾ, ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ। ਅਸਲ ਦੇ ਵਿੱਚ ਪਰਮਾਤਮਾ, ਅਕਾਲ ਪੁਰਖ ਦੇ ਬਾਰੇ ਸਮਝ ਹੀ ਨਹੀਂ ਰਹੀ ਕਿ ਅਸਲ ਵਿੱਚ ਉਹ ਹੈ ਕੀ ਜਾਂ ਕਿਸ ਤਰ੍ਹਾਂ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਜਿਵੇਂ ਜਿਵੇਂ ਅਸੀਂ ਆਪਣਾ ਜੀਵਨ, ਜਾਂ ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਦੇ ਕਹੇ ਦੇ ਮੁਤਾਬਕ ਜੀਵਨ ਜਿਉਂਦੇ ਨੇ, ਜਿਵੇਂ ਗੁਰੂ ਜੀ ਕਹਿੰਦੇ ਨੇ ਉਸ ਤਰ੍ਹਾਂ ਦਾ ਜੀਵਨ ਜਿਉਂਦੇ ਨੇ, ਉਹਨਾਂ ਨੂੰ ਸਮਝ ਆ ਜਾਂਦੀ, ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਸੋਝੀ, ਪਤਾ ਲੱਗ ਜਾਂਦਾ ਹੈ ਪਰਮਾਤਮਾ ਹੈ ਕੀ ਤੇ ਪਰਮਾਤਮਾ ਦੇ ਮਿਲਾਪ ਦਾ ਤਰੀਕਾ ਕੀ ਹੈ। ਉਹ ਭਟਕਦੇ ਨਹੀਂ ਹਨ। ਉਹ ਨਾ ਤੇ ਰੱਬ ਨੂੰ ਕਿਸੇ ਲਾਈਟ ਵਿੱਚੋਂ ਲੱਭਦੇ, ਨਾ ਕਿਸੇ ਤਸਵੀਰ ਵਿੱਚੋਂ, ਨਾ ਕਿਸੇ ਹੋਰ ਦੇ ਵਿੱਚੋਂ। ਉਹ ਪਰਮਾਤਮਾ ਦੇ ਜੇ ਖੋਜ ਦੀ ਗੱਲ ਚੱਲੇਗੀ, ਬੜਾ ਖੂਬਸੂਰਤ ਬਾਣੀ ਵਿੱਚ ਬਚਨ ਹੈ। ਗੁਰੂ ਸਾਹਿਬ ਜੀ ਕਹਿੰਦੇ, ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਉਹ ਆਪਣੇ ਅੰਦਰੋਂ ਤਲਾਸ਼ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਜਿਸ ਸਮੇਂ ਇਹਨਾਂ ਜੋਗੀ ਲੋਕਾਂ ਕੋਲ, ਸਿੱਧ ਲੋਕਾਂ ਕੋਲ ਗਏ ਸੀ ਨਾ, ਇਹਨਾਂ ਨੇ ਇੱਕ ਸਵਾਲ ਕੀਤਾ ਸੀ। ਕਹਿਣ ਲੱਗੇ, ਅਸੀਂ ਰੱਬ ਦੀ ਤਲਾਸ਼ ਵਿੱਚ ਆਏ ਹਾਂ, ਇਹਨਾਂ ਥਾਵਾਂ ਤੇ ਬੈਠੇ ਹਾਂ, ਸਾਧਨਾ ਕਰਦੇ ਹਾਂ, ਕਿਸੇ ਤਰ੍ਹਾਂ ਰੱਬ ਮਿਲ ਜਾਵੇ। ਬਹੁਤਿਆਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿਸੇ ਤਰ੍ਹਾਂ ਰੱਬ ਮਿਲ ਜਾਵੇ। ਘਰ-ਬਾਰ ਛੱਡੇ ਨੇ, ਪਰਿਵਾਰ ਛੱਡੇ ਨੇ, ਰੱਬ ਮਿਲ ਜਾਵੇ। ਸਰੀਰ ਨੂੰ ਤਪਾ ਰਹੇ ਹਾਂ, ਕਸ਼ਟ ਦੇ ਰਹੇ ਹਾਂ, ਕਿਸੇ ਤਰ੍ਹਾਂ ਰੱਬ ਮਿਲ ਜਾਵੇ। ਤੁਸੀਂ ਵੀ ਰੱਬ ਦੀ ਤਲਾਸ਼ ਵਿੱਚ ਹੀ ਇੱਥੇ ਆਏ ਹੋ, ਕਿਉਂਕਿ ਘਰ ਤੇ ਤੁਸੀਂ ਵੀ ਛੱਡਿਆ ਹੋਇਆ ਹੈ। ਤੁਸੀਂ ਵੀ ਘਰ ਛੱਡ ਕੇ ਇੱਥੇ ਸਾਡੇ ਤੱਕ ਪਹੁੰਚੇ। ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀ, ਨਹੀਂ, ਮੈਂ ਰੱਬ ਦੀ ਤਲਾਸ਼ ਵਿੱਚ ਨਹੀਂ ਹਾਂ। ਤਲਾਸ਼ ਉਹਦੀ ਹੁੰਦੀ ਜੋ ਗਵਾਚਿਆ ਹੋਵੇ। ਰੱਬ ਗਵਾਚਾ ਨਹੀਂ ਹੈ। ਤਲਾਸ਼ ਉਹਦੀ ਕਰਾਂਗੇ, ਭਾਲ ਉਹਦੀ ਕਰਾਂਗੇ ਜਿਹਦੇ ਬਾਰੇ ਪਤਾ ਹੀ ਨਾ ਹੋਵੇ ਕਿ ਕਿੱਥੇ ਹੈ।
ਲੱਭਾਂਗੇ ਤੇ ਉਹਨੂੰ ਹੀ ਨਾ ਜਿਹਦੇ ਬਾਰੇ ਪਤਾ ਹੀ ਨਹੀਂ ਕਿੱਥੇ ਹੈ। ਰੱਬ ਤੇ ਕਣ ਕਣ ਵਿੱਚ ਹੈ, ਜ਼ਰੇ ਜ਼ਰੇ ਵਿੱਚ ਹੈ, ਹਰ ਥਾਂ ਤੇ ਮੌਜੂਦ ਹੈ। ਕੋਈ ਐਸੀ ਥਾਂ ਹੈ ਹੀ ਨਹੀਂ ਜਿੱਥੇ ਪਰਮਾਤਮਾ ਦੀ ਰੱਬੀ ਹੋਂਦ ਨਾ ਹੋਵੇ। ਰੱਬੀ ਹੋਂਦ ਨੂੰ ਬਾਣੀ ਵਿੱਚ ਨਾਮ ਵੀ ਕਿਹਾ, ਤੇ ਆਪਾਂ ਅਕਸਰ ਪੜ੍ਹਦੇ ਹਾਂ, ਬਿਨ ਨਾਮ ਹੈ ਨਾ ਹੀ ਕੋ ਥਾਂ। ਅਕਾਲ ਪੁਰਖ ਦੀ ਹੋਂਦ ਤੋਂ ਬਗੈਰ ਕੋਈ ਜਗ੍ਹਾ ਨਹੀਂ। ਮੈਂ ਰੱਬ ਦੀ ਤਲਾਸ਼ ਵਿੱਚ ਨਹੀਂ ਹਾਂ। ਸਿੱਧ ਲੋਕਾਂ ਦਾ ਸਵਾਲ, ਫਿਰ ਤਲਾਸ਼ ਕਿਹਦੀ? ਗੁਰੂ ਸਾਹਿਬ ਜੀ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਸੀ। ਸਿੱਧ ਗੋਸ਼ਟ ਵਿੱਚ ਹੀ ਆਪਾਂ ਪੜ੍ਹ ਕੇ ਆਏ ਹਾਂ ਪਿਛਲੇ ਦਿਨੀ। ਗੁਰੂ ਸਾਹਿਬ ਜੀ ਨੇ ਕਿਹਾ ਸੀ, ਗੁਰਮੁਖ ਖੋਜਤ ਭਇਓ ਉਦਾਸੀ। ਮੈਂ ਉਹਨਾਂ ਦੀ ਤਲਾਸ਼ ਵਿੱਚ ਹਾਂ ਜੋ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਨੇ। ਕਿਤੇ ਕਮਾਲ ਦੀ ਗੱਲ ਹੈ, ਸਿੱਖ ਅਰਦਾਸ ਕਰਦਾ ਹੈ ਰੱਬ ਦੇ ਅੱਗੇ, ਤੇ ਕਿਹਦੇ ਮਿਲਾਪ ਦੀ ਦਾਤ ਮੰਗਦਾ ਹੈ? ਕਿਹਦੇ ਮਿਲਾਪ ਦੀ ਮੰਗ ਕਰਦਾ ਰੱਬ ਦੇ ਕੋਲ? ਸੇਈ ਗੁਰਮੁਖ ਪਿਆਰੇ ਮੇਲ। ਕਿਹਨਾਂ ਦੇ ਮਿਲਾਪ ਦੀ ਗੱਲ ਹੈ? ਗੁਰਮੁਖ। ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਹੈ। ਉਹ ਜੀਵਨ, ਜਿਹੜੇ ਜੀਵਨ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ, ਉਹ ਜੀਵਨ ਮਿਲ ਜਾਣਗੇ। ਉਹ ਜੀਵਨ, ਜਿਸ ਜੀਵਨ ਨੂੰ ਮਿਲਿਆ ਤੂੰ ਯਾਦ ਆ ਗਿਆ, ਜਿਸ ਜੀਵਨ ਨੂੰ ਦੇਖਿਆ ਤੂੰ ਚੇਤੇ ਆ ਗਿਆ। ਬੜਾ ਖੂਬਸੂਰਤ ਇਹ ਨੁਕਤਾ ਜੇ ਕਿਤੇ ਸਾਡੀ ਪਕੜ ਜਾਵੇ। ਅਸੀਂ ਰੱਬ ਦੀ ਭਾਲ ਵਿੱਚ, ਰੱਬ ਦੀ ਤਲਾਸ਼ ਵਿੱਚ, ਰੱਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਜਿਵੇਂ ਮਨੁੱਖ ਰੱਬ ਦੀ ਤਲਾਸ਼ ਵਿੱਚ ਜਾ ਰਿਹਾ ਹੈ, ਸਗੋਂ ਰੱਬ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸਗੋਂ ਰੱਬ ਤੋਂ ਹੋਰ ਭੁਲੇਖਿਆਂ ਵਿੱਚ ਪੈ ਕੇ ਕੋਹਾਂ ਦੂਰੋਂ ਦੀ ਸੁੱਤ ਜਿਹੜੀ ਹੈ, ਉਹਦਾ ਜੀਵਨ ਵੀ ਜਿਹੜਾ ਹੈ ਉਹ ਤੁਰਿਆ ਜਾ ਰਿਹਾ ਹੈ। ਤੁਸੀਂ ਕਦੇ ਗੌਰ ਕਰਿਓ, ਜਿਹੜੇ ਜਿੰਨੇ ਜ਼ਿਆਦਾ ਰੱਬ ਦੀ ਤਲਾਸ਼ ਵਿੱਚ ਨਿਕਲੇ ਹੋਏ ਨੇ, ਉਹਨਾਂ ਦੇ ਜੀਵਨ ਦੇ ਵਿੱਚੋਂ ਉਨੇ ਜ਼ਿਆਦਾ ਵਿਕਾਰਾਂ ਦੀ ਝਲਕ ਸਾਨੂੰ ਮਿਲਦੀ ਹੈ। ਅੱਤ ਦਰਜੇ ਦੇ ਹੰਕਾਰੀ ਹੋਣਗੇ, ਉਹਨਾਂ ਦੇ ਅੰਦਰ ਇਹ ਬੜੀ ਵੱਡੀ ਈਗੋ ਹੁੰਦੀ ਹੈ, ਅਸੀਂ ਤੇ ਰੱਬ ਦੀ ਤਲਾਸ਼ ਵਿੱਚ, ਅਸੀਂ ਤੇ ਧਰਮ ਦੇ ਆਹ ਕਰਮ ਕਰ ਰਹੇ ਹਾਂ। ਅੱਤ ਦਰਜੇ ਦੇ ਵਿਰੋਧੀ ਹੋਣਗੇ। ਬਹੁਤ ਵੱਡਾ ਤੁਸੀਂ ਪੜ੍ਹਿਆ ਸੁਣਿਆ ਹੋਵੇਗਾ ਇਤਿਹਾਸ, ਕਿ ਜਿਹੜੇ ਪੁਰਾਣੇ ਸਮਿਆਂ ਦੇ ਜਿੰਨੇ ਵੀ ਇਹ ਧਰਮੀ ਪੁਰਸ਼ ਹੁੰਦੇ ਸੀ, ਕਿਸੇ ਨੂੰ ਸ਼ਰਾਪ ਦੇ ਦਿੱਤਾ, ਕਿਸੇ ਨੂੰ ਕੁਛ ਕਰ ਦਿੱਤਾ। ਇਹ ਕੀ ਹੈ? ਕ੍ਰੋਧ। ਕ੍ਰੋਧ ਵੀ ਇੰਨਾ ਜ਼ਿਆਦਾ ਕਿ ਜਿਹਦੇ ਤੇ ਕੰਟਰੋਲ ਨਹੀਂ ਹੋ ਪਾਇਆ ਤੇ ਦੂਸਰੇ ਦਾ ਬੁਰਾ ਕਰ ਦਿੱਤਾ। ਜਦੋਂ ਕਿ ਜਿਹੜਾ ਜਿੰਨਾ ਨੇੜੇ ਹੋਵੇਗਾ ਰੱਬ ਦੇ, ਉਹ ਉਹਨਾਂ ਸ਼ਾਂਤ ਹੋਵੇਗਾ, ਉਹਨਾਂ ਰਹਿਮ ਦਿਲ ਹੋਵੇਗਾ, ਉਹਨਾਂ ਉਹਦੇ ਅੰਦਰ ਸਕੂਨ ਤੇ ਟਿਕਾਅ ਹੋਵੇਗਾ, ਉਹਨਾਂ ਹੀ ਉਹ ਸਰਬ ਵਿਆਪਕ ਹੋਵੇਗਾ। ਸਰਬ ਵਿਆਪਕ ਦਾ ਮਤਲਬ ਕੀ ਹੈ? ਉਹ ਸਭਨਾਂ ਦੇ ਨਾਲ ਇੱਕ ਸਾਰਤਾ ਵਾਲਾ ਪਿਆਰ ਰੱਖੇਗਾ। ਤੇਰ ਮੇਰ ਊਚ ਨੀਚ ਭਰਮ ਭੇਦ ਤਾਂ ਹੋਵੇਗਾ ਹੀ ਕੋਈ। ਫਿਰ ਮੈਂ ਬੇਨਤੀ ਕਰਾਂ, ਰੱਬੀ ਮਿਲਾਪ ਦਾ ਸਬਜੈਕਟ ਸਾਡੇ ਜੀਵਨ ਦੇ ਨਾਲ ਜੁੜਿਆ, ਸਾਡੇ ਅੰਦਰ ਨਾਲ ਹੈ, ਬਾਹਰ ਨਹੀਂ ਹੈ। ਸਾਨੂੰ ਤੇ ਅੱਜ ਤੱਕ ਗੱਲ ਹੀ ਸਮਝਾਏਗੀ, ਤੁਸੀਂ ਪਾਠ ਕਰੋ, ਬਾਣੀ ਪੜ੍ਹੋ, ਰੱਬ ਸੁਣਦਾ ਹੈ। ਮੈਂ ਤੇ ਪਿਛਲੇ ਦਿਨ ਵੀ ਬੇਨਤੀ ਕੀਤੀ, ਅਕਸਰ ਹੀ ਆਪਾਂ ਇਹ ਕਰਦੇ ਨੇ ਕਿ ਪੁੱਛੇ ਕੀ ਹਾਲ ਚਾਲ, ਉੱਪਰ ਵਾਲੇ ਦੀ ਬੜੀ ਕਿਰਪਾ, ਉੱਪਰ ਵਾਲਾ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਿਆ, ਸਾਡੀ ਸੁਣਦਾ ਹੀ ਨਹੀਂ, ਆਪਣੇ ਤੋਂ ਵੱਖਰਾ। ਤੇ ਗੁਰੂ ਸਾਹਿਬ ਜੀ ਕੀ ਕਹਿੰਦੇ ਬਾਣੀ ਵਿੱਚ? ਕਾਹੇ ਰੇ ਬਨ ਖੋਜਣ ਜਾਏ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਉਹ ਮਤ ਜੋ ਬਾਸ ਵਸਤ ਹੈ। ਪਰਮਾਤਮਾ ਅਕਾਲ ਪੁਰਖ ਤੇਰੇ ਵਿੱਚ ਇਸ ਤਰ੍ਹਾਂ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ। ਸੁਗੰਧੀ ਫੁੱਲ ਤੋਂ ਬਾਹਰ ਤਾਂ ਨਹੀਂ ਹੁੰਦੀ, ਫੁੱਲ ਦੇ ਅੰਦਰ ਹੈ। ਉਹ ਮਤ ਜੋ ਬਾਸ ਵਸਤ ਹੈ, ਮੁਕਰ ਮਾਹੇ ਜੈਸੇ ਸ਼ਾਈ। ਹੁਣ ਸ਼ੀਸ਼ੇ ਦੇ ਵਿੱਚ ਆਪਾਂ ਦੇਖੀਏ ਤੇ ਸਾਡਾ ਅਕਸ ਉਹਦੇ ਵਿੱਚੋਂ ਦਿਖਾਈ ਦਿੰਦਾ ਹੈ। ਤੈਸੇ ਹੀ ਹਰ ਵਸੈ ਨਿਰੰਤਰ, ਘਟ ਹੀ ਖੋਜੋ ਪਾਈ। ਕਿੰਨੀ ਵਾਰੇ ਬਾਣੀ ਦਾ ਪ੍ਰਮਾਣ ਆਪਾਂ ਪੜ੍ਹਿਆ ਸੁਣਿਆ, ਘਟ ਘਟ ਮੈਂ ਹਰ ਜੂ ਵਸੈ। ਘਟ ਦਾ ਅਰਥ ਕੀ ਹੁੰਦਾ ਹੈ? ਹਿਰਦਾ।
ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿੰਦੇ ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਨੇ, ਭਾਵ ਜਿਹੜੇ ਗੁਰੂ ਦੇ ਕਹੇ ਮੁਤਾਬਕ ਜੀਵਨ ਜਿਉਂਦੇ ਨੇ, ਉਹਨਾਂ ਨੂੰ ਇਹ ਕੀਮਤੀ ਸੋਝੀ, ਇਹ ਗਿਆਨ ਪ੍ਰਾਪਤ ਹੋ ਜਾਂਦਾ ਹੈ ਕਿ ਜਿਸ ਪ੍ਰਮਾਤਮਾ ਨੂੰ ਮੈਂ ਮਿਲਣਾ ਹੈ ਜਾਂ ਜਿਸ ਦੇ ਨਾਲ ਇੱਕਮਿਕ ਹੋਣਾ ਹੈ, ਉਹਦੀ ਬਾਹਰ ਤਲਾਸ਼ ਕਰਨ ਦੀ ਮੈਨੂੰ ਲੋੜ ਨਹੀਂ, ਉਹਨੂੰ ਆਪਣੇ ਜੀਵਨ ਚੋਂ ਦੇਖਣਾ ਹੈ। ਜੀਵਨ ਦਾ ਵਿੱਚੋਂ ਦੇਖਣ ਦਾ ਅਰਥ ਕੀ ਹੈ? ਬੜਾ ਕੀਮਤੀ ਨੁਕਤਾ ਜੀ। ਜੇ ਕਿਤੇ ਇਹਨੂੰ ਤੁਸੀਂ ਕਾਂਤ ਵਿੱਚ ਬੈਠ ਕੇ ਸਮਝਣ ਦੀ ਕੋਸ਼ਿਸ਼ ਕਰੋਗੇ, ਤੁਸੀਂ ਹੈਰਾਨ ਹੋ ਜਾਓ ਕਿੰਨਾ ਖੂਬਸੂਰਤ ਫਲਸਫਾ ਹੈ। ਰੱਬ ਨੂੰ ਜੇ ਦੇਖਣਾ ਜਾਂ ਮਿਲਣਾ ਹੈ, ਜ਼ਬਾਨ ਦੇ ਬੋਲਾਂ ਚੋਂ ਮਿਲਣਾ ਹੈ। ਜਿਹੜੀ ਸਾਡੀ ਜ਼ਬਾਨ ਦੇ ਬੋਲ ਨੇ, ਇਹਨਾਂ ਵਿੱਚ ਰੱਬ ਹੈ। ਜੋ ਸਾਡਾ ਤੱਕਣੀ ਹੈ, ਜਿਸ ਨਜ਼ਰੀਏ ਨਾਲ ਅਸੀਂ ਦੇਖਦੇ ਹਾਂ ਇੱਕ ਦੂਜੇ ਨੂੰ, ਉਹਦੇ ਚੋਂ ਰੱਬ ਤਲਾਸ਼ਣਾ। ਜੋ ਸਰੋਤ ਸੁਣ ਰਹੇ ਕੰਨਾਂ ਨਾਲ, ਉਹਦੇ ਚੋਂ ਰੱਬ ਤਲਾਸ਼ਣਾ। ਜਿਹੜੀ ਕਰਨੀ ਅਸੀਂ ਹੱਥਾਂ ਨਾਲ ਕਰਦੇ ਹਾਂ, ਇਹਦੇ ਚੋਂ ਰੱਬ ਨੂੰ ਦੇਖਣਾ। ਇਹ ਸਾਡਾ ਜੀਵਨ ਹੈ। ਹੱਥਾਂ ਦੇ ਨਾਲ ਜੋ ਕਰਮ ਕਰਦੇ ਆ, ਇਹ ਸਾਡਾ ਜੀਵਨ ਹੈ। ਇਸੇ ਲਈ ਤੇ ਬਾਣੀ ਵਿੱਚ ਵੀ ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ। ਅੱਗੇ ਕੀ ਕਿਹਾ ਜੀ? ਕਰਮੀ ਆਪੋ ਆਪ। ਕਰਮ ਜਿਹੜੇ ਅਸੀਂ ਕਰਦੇ ਹਾਂ, ਕਿ ਨੇੜੇ ਕਹਿੰਦੇ ਰੱਬ ਦੇ ਨੇੜੇ ਹੈ ਕਿ ਰੱਬ ਦੇ ਦੂਰ ਹੈ? ਕਿਹਦੇ ਤੇ ਖੜੀ ਹੈ ਗੱਲ? ਜੋ ਅਸੀਂ ਕਰਦੇ ਹਾਂ। ਗੁਰੂ ਸਾਹਿਬ ਦਾ ਇੱਕ ਹੋਰ ਬੜਾ ਖੂਬਸੂਰਤ ਬਚਨ ਹੈ, ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ। ਜੋ ਅਸੀਂ ਕੀਤਾ ਹੈ ਜਾਂ ਜੋ ਕਰਦੇ ਹਾਂ, ਇਹੀ ਪ੍ਰਾਪਤ ਹੋਣਾ ਹੈ। ਬੁਰਾ ਕਰਮ ਫਿਰ ਕਿਉਂ ਕਰਦੇ? ਜਿਸ ਦਿਨ ਵੀ ਸਾਡੀ ਰੱਬ ਨਾਲ ਸਾਂਝ ਬਣੀ, ਸਾਡੇ ਆਪਣੇ ਜੀਵਨ ਦੇ ਰਾਹੀਂ ਜਾਂ ਜੀਵਨ ਦੇ ਵਿੱਚੋਂ ਬਣਨੀ ਹੈ। ਸਾਡੇ ਜ਼ਬਾਨ ਦੇ ਬੋਲਾਂ ਰਾਹੀਂ ਬਣਨੀ ਹੈ, ਸਾਡੇ ਤੱਕਣੀ ਰਾਹੀਂ ਬਣਨੀ ਹੈ, ਸਾਡੇ ਸਰੋਤ, ਸਾਡੀ ਸੋਚ। ਕਿਉਂਕਿ ਰੱਬ ਦਾ ਸੰਬੰਧ ਸਾਡੀ ਸੋਚ ਨਾਲ ਹੈ, ਸਾਡੀ ਕਰਨੀ ਨਾਲ ਹੈ। ਅਰਥ ਥੋੜੇ ਜਿਹੇ ਹੋਰ ਸਮਝ ਵਿੱਚ ਆ ਜਾਏ, ਸੌਖਾ ਕਰ ਲਵਾਂ। ਕਹਿੰਦੇ ਇੱਕ ਆਸ਼ਰਮ ਦੇ ਵਿੱਚ ਜਿਹੜਾ ਆਸ਼ਰਮ ਦਾ ਮੁਖੀ ਸੀ, ਉਹ ਬੱਚਿਆਂ ਨੂੰ ਪੜ੍ਹਾਉਂਦਾ ਹੈ, ਧਰਮ ਦੀ ਵਿੱਦਿਆ ਪੜ੍ਹਾਉਂਦਾ ਹੈ। ਉਹਨੇ ਮਹਿਸੂਸ ਕੀਤਾ ਜਿਵੇਂ ਬੱਚੇ ਪੜ੍ਹਦੇ ਨੇ, ਸਾਲ ਦੇ ਸਾਲ ਬਾਅਦ ਉਹਨਾਂ ਦਾ ਇਗਜ਼ਾਮ ਹੁੰਦਾ ਹੈ, ਪੇਪਰ ਹੁੰਦੇ ਨੇ, ਉਹਨਾਂ ਦੇ ਇਮਤਿਹਾਨ ਹੁੰਦੇ ਨੇ ਕਿ ਕੌਣ ਪਾਸ ਹੈ ਕੌਣ ਫੇਲ ਹੈ, ਪਤਾ ਲੱਗ ਜਾਂਦਾ ਹੈ। ਉਹਨੇ ਸੋਚਿਆ ਮੈਂ ਵੀ ਬੱਚਿਆਂ ਦਾ ਇਮਤਿਹਾਨ ਲਵਾਂ ਕਿ ਮੈਂ ਜੋ ਇਹਨਾਂ ਨੂੰ ਧਰਮ ਦੇ ਬਾਰੇ ਹੁਣ ਤੱਕ ਪੜ੍ਹਾਇਆ ਹੈ, ਕਿ ਉਹਨੂੰ ਸਮਝ ਸਕੇ ਕਿ ਨਹੀਂ। ਉਹਨੇ ਸਵਾਲ ਕੀਤਾ, ਦੁਨੀਆ ਵਿੱਚ ਇੱਕ ਐਸੀ ਥਾਂ ਨਹੀਂ ਹੈਗੀ ਜਿੱਥੇ ਰੱਬ ਨਹੀਂ ਹੈਗਾ, ਉਹ ਕਿਹੜੀ ਹੈ? ਹੁਣ ਸਵਾਲ ਬੜਾ ਪੁੱਠਾ ਹੈ, ਕਿਉਂਕਿ ਦੁਨੀਆ 'ਚ ਕੋਈ ਐਸੀ ਥਾਂ ਹੈ ਹੀ ਨਹੀਂ ਜਿੱਥੇ ਰੱਬ ਨਾ ਹੋਵੇ। ਪਰ ਉਹਨੇ ਦੇਖਣਾ, ਪਰਖਣਾ, ਇਮਤਿਹਾਨ ਹੈ ਬੱਚਿਆਂ ਕੋਲ ਲੈ ਲਿਆ, ਭਲਾ ਇਹ ਕੀ ਸਮਝਦੇ ਨੇ ਸੀ, ਕਿੱਥੋਂ ਤੱਕ ਇਹਨਾਂ ਦੀ ਸੁਰਤ ਪਹੁੰਚੀ ਹੋਈ ਹੈ। ਇੱਕ ਬੱਚੇ ਨੇ ਹੱਥ ਖੜਾ ਕਰ ਦਿੱਤਾ। ਉਹ ਉਸਤਾਦ ਕਹਿਣ ਲੱਗਾ ਕਿ ਸਵਾਲ ਤੇ ਮੈਂ ਵੈਸੇ ਹੀ ਗਲਤ ਕੀਤਾ, ਤੇ ਤੂੰ ਹੱਥ ਕਿਵੇਂ ਖੜਾ ਕਰ ਦਿੱਤਾ? ਕਹਿਣ ਲੱਗਾ ਕਿ ਗੁਰੂ ਕਦੇ ਗਲਤ ਨਹੀਂ ਹੁੰਦਾ, ਤੁਸੀਂ ਗਲਤ ਸਵਾਲ ਕਰ ਹੀ ਨਹੀਂ ਸਕਦੇ। ਦੁਨੀਆ 'ਚ ਇੱਕ ਐਸੀ ਥਾਂ ਹੈ ਜਿੱਥੇ ਰੱਬ ਨਹੀਂ ਹੈ। ਉਹ ਕਹਿਣ ਲੱਗਾ ਕਿਹੜੀ ਥਾਂ? ਕਹਿਣ ਲੱਗਾ ਦੁਨੀਆ 'ਚ ਹਰ ਥਾਂ ਤੇ ਰੱਬ ਹੈ, ਪਰ ਮਨੁੱਖ ਦੀ ਸੋਚ ਵਿੱਚ ਰੱਬ ਨਹੀਂ ਹੈ, ਉਹਦੀ ਸਮਝ ਵਿੱਚ ਰੱਬ ਨਹੀਂ ਹੈ। ਉਹਦੀ ਸਮਝ ਵਿੱਚ ਰੱਬ ਨਹੀਂ, ਤਾਂ ਹੀ ਤੇ ਰੱਬ ਨੂੰ ਲੱਭਣ ਡਿਆ, ਉਹਦੀ ਤਲਾਸ਼ ਵਿੱਚ ਭਟਕਦਾ ਫਿਰਦਾ। ਉਸਤਾਦ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ, ਹਾਂ ਤੈਨੂੰ ਸਮਝ ਆ ਗਈ। ਅਸੀਂ ਜਦੋਂ ਵੀ ਰੱਬ ਨੂੰ ਪਾਵਾਂਗੇ ਨਾ, ਆਪਣੀ ਸੋਚ, ਆਪਣੀ ਸਮਝ ਵਿੱਚੋਂ ਪਾਵਾਂਗੇ। ਜਦੋਂ ਵੀ ਰੱਬ ਨੂੰ ਮਹਿਸੂਸ ਕਰੋਗੇ, ਆਪਣੀ ਸਮਝ, ਆਪਣੀ ਸੋਚ ਵਿੱਚੋਂ ਮਹਿਸੂਸ ਕਰੋਗੇ। ਅਗਰ ਸਾਡੀ ਸੋਚ, ਸਾਡੀ ਸਮਝ ਵਿੱਚ ਰੱਬ ਨਹੀਂ ਹੈ, ਬੇਸ਼ੱਕ ਦੁਨੀਆ ਦੇ ਕਿਸੇ ਕੋਨੇ ਤੇ ਵੀ ਚਲੇ ਜਾਈਏ, ਕਦੇ ਉਹਦੇ ਨਾਲ ਸਾਂਝ ਬਾਣੀ ਨਹੀਂ ਸਕਦੀ। ਗੁਰਬਾਣੀ ਦੇ ਵਿੱਚ ਇਸੇ ਲਈ ਮਤ, ਗਿਆਨ, ਇਹਨਾਂ ਸ਼ਬਦਾਂ ਤੇ ਬੜਾ ਜ਼ੋਰ ਦਿੱਤਾ ਗਿਆ। ਗੁਰੂ ਸਾਹਿਬ ਨੇ ਭਗਤਾਂ ਦੇ ਰਾਹੀਂ ਇੱਥੋਂ ਤੱਕ ਵੀ ਕਹਿ ਦਿੱਤਾ, ਜਹਾਂ ਗਿਆਨ ਤਹਾਂ ਧਰਮ ਹੈ। ਧਰਮ ਉੱਥੇ ਜਿੱਥੇ ਗਿਆਨ ਹੈ। ਨਹੀਂ ਤਾਂ ਸਾਨੂੰ ਤੇ ਇਹ ਗੱਲ ਸਮਝਾਏਗੀ ਅੱਜ ਤੱਕ ਜੀ, ਸ਼ਰਧਾ ਹੋਣੀ ਚਾਹੀਦੀ ਹੈ, ਜਿੱਥੇ ਸ਼ਰਧਾ ਧਰਮ ਉੱਥੇ ਟਿਕੇ।
ਸ਼ਰਧਾ ਨਹੀਂ, ਜਿੱਥੇ ਗਿਆਨ ਹੈ, ਸਮਝ ਹੈ। ਤੇ ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਜ ਦੀ 35ਵੀਂ ਪੌੜੀ ਵਿੱਚ ਇਹੀ ਗੱਲ ਸਮਝਾਈ, ਗੁਰਮੁਖ ਰਤਨ ਲਹੈ ਲਿਵ ਲਾਗੇ। ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਨੇ, ਭਾਵ ਜਿਹੜੇ ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਜਿਉਂਦੇ ਨੇ, ਜਿਨ੍ਹਾਂ ਦਾ ਧਿਆਨ, ਜਿਨ੍ਹਾਂ ਦੀ ਸੁਰਤ ਗੁਰਬਾਣੀ ਨਾਲ ਜੁੜੀ ਹੋਈ ਹੈ। ਰਤਨ ਦਾ ਅਰਥ ਹੈ ਉਹ ਗਿਆਨ, ਉਹ ਸਮਝ ਜਿਹੜੀ ਪਰਮਾਤਮਾ ਨਾਲ ਜੀਵਨ ਨੂੰ ਇੱਕਮਿਕ ਕਰਦੀ ਹੈ, ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਗੁਰਮੁਖ ਪਰਖੈ ਰਤਨ ਸੁਭਾਏ। ਉਹ ਫਿਰ ਇੱਕ ਚੀਜ਼ ਹੋਰ ਇੱਥੇ ਸਮਝਣ ਵਾਲੀ ਹੈ। ਬਹੁਤ ਸਾਰੇ ਐਸੇ ਲੋਕ ਨੇ, ਜਿੰਨੇ ਵੀ ਤੁਸੀਂ ਧਰਮ ਦੇ ਨਾਲ ਜਾਂ ਧਰਮ ਦੀ ਗੱਲ ਕਰਨ ਵਾਲੇ ਲੋਕ ਦੇਖਦੇ ਹੋਗੇ, ਸਾਰੇ ਇਹੀ ਦਾਅਵਾ ਕਰਦੇ ਨੇ ਕਿ ਰੱਬ ਨਾਲ ਮਿਲਣ ਦਾ ਜਾਂ ਜਿਹੜਾ ਧਰਮ ਦਾ ਅਸਲੀ ਗਿਆਨ ਹੈ, ਉਹ ਤਰੀਕਾ ਹੈ, ਉਹ ਅਸੀਂ ਦੱਸ ਰਹੇ ਹਾਂ। ਜੇ ਕੋਈ ਪਹਾੜਾਂ 'ਚ ਬੈਠਾ ਹੈ, ਉਹ ਵੀ ਇਹੀ ਗੱਲ ਦੱਸ ਰਿਹਾ ਰੱਬ ਨੂੰ ਮਿਲਣ ਦਾ ਤਰੀਕਾ ਹੈ। ਜੇ ਕੋਈ ਕਿਸੇ ਹੋਰ ਤਰ੍ਹਾਂ ਦਾ ਕਰਮ ਕਾਂਡ ਕਰਦਾ ਹੈ, ਉਹਦਾ ਵੀ ਇਹੀ ਦਾਅਵਾ ਹੈ ਕਿ ਰੱਬ ਨੂੰ ਮਿਲਣ ਦਾ ਤਰੀਕਾ ਹੈ। ਫਿਰ ਅਸਲੀ ਰਸਤਾ ਕਿਹੜਾ ਹੈ? ਜੇ ਪ੍ਰਮਾਤਮਾ ਇੱਕ ਹੈ ਤੇ ਪ੍ਰਮਾਤਮਾ ਤੱਕ ਪਹੁੰਚਣ ਵਾਲਾ ਰਸਤਾ ਵੀ ਇੱਕੋ ਹੀ ਹੈ, ਰਸਤੇ ਦੋ ਨਹੀਂ ਹਨ। ਜਿੱਥੇ ਦੋ ਹੋਵੇਗਾ ਉੱਥੇ ਦੁਬਿਧਾ ਹੋਵੇਗੀ, ਤੇ ਜਿੱਥੇ ਦੁਬਿਧਾ ਹੈ ਉੱਥੇ ਕਾਮਯਾਬੀ ਹੈ। ਗੁਰਬਾਣੀ ਤੇ ਕਹਿੰਦੀ ਦੁਬਿਧਾ ਮੇਟੈ ਇੱਕ ਹੋਵੇ। ਇੱਕ ਬੜਾ ਖੂਬਸੂਰਤ ਬਚਨ ਹੈ। ਆਪਾਂ ਖੇਤੀਬਾੜੀ ਕਰਦੇ ਰਹੇ ਹਾਂ ਇੰਡੀਆ ਦੇ ਵਿੱਚ, ਜਾਂ ਦੇਖਦੇ ਰਹੇ ਹਾਂ। ਇੱਥੇ ਵੀ ਜਿਹੜੇ ਖੇਤੀ ਜਾਂ ਘਰਾਂ ਦੇ ਵਿੱਚ ਕੋਈ ਕਿਸੇ ਤਰੀਕੇ ਦੀ ਕੋਈ ਸਬਜ਼ੀ ਜਾਂ ਕੁਛ ਹੋਰ ਬੀਜ ਵਗੈਰਾ ਬੀਜਦੇ ਹੋਣਗੇ, ਉਹਨਾਂ ਨੂੰ ਪਤਾ ਹੈ ਜੇ ਬੀਜ ਇੱਕ ਹੈ, ਸਾਬਤ ਬੀਜ ਦਿਓ, ਉੱਗੇਗਾ, ਉਹਦੇ ਤੇ ਫਲ ਵੀ ਲੱਗਣਗੇ। ਤੇ ਜੇ ਬੀਜ ਨੂੰ ਤੋੜ ਕੇ ਤੁਫਾੜ ਕਰ ਦਈਏ, ਜਿੰਨਾ ਮਰਜ਼ੀ ਪਾਣੀ ਪਾਈਏ, ਜੋ ਮਰਜ਼ੀ ਕਰੀਏ, ਉਹ ਕਦੇ ਨਹੀਂ ਉੱਗਦਾ। ਕਿਉਂ? ਉਹ ਦੁਫਾੜ ਹੈ, ਦੋ ਹਿੱਸਿਆਂ 'ਚ ਹੈ। ਕਾਮਯਾਬੀ ਇੱਕ ਦੇ ਨਾਲ ਹੀ ਹੈ। ਗੁਰੂ ਰਹਿਮਤ ਕਰੇ ਕਿ ਆਹ ਨੁਕਤਾ ਵੀ ਸਾਡੀ ਪਕੜ ਜਾ ਜਾਏ। ਬਹੁਤ ਸਾਰੇ ਆਪਾਂ ਕਹਿੰਦੇ ਇਹ ਤਰੀਕਾ ਵੀ ਹੈਗਾ, ਇਹ ਰਸਤਾ ਇੱਕੋ ਹੀ ਹੈ। ਤੁਸੀਂ ਕਦੇ ਦੇਖੋ ਦਰਬਾਰ ਸਾਹਿਬ, ਤੁਸੀਂ ਸਾਰੇ ਦਰਸ਼ਨ ਕਰਨ ਗਏ ਹੋਵੋਗੇ, ਟੀਵੀ ਤੇ ਵੀ ਆਪਾਂ ਸਵੇਰੇ ਦੇਖਦੇ ਹਾਂ, ਪਰ ਬਹੁਤ ਪ੍ਰਚਲਿਤ ਹੈ ਉੱਥੋਂ ਦੇ ਬਾਰੇ ਕਿ ਦਰਬਾਰ ਸਾਹਿਬ ਦੇ 4 ਦਰਵਾਜ਼ੇ ਨੇ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ 4 ਦਰਵਾਜ਼ੇ 4 ਵਰਨਾਂ ਵਾਸਤੇ ਖੁੱਲੇ, 4 ਦਿਸ਼ਾਵਾਂ ਵਿੱਚ। ਤੇ ਮੈਂ ਅਕਸਰ ਬੇਨਤੀ ਕਰਦਾ ਹਾਂ, ਉਹਨਾਂ 4 ਦਰਵਾਜ਼ਿਆਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਜਿਹੜਾ ਪੁਲ ਹੈ ਉਹ ਇੱਕ ਹੈ। ਪੁਲ 4 ਨਹੀਂ, ਦਰਬਾਰ ਸਾਹਿਬ ਜਾਂਦੇ ਹੋ ਨਾ, ਪੁਲ ਇੱਕ ਹੈ। ਪਿਛਲੇ ਸਮੇਂ ਵਿੱਚ ਕੋਸ਼ਿਸ਼ ਕੀਤੀ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ, ਆਇਆ ਵੀ ਸੀ ਬਿਆਨ ਕਿ ਇਹ ਸੰਗਤ ਜ਼ਿਆਦਾ ਹੋ ਗਈ ਹੈ ਤੇ ਪੁਲ ਇੱਕ ਹੋਰ ਦੀ ਲੋੜ ਪੈਣੀ ਹੈ, ਇੱਕ ਰਾਹੀਂ ਅੰਦਰ ਜਾਣ, ਦੂਜੇ ਰਾਹੀਂ ਬਾਹਰ ਲੋਕ ਆ ਜਾਣ। ਪਰ ਉਦੋਂ ਵੀ ਸੰਗਤ ਨੇ ਵਿਰੋਧ ਕੀਤਾ ਸੀ। ਨਹੀਂ, ਜੇ ਗੁਰੂ ਨੇ ਇੱਕ ਰਸਤਾ ਬਣਾਇਆ ਤੇ ਇੱਕੋ ਰਸਤਾ ਚਾਹੀਦਾ ਹੈ। ਮਾਰਗ ਇੱਕ ਹੀ, ਰਸਤਾ ਇੱਕ ਹੈ, ਕਿਉਂਕਿ ਮਿਲਣਾ ਇੱਕ ਨੂੰ ਹੈ, ਜੁੜਨਾ ਇੱਕ ਦੇ ਨਾਲ। ਸੱਚ ਇੱਕ ਹੀ ਸੱਚ ਹੁੰਦਾ ਨਾ, ਦੋ ਸੱਚ ਤਾਂ ਨਹੀਂ ਹੁੰਦੇ। ਸੱਚ ਤੇ ਇੱਕ ਹੀ ਹੈ ਨਾ, ਝੂਠ ਕਈ ਹੋ ਸਕਦੇ ਆ, ਪਰ ਸੱਚ ਇੱਕ ਹੀ ਹੋਵੇਗਾ। ਸੱਚ ਦੋ ਨਹੀਂ ਹੁੰਦੇ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਗੁਰਮੁਖ ਪਰਖੈ ਰਤਨ ਸੁਭਾਏ। ਜਿਹੜਾ ਗੁਰੂ ਦੇ ਮੁਤਾਬਕ ਚੱਲਦਾ ਹੈ ਨਾ, ਉਹਦੇ ਮੁਤਾਬਕ ਜਿਹੜਾ ਜੀਵਨ ਜਿਉਂਦਾ ਹੈ, ਉਹ ਇਸ ਚੀਜ਼ ਨੂੰ ਪਰਖਦਾ ਹੈ। ਭਾਵ ਉਹਨੂੰ ਪਤਾ ਲੱਗ ਜਾਂਦਾ ਸੱਚ ਕੀ ਹੈ ਤੇ ਝੂਠ ਕੀ ਹੈ। ਉਹ ਫਿਰ ਚੋਣ ਕਰੇਗਾ ਤੇ ਸੱਚੇ ਰਸਤੇ ਦੀ ਕਰੇਗਾ, ਸਹੀ ਦੀ ਚੋਣ ਕਰੇਗਾ। ਉਹ ਸੱਚ ਦੇ ਨਾਲ ਜੁੜੇਗਾ, ਕੱਚ ਦੇ ਨਾਲ ਨਹੀਂ ਜੁੜੇਗਾ। ਗੁਰਮੁਖ ਸਾਚੀ ਕਾਰ ਕਮਾਏ। ਉਹ ਜੀਵਨ ਦੀ ਜਿਹੜੀ ਵੀ ਕਰਨੀ ਕਰੇਗਾ, ਉਹ ਸੱਚੀ ਕਰਨੀ ਕਰੇਗਾ, ਫੋਕਟ ਕਰਮ ਨਹੀਂ ਕਰੇਗਾ। ਕਈ ਵਾਰ ਨਾ ਕਹਿ ਦਿੱਤਾ ਜਾਂਦਾ, ਕੋਈ ਨਹੀਂ, ਇਸ ਲਾਲਚ ਨਾਲ ਲੋਕੀ ਬਾਣੀ ਪੜ੍ਹ ਲੈਂਦੇ, ਇਸ ਲਾਲਚ ਨਾਲ ਆਹ ਕਰਮ ਕਰ ਲੈਂਦੇ ਆ। ਮੈਂ ਅਕਸਰ ਬੇਨਤੀ ਕਰਦਾ ਨਾ ਕਿ ਜਿੱਥੇ ਲਾਲਚ ਹੈ, ਜਾਂ ਜਿੱਥੇ ਜਿਹੜੀ ਜੜ ਹੈ, ਜਿਹਦੇ ਉੱਤੇ ਤਿਆਰ ਹੋ ਰਿਹਾ ਦਰਖਤ, ਜਾਂ ਜਿਹੜੀ ਨੀਂਹ ਹੈ ਜਿਹਦੇ ਤੇ ਬਿਲਡਿੰਗ ਤਿਆਰ ਹੋ ਰਹੀ ਹੈ, ਜੇ ਉਹ ਹੀ ਕੱਚੀ ਹੈ, ਉਹ ਬਿਲਡਿੰਗ ਫਿਰ ਜ਼ਿਆਦਾ ਸਮੇਂ ਤੱਕ
ਟਿਕੀ ਨਹੀਂ ਰਹਿ ਸਕਦੀ, ਢਹਿ ਜਾਏਗੀ। ਥੋੜਾ ਜਿਹਾ ਵੀ ਹਵਾ ਦਾ ਤੇਜ਼ ਬੁੱਲਾ ਆਇਆ, ਢੇਰੀ ਹੋ ਜਾਏਗੀ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਪਾਹੁਲ ਛਕਾਈ, ਖਾਲਸੇ ਦੀ ਗੱਲ ਚੱਲ ਰਹੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਕਿਉਂ ਨਹੀਂ? ਜਦੋਂ ਕਿ ਸਿਧਾਂਤ ਉਹੀ ਹੈ, ਰਸਤਾ ਉਹੀ ਹੈ, ਜੋਤ ਵੀ ਉਹੀ ਹੈ, ਗੁਰੂ ਜੋਤ ਜੋ ਮੈਂ ਮਹਿਸੂਸ ਕਰਦਾ। ਅਸਲ ਵਿੱਚ ਜਿਹੜਾ ਮਹਿਲ ਖਾਲਸਾ ਰੂਪੀ ਤਿਆਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਮੇਂ ਹੋਇਆ ਨਾ, ਉਹਦੀ ਨੀਂਹ ਮਜ਼ਬੂਤ ਚਾਹੀਦੀ ਸੀ, ਉਹਦੀ ਨੀਂਹ ਸਟਰੋਂਗ ਚਾਹੀਦੀ ਸੀ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 1699 ਤੱਕ ਉਹ ਨੀਂਹ ਤਿਆਰ ਕੀਤੀ ਗਈ। ਇਹ ਨਾ ਹੋਵੇ ਕੱਲ ਨੂੰ ਕੋਈ ਹਵਾ ਦਾ ਬੁੱਲਾ ਇਹੋ ਜਿਹਾ ਆਵੇ ਤੇ ਢੇਰੀ ਹੋ ਜਾਵੇ। ਕਿੰਨੇ ਤੂਫਾਨ ਆਏ, ਉਹਨਾਂ ਤੂਫਾਨਾਂ ਵਿੱਚ ਬੱਚੇ ਦਾ 4 ਸਾਲ ਦੇ ਬੱਚੇ ਦਾ ਕਲੇਜਾ ਬਾਹਰ ਕੱਢ ਕੇ ਵੀ ਪਿਓ ਦੇ ਮੂੰਹ 'ਚ ਪਾ ਦਿੱਤਾ ਗਿਆ, ਪਰ ਮੈਂ ਡਿੱਗਾ ਨਹੀਂ। ਅੱਖਾਂ ਦੇ ਸਾਹਮਣੇ ਪੁੱਤ ਨੂੰ ਚਰਖੜੀ ਤੇ ਚਾੜ ਦਿੱਤਾ। ਅਰਦਾਸ ਕਰਦਾ, ਕਹਿੰਦੇ ਨੇ ਚਰਖੜੀਆਂ ਤੇ ਚੜੇ। ਕਦੇ ਇਤਿਹਾਸ ਇਹਨਾਂ ਦਾ ਮੈਂ ਕਈ ਵਾਰ ਮਹਿਸੂਸ ਕਰਦਾ, ਜਿਹੜੀ ਅਰਦਾਸ ਆਪਾਂ ਕਰਦੇ ਜਾਂ ਸੁਣਦੇ ਹਾਂ ਤੇ ਮਨ 'ਚ ਹੁੰਦੀ ਹੈ ਕਿ ਇਹ ਅਰਦਾਸ ਸਾਡੀ ਰੱਬ ਕਿਤੇ ਸੁਣ ਦਵੇ। ਅਰਦਾਸ ਤੋਂ ਜਿਹੜੇ ਪਹਿਲੇ ਪਹਿਰੇ ਪੜ੍ਹਦੇ ਆ ਨਾ, ਜਿਨ੍ਹਾਂ ਦੇ ਪਿੱਛੇ ਆਪਾਂ ਬੋਲਦੇ ਆ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਿਤੇ ਗੌਰ ਦੇ ਨਾਲ ਉਸ ਇਤਿਹਾਸ ਨੂੰ ਸਮਝ ਲਈਏ ਨਾ, ਹੈਰਾਨਗੀ ਹੋਵੇ। ਇੰਨਾ ਸਟਰੋਂਗ ਮਹਿਲ ਸਾਡਾ, ਇੰਨਾ ਸਟਰੋਂਗ। ਚਰਖੜੀ ਦਾ ਪਤਾ ਨਹੀਂ, ਚਰਖੇ ਦਾ ਪਤਾ ਨਾ ਜਿਹੜਾ ਕੱਤਦੇ ਨੇ। ਪਹਿਲਾਂ ਮਹਾਤਮਾ ਗਾਂਧੀ ਦੀ ਬੜੀ ਉਹਦੇ ਨਾਲ ਜੁੜੀ ਗੱਲ ਆ ਕਿ ਉਹ ਚਰਖਾ ਲਾ ਕੇ ਬਹਿੰਦਾ ਹੁੰਦਾ ਸੀ। ਚਰਖੜੀ ਵੀ ਉਸੇ ਤਰੀਕੇ ਆਕਾਰ ਦੀ ਹੈ ਜਾਂ ਉਸ ਡਿਜ਼ਾਈਨ ਦੀ। ਵੱਡੇ ਵੱਡੇ ਉਹ ਹੁੰਦੇ ਸੀ ਉਹਦੇ ਪੁੜੇ, ਉਹਨਾਂ ਦੇ ਸਿਖਰ ਦੇ ਉੱਤੇ ਆਰੇ ਬੱਧੇ ਜਾਂਦੇ ਸੀ। 2 ਹੁੰਦੇ ਸੀ, ਦੋਨੋਂ ਐਂ ਘੁੰਮਦੇ ਸੀ ਤੇ ਇਸ ਤਰ੍ਹਾਂ ਉਹਨਾਂ ਦੇ ਆਰਿਆਂ ਦੇ ਦੰਦੇ ਜਿਹੜੇ ਸੀ ਇਸ ਤਰੀਕੇ ਦੇ ਨਾਲ, ਜਿਵੇਂ ਤੁਸੀਂ ਕਈ ਗਰਾਰੀਆਂ ਦੇਖੀਆਂ ਹੋਣਗੀਆਂ, ਉਹ ਚੱਲਦੇ ਘੁੰਮਦੇ ਸੀ। ਹੁਣ ਉਹਨਾਂ ਦੇ ਨਾਲ ਸਰੀਰ ਨੂੰ ਬੰਨ੍ਹ ਕੇ ਜਦੋਂ ਗੇੜਾ ਦਿੰਦੇ ਸੀ ਨਾ, ਤੇ ਉਹ ਜਿਹੜੇ ਆਰਿਆਂ ਦੇ ਦੰਦੇ ਸੀ ਜਦੋਂ ਵਿੱਚ ਦੀ ਸਰੀਰਾਂ ਦੇ ਇਸ ਤਰ੍ਹਾਂ ਆਰ ਪਾਰ ਹੁੰਦੇ ਸੀ, ਖੂਨ ਦੀਆਂ ਧਾਰਾਂ ਨਿਕਲਦੀਆਂ ਸੀ ਤੇ ਮਿੱਝ ਨਿਕਲਦੀ ਸੀ। ਹੁਣ ਪਿਓ ਨੂੰ ਸਾਹਮਣੇ ਬਿਠਾ ਕੇ ਉਹਦੇ ਪੁੱਤ ਨੂੰ ਉਸ ਤਰੀਕੇ ਦੇ ਨਾਲ ਉਹਨਾਂ ਨੇ ਚਰਖੜੇ ਜਿਹੜੇ ਸੀ ਉਹਦੇ ਵਿੱਚ ਵੀ ਘੁਮਾਇਆ। ਕੀ ਹਾਲਤ ਹੋਈ, ਬੱਚਾ ਕਿੰਨਾ ਤੜਫਿਆ, ਉਹ ਕਿੰਨਾ ਵਿੜਕਿਆ, ਪਰ ਸਦਕੇ ਜਾਈਏ ਮੈਂ ਫਿਰ ਵੀ ਨਹੀਂ ਡਿੱਗਾ। ਅੱਜ ਛੋਟਾ ਜਿਹਾ ਬੱਚਾ ਸਕੂਲੋਂ ਆਵੇ, ਮਾਂ ਕਿਤੇ ਉਹਨੂੰ ਰੋਟੀ ਨਾ ਦੇ ਸਕੇ, ਘੰਟਾ 2 ਘੰਟੇ ਲੇਟ ਹੋ ਜਾਵੇ, ਜਾਂ ਸਵੇਰੇ ਸਕੂਲ ਜਾਣ ਲੱਗਾ ਬੱਚਾ ਟਿਫਨ ਘਰੇ ਭੁੱਲ ਜੇ, ਸਾਰਾ ਦਿਨ ਮਾਂ ਨੂੰ ਰੋਟੀ ਚੰਗੀ ਨਹੀਂ ਲੱਗਦੀ ਤਾਂ ਭੁੱਖ ਲੱਗਾ ਰਹਿੰਦਾ। ਅੱਜ ਮੇਰਾ ਬੱਚਾ ਸਾਰਾ ਦਿਨ ਭੁੱਖਾ ਰਹੋ। ਸੁਰਤ 'ਚ ਲੈ ਕੇ ਆਈਏ, ਮੀਰ ਮੰਨੂ ਦੀ ਜੇਲ੍ਹ ਹੈ, ਛੋਟੇ ਛੋਟੇ ਨਵ ਜਨਮੇ ਬੱਚੇ ਗੋਦੀਆਂ 'ਚ, ਮਾਂ ਨੂੰ ਤੇ ਇੱਕ ਟੁੱਕ ਰੋਟੀ ਦਾ ਨਹੀਂ ਖਾਣ ਨੂੰ ਮਿਲ ਰਿਹਾ ਤੇ ਬੱਚੇ ਨੂੰ ਨਾ ਫਿਰ ਮਾਤਾ ਤੋਂ ਦੁੱਧ ਜਾਂ ਹੋਰ ਖੁਰਾਕ ਕਿੱਥੋਂ, ਕੀ ਗੁਜ਼ਰਦੀ ਹੋਵੇਗੀ। ਉਹਨਾਂ ਬੱਚਿਆਂ ਨੂੰ ਹਵਾ 'ਚ ਸੁੱਟਦੇ, ਜਦੋਂ ਬੱਚੇ ਥੱਲੇ ਲਾਉਣ ਲੱਗਦੇ ਨੇ ਥੱਲੇ ਨੇਜਾ ਕਰ ਦਿੰਦੇ ਨੇ, ਪੇਟ ਚੀਰ ਕੇ ਨੇਜਾ ਪਾਰ ਲੰਘ ਜਾਂਦਾ। ਬੱਚੇ ਨੂੰ ਦੁਫਾੜ ਕਰਕੇ ਚੀਰ ਕੇ ਤੇ ਗੰਢਾ ਦੇ ਕੇ ਉਸ ਮਾਂ ਦੇ ਗਲ 'ਚ ਪਾ ਦਿੰਦੇ, ਲੈ ਤੈਨੂੰ ਹਾਰ ਪਾ ਦਿੱਤਾ ਤੇਰੇ ਗਲ ਦੇ ਵਿੱਚ। ਸਦਕੇ ਜਾਈਏ ਉਹ ਮਹਿਲ ਜਿਹੜਾ ਸੀ ਨਾ ਗੁਰੂ ਨਾਨਕ ਸਾਹਿਬ ਜੀ ਨੇ ਜਿਹਦੀ ਨੀਂਹ ਰੱਖੀ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਨੀਂਹ ਤਿਆਰ ਕੀਤੀ ਗਈ, ਉਹ ਮਹਿਲ ਨਹੀਂ ਡਿੱਗਾ ਕਿਉਂਕਿ ਨੀਂਹ ਬੜੀ ਸਟਰੋਂਗ ਸੀ। ਅਸੀਂ ਕੋਈ ਵੀ ਧਰਮ ਦਾ ਕਰਮ ਜਾਂ ਕਿਸੇ ਵੀ ਤਰ੍ਹਾਂ ਦਾ ਕਰਮ ਕਰਨਾ ਹੈ, ਉਹਦੇ ਪਿੱਛੇ ਜਿਹੜੀ ਸਾਡੀ ਭਾਵਨਾ ਹੈ ਜਾਂ ਜਿਸ ਵਾਸਤੇ ਉਹ ਕਰਮ ਕਰ ਰਹੇ ਹਾਂ, ਉਹ ਸੱਚ ਦੇ ਉੱਤੇ ਖੜਾ ਹੋਣਾ ਚਾਹੀਦਾ। ਉਹ ਝੂਠ ਦੀ ਬੁਨਿਆਦ ਤੇ ਨਾ ਹੋਵੇ, ਕਿਸੇ ਲਾਲਚ ਦੀ ਬੁਨਿਆਦ ਤੇ ਨਾ ਹੋਵੇ। ਮੈਂ ਕਈ ਵਾਰ ਸੋਚਦਾ, ਕਿਸੇ ਵੀ ਡੇਰੇਦਾਰ, ਕਿਸੇ ਵੀ ਆਪਣਾ ਕਮੇਟੀ, ਕਿਸੇ ਵੀ ਪ੍ਰਚਾਰਕ ਨੂੰ ਪੁੱਛ ਲਓ ਨਾ, ਉਹ ਕਹਿਣਗੇ ਕਿ ਅਸੀਂ ਇੰਨੇ ਹਜ਼ਾਰ ਬੰਦਿਆਂ ਨੂੰ ਅੰਮ੍ਰਿਤ ਛਕਾਤਾ, ਅਸੀਂ ਇੰਨਿਆਂ ਨੂੰ ਆਹ ਕਰਾ ਦਿੱਤਾ, ਤੇ ਜਦੋਂ ਝਾਤ ਮਾਰ ਕੇ ਦੇਖੀ ਤਾਂ ਦਿਖਾਈ ਕੋਈ ਵੀ ਨਹੀਂ ਦਿੰਦਾ। ਖੇਡ ਤੇ ਉੱਥੇ ਦੀ ਉੱਥੇ ਹੀ ਖੜੀ, ਉਹ ਸਾਰੇ ਗਏ ਕਿੱਥੇ? ਮੈਂ ਮਹਿਸੂਸ ਕਰਦਾ ਉਹ ਅਸਲ 'ਚ ਖੇਡ ਇਹ ਬਣਦੀ ਹੈ ਜਿਵੇਂ ਕਲਰ ਜ਼ਮੀਨ ਹੈ,
ਉਹਦੇ ਤੇ ਛੱਟਾ ਦੇ ਦਿੱਤਾ, ਨਾ ਜ਼ਮੀਨ ਤਿਆਰ ਕੀਤੀ, ਨਾ ਉਹਨੂੰ ਪਾਣੀ ਦਿੱਤਾ, ਨਾ ਉਹਨੂੰ ਵਾਹਿਆ, ਨਾ ਉਹ ਵੱਤਰ ਵਿੱਚ ਲਿਆਂਦੀ, ਤੇ ਉਹ ਇਸ ਤਰ੍ਹਾਂ ਹੀ ਛੱਟਾ ਦੇ ਦਿੱਤਾ ਤੇ ਘੁੱਗੀਆਂ ਕਾਂ ਆਏ ਤੇ ਦਾਣੇ ਚੁੱਕ ਕੇ ਲੈ ਗਏ। ਜ਼ਮੀਨ ਬੰਜਰ ਦੀ ਬੰਜਰ। ਸੇਮ ਚੀਜ਼ ਸਾਡੇ ਨਾਲ। ਸਾਨੂੰ ਗੁਰਬਾਣੀ ਦੀ ਸਿੱਖਿਆ ਨਹੀਂ ਦਿੱਤੀ ਜਾ ਰਹੀ। ਗੁਰਬਾਣੀ ਵਿੱਚ ਕੀ ਗੁਰੂ ਸਾਹਿਬ ਸਾਨੂੰ ਕਹਿ ਰਹੇ ਉਹ ਨਹੀਂ ਦੱਸਿਆ ਜਾ ਰਿਹਾ। ਸਾਡੇ ਜੀਵਨ ਦੀ ਜ਼ਮੀਨ ਨਹੀਂ ਤਿਆਰ ਕੀਤੀ ਜਾ ਰਹੀ। ਜੀਵਨ ਸਾਡਾ ਉੱਥੇ ਦਾ ਉੱਥੇ ਹੀ ਖੜਾ ਹੈ, ਛੱਟਾ ਦਿੱਤਾ ਜਾ ਰਿਹਾ, ਛੱਟਾ ਦਿੱਤਾ ਜਾ ਰਿਹਾ। ਕਿਤੇ ਉਹ ਕਾਮ ਰੂਪੀ ਕਾਂ ਆਇਆ, ਕਿਤੇ ਉਹ ਕ੍ਰੋਧ ਰੂਪੀ ਕਾਂ ਆਉਂਦਾ ਹੈ, ਕਿਤੇ ਉਹ ਲੋਭ ਰੂਪੀ ਕਾਂ ਆਉਂਦਾ ਹੈ। ਜਿਹੜਾ ਛੱਟਾ ਦਿੱਤਾ ਸੀ ਉਹ ਖਾ ਕੇ ਹੋ ਜਾਂਦਾ ਹੈ। ਜੀਵਨ ਫਿਰ ਉੱਥੇ ਉੱਥੇ ਖੜੇ। ਉਸੇ ਤਰ੍ਹਾਂ ਸਾਡੇ ਜੀਵਨ ਵਿੱਚ ਈਗੋ ਹੈ, ਉਸੇ ਤਰ੍ਹਾਂ ਈਰਖਾ ਹੈ, ਉਸੇ ਤਰ੍ਹਾਂ ਨਫ਼ਰਤ ਹੈ, ਉਸੇ ਤਰ੍ਹਾਂ ਇੱਕ ਦੂਜੇ ਨਾਲ ਜੈਲਸੀ ਹੈ। ਉਹ ਚੀਜ਼ਾਂ ਨਹੀਂ ਚੇਂਜ ਹੋਈਆਂ। ਮੈਂ ਸ਼ੁਰੂ ਦੇ ਦਿਨਾਂ 'ਚ ਵੀ ਗੱਲ ਕੀਤੀ ਸੀ, ਮੈਂ ਆਪਣੇ ਜੀਵਨ ਦੇ ਵਿੱਚੋਂ ਹੀ ਆਪਣੇ ਆਪ ਕੋਲੋਂ ਬਹੁਤ ਕੁਝ ਸਿੱਖਦਾ। ਮੈਂ ਰਿਐਲਿਟੀ ਲੱਗਾ ਤੁਹਾਨੂੰ ਦੱਸਾਂ, ਆਪਣੇ ਆਪ ਕੋਲੋਂ ਬਹੁਤ ਕੁਝ ਸਿੱਖਦਾ। ਛੋਟਾ ਜਿਹਾ ਹੁੰਦਾ ਸੀ, ਬਜ਼ੁਰਗਾਂ ਨੇ ਕਿਹਾ ਬੇਟਾ ਉਹ ਜਿਹੜਾ ਘਰ ਹੈ ਨਾ ਸਾਹਮਣੇ, ਇਹਨਾਂ ਦੀ ਸਾਡੀ ਕਦੀ ਨਹੀਂ ਬਣਨੀ। ਤੇ ਸਾਡੇ ਵੱਡੇ ਵਡੇਰਿਆਂ ਤੋਂ ਸਾਡੀ ਇਹਨਾਂ ਦੀ ਦੁਸ਼ਮਣੀ ਚੱਲੀ ਆ ਰਹੀ ਹੈ। ਇਹ ਦੁਸ਼ਮਣ ਨੇ, ਠੀਕ ਹੈ। ਵੱਡੇ ਹੋਏ ਇਸ ਲਾਈਨ 'ਚ ਆ ਕੇ ਗੁਰਬਾਣੀ ਪੜ੍ਹੀ। ਗੁਰਬਾਣੀ 'ਚ ਲਿਖਿਆ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਏ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਪਰ ਜਦੋਂ ਮੈਂ ਘਰ ਜਾਂਦਾ ਉਸ ਘਰ ਵੱਲ ਧਿਆਨ ਜਾਂਦਾ, ਅਜੇ ਵੀ ਸੋਚ ਉਹੀ ਹੈ ਸਾਡੇ ਦੁਸ਼ਮਣ ਹੈ। ਕਿਉਂ ਸੋਚ ਹੈ? ਕਿਉਂਕਿ ਅਜੇ ਜਿਹੜੀ ਨੀਂਹ ਸੀ ਨਾ ਉਸ ਘਰ ਦੇ ਪ੍ਰਤੀ ਸੋਚਣ ਵਾਸਤੇ, ਉਸ ਘਰ ਦੇ ਪ੍ਰਤੀ ਦੇਖਣ ਵਾਸਤੇ, ਉਹ ਨੀਂਹ ਜਿਹੜੀ ਰੱਖੀ ਸੀ, ਉਹ ਨੀਂਹ ਅਸਲ ਦੇ ਵਿੱਚ ਉਸ ਕਹਿ ਲਓ ਕਿ ਜੈਲਸੀ ਜਾਂ ਦੁਸ਼ਮਣੀ ਦੇ ਉੱਤੇ ਰੱਖੀ ਗਈ ਸੀ। ਹਾਂ, ਜਦੋਂ ਨੀਂਹ ਢਾਹ ਦਿੱਤੀ, ਨਹੀਂ ਮੇਰਾ ਗੁਰੂ ਸੱਚ ਬੋਲਦਾ ਹੈ, ਨਾ ਕੋ ਬੈਰੀ ਨਹੀਂ ਬੇਗਾਨਾ। ਉਹੀ ਸੱਜਣ ਮਿੱਤਰ ਮਿਲਦੇ, ਹੱਸਦੇ ਖੇਡਦੇ, ਪਰਿਵਾਰਾਂ ਵਰਗੇ ਸੰਬੰਧ ਉਹਨਾਂ ਨਾਲ ਬਣਦੇ। ਇਸ ਕਰਕੇ ਜਿਹੜੇ ਕੋਈ ਵੀ ਕਰਮ ਕਰਦੇ ਉਹਦੇ ਪਿੱਛੇ ਜਿਹੜੀ ਸਾਡੀ ਸੋਚ ਹੈ, ਜੋ ਸਾਡਾ ਮਕਸਦ ਹੈ ਉਸ ਕਰਮ ਨੂੰ ਕਰਨ ਲਈ, ਉਹਦੀ ਬੜੀ ਵੱਡੀ ਅਹਿਮੀਅਤ ਹੈ। ਇਹਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਗੁਰੂ ਜੀ ਨੇ ਕਿਹਾ, ਮਨ ਭਾਵਨੀ ਤੇ ਸਿੱਧ ਹੋਏ, ਮਨ ਦੀ ਭਾਵਨਾ ਤੇ ਕਾਮਯਾਬੀ ਖੜੇ। ਮੈਂ ਅਕਸਰ ਇੱਕ ਐਗਜ਼ਾਮਪਲ ਦਿੰਦਾ। ਇੱਕ ਬੰਦਾ ਜ਼ਮੀਨ ਦੇ ਇੱਕ ਟੁਕੜੇ ਦੇ ਕਾਰਨ ਕਤਲ ਕਰ ਦਿੰਦਾ ਹੈ। ਉਹਨੂੰ ਸਜ਼ਾਏ ਮੌਤ ਦੀ ਜਿਹੜੀ ਹੈ ਫਿਰ ਸੁਣਾ ਦਿੰਦਾ ਜੱਜ ਹੁਕਮ, ਉਹਦੇ ਗਲ 'ਚ ਫਾਂਸੀ ਪਾ ਦਿੱਤੀ ਜਾਂਦੀ ਹੈ। ਇੱਕ ਬੰਦਾ ਸਰਹੱਦ ਤੇ ਖੜਾ ਹੈ, ਹਜ਼ਾਰਾਂ ਦੁਸ਼ਮਣ ਮਾਰਦਾ ਹੈ, ਉਹਦੇ ਗਲ ਵਿੱਚ ਮੈਡਲ ਪਾਏ ਜਾਂਦੇ ਨੇ। ਕਰਮ ਉਹਨੇ ਵੀ ਜੀਵ ਨੂੰ ਖਤਮ ਕਰਦਾ ਕੀਤਾ, ਕਰਮ ਉਹਨੇ ਵੀ ਉਹੀ ਕੀਤਾ। ਇੱਕ ਨੂੰ ਸਜ਼ਾ ਤੇ ਇੱਕ ਨੂੰ ਇਨਾਮ। ਕਾਰਨ ਕੀ? ਕਾਰਨ ਹੈ ਕਰਮ ਕਰਨ ਦੇ ਪਿੱਛੇ ਭਾਵਨਾ ਕੀ ਸੀ, ਮਕਸਦ ਕੀ ਸੀ, ਕਰਮ ਕੀਤਾ ਕਿਉਂ ਸੀ। ਜੇ ਤੇ ਕੀਤਾ ਹੈ ਦੇਸ਼ ਦੀ ਰੱਖਿਆ, ਹਜ਼ਾਰਾਂ ਕਰੋੜਾਂ ਨੂੰ ਬਚਾਉਣਾ ਹੈ, ਮੈਡਲ। ਤੇ ਜੇ ਲਾਲਚ ਪਿੱਛੇ ਖੜਾ ਸੀ, ਸਜ਼ਾ। ਇਸੇ ਲਈ ਜ਼ਿੰਦਗੀ 'ਚ ਜਿਹੜਾ ਵੀ ਕਰਮ ਕਰਦੇ ਆ, ਚਾਹੇ ਕੋਈ ਜ਼ਬਾਨ ਤੋਂ ਬੋਲ ਬੋਲਦੇ ਆ, ਚਾਹੇ ਕੋਈ ਹੱਥਾਂ ਨਾਲ ਕਰਮ ਕਰਦੇ ਆ, ਚਾਹੇ ਅੱਖਾਂ ਨਾਲ ਦੇਖਦੇ ਆ, ਉਹਦੇ ਪਿੱਛੇ ਸਾਡਾ ਮਕਸਦ ਕੀ ਹੈ, ਸਾਡੀ ਭਾਵਨਾ ਕੀ ਹੈ। ਇਹ ਚੀਜ਼ ਵਰਕ ਕਰਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਅੱਜ ਬਖਸ਼ਿਸ਼ ਕਰ ਰਹੇ, ਕਹਿੰਦੇ ਜਿਹੜੇ ਗੁਰਮੁਖ ਨੇ, ਨਿਸ਼ਾਨੀ ਕੀ ਗੁਰਮੁਖਾਂ ਦੀ, ਜਿਹੜੇ ਗੁਰਮੁਖ ਨੇ ਗੁਰੂ ਦੇ ਦੱਸੇ ਹੋਏ ਤਰੀਕੇ ਨਾਲ ਜ਼ਿੰਦਗੀ ਜਿਉਂਦੇ ਨੇ, ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਨੇ, ਉਹ ਜਦੋਂ ਵੀ ਕੰਮ ਕਰਦੇ ਨੇ ਸਾਚੀ ਕਾਰ ਕਮਾਏ, ਉਹ ਸੱਚ ਦੇ ਆਧਾਰ ਤੇ ਕਰਮ ਕਰਦੇ ਨੇ। ਉਹਨਾਂ ਦੇ ਹਰ ਕੰਮ ਕਰਨ ਦੇ ਪਿੱਛੇ ਸੱਚ, ਝੂਠ ਨਹੀਂ, ਸੱਚ ਦੇ ਆਧਾਰ ਤੇ ਉਹ ਚੱਲਦੇ। ਗੁਰਮੁਖ ਸਾਚੇ ਮਨ ਪਤੀ ਆਏ। ਜਿਹੜੇ ਗੁਰਮੁਖ ਨੇ, ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਨੇ, ਉਹਨਾਂ ਦਾ ਮਨ ਜਿਹੜਾ ਹੈ ਉਹ ਗੁਰੂ, ਉਹ ਪ੍ਰਮਾਤਮਾ ਅਕਾਲ ਪੁਰਖ ਦੇ ਉੱਪਰ ਪਤੀਤ ਜਾਂਦਾ ਹੈ। ਉਹ ਰੱਬ ਦੀ ਕਰਨੀ ਦੇ ਉੱਤੇ ਕਦੇ ਕਿੰਤੂ ਨਹੀਂ ਕਰਦੇ।
ਉਹ ਰੱਬ ਦੀ ਕਰਨੀ ਨੂੰ ਕੀ ਕਹਿੰਦੇ ਨੇ? ਤੇਰਾ ਕੀਆ ਮੀਠਾ ਲੱਗੇ। ਮੈਂ ਕਈ ਵਾਰ ਸੋਚਦਾ, ਅਕਸਰ ਮੈਂ ਬੇਨਤੀ ਕਰਦਾ ਨਾ, 99% ਅਸੀਂ ਜਿਹੜਾ ਕਰਮ ਕਰਦੇ ਨਾ ਧਰਮ ਦੇ ਨਾਂ ਤੇ, ਚਾਹੇ ਬਾਣੀ ਪੜ੍ਹਨੀ, ਚਾਹੇ ਸੇਵਾ, ਚਾਹੇ ਸਿਮਰਨ, ਚਾਹੇ ਕੁਛ ਵੀ ਕਰਦੇ ਹੋਈਏ, ਚਾਹੇ ਕਿਸੇ ਤੀਰਥ ਤੇ ਵੀ ਜਾਂਦੇ ਆ, ਦਾਨ ਪੁੰਨ ਜੋ ਵੀ ਕਰਦੇ ਆ, ਉਹਦੇ ਪਿੱਛੇ ਸਾਡਾ ਮਕਸਦ ਕੀ ਹੁੰਦਾ ਹੈ? ਜੋ ਰੱਬ ਸਾਡੇ ਜੀਵਨ ਦੇ ਵਿੱਚ ਕਰ ਰਿਹਾ ਸਾਨੂੰ ਮਨਜ਼ੂਰ ਨਹੀਂ, ਉਹ ਬਦਲਣਾ ਚਾਹੀਦਾ। ਰੱਬ ਨੇ ਧੀ ਦਿੱਤੀ ਹੈ, ਰੱਬ ਜੀ ਪੁੱਤ ਦੀ ਦਾਤ ਦਿਓ, ਧੀ ਨਹੀਂ ਚਾਹੀਦੀ। ਰੱਬ ਨੇ ਕੋਈ ਕਿਸੇ ਤਰੀਕੇ, ਕਿਸੇ ਹੋਰ ਤਰੀਕੇ ਦੀ, ਜੋ ਵੀ ਸਾਡੇ ਕੋਲ ਹੈਗਾ ਹੈ, ਇਹਦੇ ਨਾਲ ਮੈਂ ਖੁਸ਼ ਨਹੀਂ ਹਾਂ, ਇਹਨੂੰ ਚੇਂਜ ਕਰੋ, ਇਹਨੂੰ ਬਦਲੋ। ਇਹਦਾ ਮਤਲਬ ਸਾਡਾ ਮਨ ਜਿਹੜਾ ਹੈ ਉਹ ਪਰਮਾਤਮਾ ਦੇ ਉੱਤੇ ਭਤੀਜਾ ਹੈ, ਉਹਨੂੰ ਯਕੀਨ ਨਹੀਂ ਕਿ ਜੋ ਰੱਬ ਕਰ ਰਿਹਾ ਹੈ ਉਹ ਸਾਡੇ ਲਈ ਸਹੀ ਹੈ, ਉਹਨੂੰ ਵਿਸ਼ਵਾਸ ਨਹੀਂ। ਇਸ ਲਈ ਉਹ ਬਾਬਿਆਂ ਕੋਲ ਜਾਂਦਾ ਹੈ, ਕਿਸੇ ਹੋਰ ਕੋਲ ਜਾਂਦਾ ਹੈ, ਉਹ ਵੀ ਦਾਅਵਾ ਕਰਦੇ ਨੇ ਜੋ ਰੱਬ ਨੇ ਲੇਖ ਲਿਖੇ ਅਸੀਂ ਬਦਲ ਦਿੰਦੇ ਹਾਂ। ਫਿਰ ਪੰਗਤੀਆਂ ਵੀ ਸਾਨੂੰ ਸੁਣਾ ਦਿੰਦੇ, ਹਮਰੀ ਬਾਂਦੀ ਭਗਤ ਛਡਾਵੇ। ਪੜ੍ਹਿਓ ਕਿਤੇ ਨਾ ਪੰਗਤੀਆਂ ਦੇ ਅਰਥ ਤੇ ਸਮਝੋ, ਇਹਦਾ ਅਰਥ ਕੀ ਹੈ? ਜਿਹੜੀ ਸੁਰਤ ਸਾਡੀ ਵਿਕਾਰਾਂ 'ਚ ਬੱਝੀ ਹੋਈ ਹੈ, ਪਰਮਾਤਮਾ ਉਸ ਸੁਰਤ ਨੂੰ ਆਜ਼ਾਦ ਕਰਾਉਂਦਾ ਹੈ। ਤੇ ਜਿਹੜੇ ਪਰਮਾਤਮਾ ਨਾਲ ਜੁੜ ਜਾਂਦੇ ਨੇ, ਇਹ ਜਿੰਨੇ ਬੰਧਨ ਨੇ ਜਿਹੜੇ ਵਿਕਾਰਾਂ ਦੇ ਦੂਜੇ ਤੀਜੇ, ਕਿਉਂਕਿ ਇਹ ਵੀ ਇੱਕ ਰੱਬੀ ਨਿਯਮ ਹੈ, ਕੁਰਾਹੇ ਪਿਆ ਹੈ, ਉਹਨੇ ਬੰਧਨਾਂ 'ਚ ਵੱਜਣਾ ਹੀ ਵੱਜਣਾ ਹੈ, ਉਹਨਾਂ ਬੰਧਨਾਂ ਤੋਂ ਆਜ਼ਾਦ ਕਰਾ ਲੈਂਦੇ ਨੇ ਭਗਤ ਆਪਣੇ ਆਪ। ਹਮਰੀ ਬਾਂਦੀ ਭਗਤ ਛਡਾਵੇ। ਤੇ ਜਿਹੜੀ ਸਾਂਝ ਪਰਮਾਤਮਾ ਨਾਲੋਂ ਬਣਾ ਲੈਂਦੇ ਨੇ ਫਿਰ ਆਪਣੀ, ਪਰਮਾਤਮਾ ਕਹਿੰਦਾ ਫਿਰ ਉਹ ਸਾਂਝ ਨਹੀਂ ਟੁੱਟਦੀ, ਭਾਵੇਂ ਕਿੰਨੀਆਂ ਵੀ ਹਨੇਰੀਆਂ ਕਿਉਂ ਨਾ ਉੱਥੇ ਵਗਣ, ਆਰੇ ਨਾਲ ਦਫਾੜ ਕੇ ਹੋ ਜਾਵੇ, ਪਰ ਉਹ ਸਾਂਝ ਨਹੀਂ ਟੁੱਟਦੀ। ਖੈਰ, ਗੁਰੂ ਰਹਿਮਤ ਕਰੇ। ਫਿਰ ਮੈਂ ਦੁਬਾਰਾ ਦੁਹਰਾਵਾਂ, ਜਿਹੜੇ ਵੀ ਦਾਅਵਾ ਕਰਦੇ ਨੇ ਜੋ ਰੱਬ ਕਰ ਰਹੇ ਨੇ ਅਸੀਂ ਬਦਲਣ ਦੀ ਸਮਰੱਥਾ ਰੱਖਦੇ ਹਾਂ, ਸਮਝ ਲੈਣਾ ਰੱਬ ਦੇ ਵਿਰੋਧੀ ਲੋਕ ਨੇ, ਉਹਦੇ ਆਪੋਜਿਟ ਨੇ। ਛੋਟੇ ਸੌਖਾ ਕਰਨਾ, ਘਰ ਵਿੱਚ ਅਸੀਂ ਚਾਹੁੰਦੇ ਹਾਂ ਕਿ ਆਹ ਕੰਮ ਕਰਨਾ, ਤੇ ਜੇ ਕਿਤੇ ਸਾਡੀ ਔਲਾਦ ਜਾਂ ਸਾਡਾ ਜੀਵਨ ਸਾਥੀ ਉਹਨੂੰ ਬਦਲੇ ਕਿ ਮੈਂ ਇਹ ਨਹੀਂ ਹੋਣ ਦੇਣਾ, ਇਹਨੂੰ ਮੈਂ ਬਦਲਣਾ ਹੈ, ਕੀ ਫਿਰ ਉੱਥੇ ਸਾਡੀ ਅਟੈਚਮੈਂਟ ਰਹੇਗੀ, ਪਿਆਰ ਰਹੇਗਾ? ਉੱਥੇ ਤਕਰਾਰ ਹੋਵੇਗੀ। ਘਰਾਂ 'ਚ ਝਾਤ ਮਾਰ ਕੇ ਦੇਖ ਲਈਏ, 90% ਜਿਹੜੀ ਤਕਰਾਰ ਚੱਲ ਰਹੀ ਹੈ, ਚਾਹੇ ਵਾਈਫ ਹਸਬੈਂਡ ਹੈ, ਚਾਹੇ ਬੱਚਿਆਂ ਦੇ ਨਾਲ ਹੈ, ਚਾਹੇ ਮਾਤਾ ਪਿਤਾ ਦੇ ਨਾਲ ਹੈ, ਉਹਦਾ ਰੀਜ਼ਨ ਇਹੀ ਹੈ, ਜੋ ਉਹ ਕਰ ਰਹੇ ਨੇ ਉਹ ਸਾਨੂੰ ਮਨਜ਼ੂਰ ਨਹੀਂ, ਅਸੀਂ ਉਹਨੂੰ ਬਦਲਣਾ ਹੈ। ਅਸੀਂ ਉਹਦੇ ਮੁਤਾਬਕ ਨਹੀਂ ਚੱਲਣਾ, ਅਸੀਂ ਉਸ ਤਰ੍ਹਾਂ ਚੱਲਣਾ ਜਿਵੇਂ ਅਸੀਂ ਚਾਹੁੰਦੇ ਹਾਂ। ਤੇ ਸਾਡੀ ਵੀ ਤਾਂ ਕਹਿੰਦੇ ਇਹੀ ਹੈ ਨਾ, ਸਾਡੀ ਵੀ ਅਰਦਾਸ ਇਹੀ ਹੁੰਦੀ ਆ, ਰੱਬ ਜੀ ਜੋ ਅਸੀਂ ਚਾਹੁੰਦੇ ਹਾਂ ਉਹ ਮੰਨੋ, ਜੋ ਅਸੀਂ ਚਾਹੁੰਦੇ ਹਾਂ। ਇਹਦਾ ਮਤਲਬ ਜੋ ਤੁਸੀਂ ਕਰ ਰਹੇ ਹੋ ਉਹ ਐਕਸੈਪਟ ਨਹੀਂ। ਗੁਰੂ ਜੀ ਕਹਿੰਦੇ ਜਿਹੜਾ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦਾ ਹੈ ਉਹਦੇ ਮਨ ਨੂੰ ਯਕੀਨ ਵੱਝ ਜਾਂਦਾ ਹੈ, ਭਾਵ ਉਹਦਾ ਮਨ ਇਸ ਯਕੀਨ ਵਿੱਚ ਪਰਪੱਕ ਹੋ ਜਾਂਦਾ ਹੈ, ਹਾਂ ਜੋ ਰੱਬ ਕਰ ਰਿਹਾ ਹੈ ਉਹ ਸਹੀ ਹੈ, ਅਸਲ ਵਿੱਚ ਉਹੀ ਸਹੀ ਹੈ। ਇਸ ਗੱਲ ਦੀ ਸਮਝ ਉਦੋਂ ਹੁੰਦੀ ਹੈ ਜਦੋਂ ਸਮਾਂ ਲੰਘਦਾ ਹੈ, ਫਿਰ ਪਤਾ ਲੱਗਦਾ ਹੈ ਕਿ ਹਾਂ, ਬਜ਼ੁਰਗ ਤਾਂ ਕਹਿੰਦੇ ਹੁੰਦੇ ਸੀ, ਸਿਆਣੇ ਦਾ ਆਖਿਆ ਔੜੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ ਹੈ। ਕਿਉਂ? ਕਿਉਂਕਿ ਜਦੋਂ ਜੀਵਨ ਵਿੱਚ ਉਹ ਚੀਜ਼ਾਂ ਵਰਕ ਕਰਦੀਆਂ ਨੇ ਫਿਰ ਪਤਾ ਲੱਗਦਾ ਹਾਂ ਇਹ ਸਹੀ ਹੈ। ਗੁਰਮੁਖ ਅਲਖ ਲਖਾਏ ਤਿਸ ਭਾਵੈ, ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਨੇ, ਗੁਰਬਾਣੀ ਮੁਤਾਬਕ ਜੀਵਨ ਜਿਉਂਦੇ ਨੇ, ਉਹ ਜੀਵਨ ਪਰਮਾਤਮਾ ਨੂੰ ਭਾ ਜਾਂਦੇ, ਉਹਨੂੰ ਕਬੂਲ ਪੈ ਜਾਂਦੇ, ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦੇ, ਉਹ ਬੋਲਿਆ ਪ੍ਰਵਾਨ ਹੋ ਜਾਂਦਾ ਹੈ। ਬਾਣੀ ਦੇ ਬਚਨ ਜਨ ਨਾਨਕ ਬੋਲੇ ਦਰਗਾਹ ਪ੍ਰਵਾਨ। ਕਿਹੜਾ ਖੂਬਸੂਰਤ ਬਚਨ ਪੜ੍ਹਦੇ, ਸ਼ਬਦ ਅਕਸਰ ਤੁਸੀਂ ਪੜ੍ਹੇ ਹੋਣੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਅੱਗੇ ਕੀ ਲਿਖਿਆ ਜੀ? ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚੋ।
ਜਾਤਾ ਕਹਿਆ ਦਰਗਾਹ ਚੱਲਿਆ। ਬਾਣੀ ਵਿੱਚ ਇਹ ਸਾਰਾ ਵੇਖੋ ਖਜ਼ਾਨਾ ਕਿੰਨਾ ਵੱਡਾ, ਕਿੰਨਾ ਕੀਮਤੀ ਖਜ਼ਾਨਾ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਉਹਨਾਂ ਦੇ ਬੋਲ, ਉਹਨਾਂ ਦਾ ਤੱਕਣੀ, ਉਹਨਾਂ ਦੀ ਸਰੋਤ, ਉਹਨਾਂ ਦੀ ਸੋਚ, ਉਹਨਾਂ ਦੀ ਕਰਨੀ ਭਾ ਜਾਂਦੀ ਹੈ। ਤੇ ਜਿਨ੍ਹਾਂ ਦੀ ਭਾ ਜਾਂਦੀ ਹੈ ਨਾ, ਜੀਵਨ ਜਿਨ੍ਹਾਂ ਦੇ ਭਾ ਜਾਂਦੇ ਨੇ, ਉਹ ਕੀ ਕਰਦੇ ਨੇ? ਉਹ ਫਿਰ ਦੂਸਰਿਆਂ ਨੂੰ ਵੀ ਉਸੇ ਕਰਨੀ ਵਿੱਚ ਜੋੜਦੇ ਨੇ। ਅਲੱਖ ਲਖਾਏ ਉਹ ਪ੍ਰਮਾਤਮਾ ਦੀ ਕਰਨੀ ਵੱਲ ਜੋੜਦੇ ਨੇ, ਉਹਦੇ ਵਾਲੇ ਪਾਸੇ ਲੈ ਕੇ ਜਾਂਦੇ ਨੇ। ਜੇ ਮੈਂ ਸੱਚ ਬੋਲਦਾ ਭਲਿਆ ਤੂੰ ਵੀ ਸੱਚ ਬੋਲ, ਜੇ ਮੈਂ ਗੁਰੂ ਦੇ ਹੁਕਮ ਨੂੰ ਮੰਨ ਰਿਹਾ ਤੂੰ ਵੀ ਗੁਰੂ ਦਾ ਹੁਕਮ ਮੰਨ। ਉਹ ਆਪਣੇ ਆਪ ਨੂੰ ਵਿੱਚੋਂ ਮਨਫੀ ਰੱਖਣਗੇ, ਸਿੱਧਾ ਗੁਰੂ ਪਰਮੇਸ਼ਰ ਨਾਲ ਜੋੜਨਗੇ। ਔਰ ਬਾਣੀ ਵਿੱਚ ਵੀ ਇਹੀ ਗੱਲ ਕਹੀ ਹੈ, ਜੇ ਕਿਸੇ ਦੀ ਤੁਸੀਂ ਸੰਗਤ ਕਰਨ ਲੱਗੇ ਹੋ, ਕਿਸੇ ਨੂੰ ਮਿਲਣ ਲੱਗੇ ਹੋ, ਤੇ ਕੀ ਗੱਲ ਕਹੀ? ਕੋਈ ਜਨ ਹਾਸਿਓ ਦੇਵੈ ਜੋਰ। ਜੋੜਨਾ ਕਿਹਦੇ ਨਾਲ? ਹਰੀ ਦੇ ਨਾਲ। ਕੋਈ ਜਨ ਹਾਸਿਓ ਦੇਵੈ ਜੋੜ, ਜਿਹੜਾ ਪ੍ਰਮਾਤਮਾ ਨਾਲ ਜੋੜੇ। ਕਿਉਂਕਿ ਜੁੜਨ ਦੀ ਗੱਲ ਪ੍ਰਮਾਤਮਾ ਨਾਲ। ਕਿਹੜੇ ਖੂਬਸੂਰਤ ਬਚਨ ਹੈ, ਗੁਰਮੁਖ ਸਿਉ ਕਰ ਦੋਸਤੀ, ਮਿੱਤਰਤਾਈ ਸੱਜਣਤਾਈ ਗੁਰਮੁਖਾਂ ਨਾਲ ਕਰ, ਪਰ ਸਤਿਗੁਰ ਸਿਉ ਲਾਏ ਚਿੱਤ। ਚਿੱਤ ਆਪਣਾ ਜਿਹੜਾ ਉਹ ਆਪਣੇ ਸਤਿਗੁਰੂ ਨਾਲ ਲਾ ਕੇ ਜੁੜ। ਸਤਿਗੁਰੂ ਨਾਲ ਜੁੜਨਾ ਨਹੀਂ ਹੈ ਗੁਰਮੁਖਾਂ ਜਾਂ ਕਿਸੇ ਹੋਰ ਦੇ ਨਾਲ, ਉਹਨਾਂ ਨਾਲ ਕਾਰ ਵਿਹਾਰ ਰੱਖਣਾ, ਉਹਨਾਂ ਨਾਲ ਜੀਵਨ ਦੀ ਸਾਂਝ ਪਿਆਰੀ ਰੱਖਣੀ ਹੈ, ਪਰ ਜੁੜਨਾ ਅਕਾਲ ਪੁਰਖ ਨਾਲ ਹੈ। ਇਸੇ ਲਈ ਬਚਨ ਕੀਤਾ ਹੈ ਭਗਤ ਸਾਹਿਬਾਂ ਦੀ ਰਸਨਾ ਦੁਆਰਾ, ਜੇ ਭਲਿਓ ਤੁਸੀਂ ਕੋਈ ਕਰਮ ਕਰ ਰਹੇ ਹੋ, ਕਿਰਤ ਕਰ ਰਹੇ ਹੋ, ਉਹਦੇ ਨਾਲ ਜੁੜੇ ਹੋ ਨਾ। ਕੀ ਕਿਹਾ? ਹਾਥ ਪਾਉ ਕਰ ਕਾਮ ਸਭ। ਅੱਗੇ ਕੀ ਕਿਹਾ ਜੀ? ਚੀਤ ਨਿਰੰਜਨ ਨਾਲ। ਚਿੱਤ ਜਿਹੜਾ ਹੈ ਉਹ ਪ੍ਰਮਾਤਮਾ ਅਕਾਲ ਪੁਰਖ ਨਾਲ ਰੱਖੇ। ਹੱਥਾਂ ਨਾਲ, ਪੈਰਾਂ ਨਾਲ ਜੋ ਕਰਮ ਕਰਦੇ ਕਰਮ ਕਰੋ, ਕਿਉਂਕਿ ਜਦੋਂ ਧਿਆਨ ਵਿੱਚ, ਸੁਰਤ ਵਿੱਚ ਪ੍ਰਮਾਤਮਾ ਹੋਵੇਗਾ, ਕਦੀ ਗੁਨਾਹ ਹੋ ਹੀ ਨਹੀਂ ਸਕਦਾ। ਮਨੁੱਖ ਕਦੋਂ ਗੁਨਾਹ ਕਰਦਾ ਹੈ? ਜਦੋਂ ਸੁਰਤ ਵਿੱਚ, ਧਿਆਨ ਵਿੱਚ ਗੁਨਾਹ ਹੁੰਦਾ, ਉਹਦੀ ਸਮਝ ਵਿੱਚ ਗੁਨਾਹ ਹੁੰਦਾ ਹੈ। ਚੋਰ ਚੋਰੀ ਉਦੋਂ ਕਰੇਗਾ ਨਾ ਜਦੋਂ ਦਿਮਾਗ ਉਹਦਾ ਚੋਰੀ ਦੀ ਪਲੈਨਿੰਗ ਬਣਾਏਗਾ। ਤੇ ਜਦੋਂ ਧਿਆਨ ਦੇ ਵਿੱਚ ਗੁਰੂ ਹੈ, ਪ੍ਰਮਾਤਮਾ ਹੈ, ਉਹਦੇ ਵੱਲੋਂ ਕੀਤੀ ਜਾਣ ਵਾਲੀ ਹਰ ਕਰਨੀ ਜਿਹੜੀ ਹੈ ਉਹ ਧਰਮ ਹੋਵੇਗਾ। ਉਹਦਾ ਹਰ ਕਰਮ ਧਰਮ ਹੋਵੇਗਾ, ਉਹਦੀ ਹਰ ਕਿਰਤ ਕਰਤੇ ਨਾਲ ਜੁੜੇਗੀ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਨਾਨਕ ਗੁਰਮੁਖ ਚੋਟ ਨਾ ਖਾਵੇ। ਇਹ ਨਾਨਕ ਜਿਹੜੇ ਗੁਰਮੁਖ ਨੇ, ਜਿਹੜੇ ਜੀਵਨ ਗੁਰੂ ਦੇ ਰਸਤੇ ਤੇ ਚੱਲਦੇ ਨੇ, ਉਹ ਕਦੇ ਠੋਕਰ ਨਹੀਂ ਖਾਂਦੇ, ਕਦੇ ਚੋਟ ਨਹੀਂ ਖਾਂਦੇ। ਕਿਉਂ? ਕਿਉਂਕਿ ਉਸ ਜੀਵਨ ਦੇ ਹਰ ਕਦਮ ਤੇ ਉਹਦੇ ਨਾਲ ਉਹਦਾ ਗੁਰੂ ਖੜਾ ਹੈ। ਬਚਨ ਪੜ੍ਹਦੇ ਨਾ ਆਪਾਂ ਬਾਣੀ ਦਾ, ਗੁਰ ਮੇਰਾ ਸੰਗ ਸਦਾ ਹੈ ਨਾਲ। ਕਿੰਨਾ ਖੂਬਸੂਰਤ ਬਚਨ ਹੈ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ। ਚੌਂਕੀ ਦਾ ਅਰਥ ਪਤਾ ਨਹੀਂ? ਸੌਖੇ ਅਰਥ ਜਿਹੜੇ ਕਰਨੇ ਹੋਣ, ਜਿਵੇਂ ਪੁਲਿਸ ਦੀਆਂ ਚੌਂਕੀਆਂ ਹੁੰਦੀਆਂ ਨੇ। ਜੇ ਪਿੰਡ ਨੂੰ 4 ਰਸਤੇ ਜਾਂਦੇ, 4 ਰਸਤਿਆਂ ਤੇ ਪੁਲਿਸ ਦੀ ਚੌਂਕੀ। ਕਾਹਦੇ ਲਈ? ਕੋਈ ਚੋਰ, ਡਾਕੂ, ਲੁਟੇਰਾ, ਕੋਈ ਮਾੜਾ ਅਨਸਰ ਇਸ ਪਿੰਡ ਚ ਨਾ ਆ ਜਾਏ। ਇਸੇ ਤਰ੍ਹਾਂ ਜਦੋਂ ਜੀਵਨ ਗੁਰੂ ਦੇ ਕਹੇ ਮੁਤਾਬਕ ਜੀਉਂਦੇ ਆ, ਸਾਡੇ ਸਰੀਰ ਜਿੰਨੇ ਵੀ ਇੰਦਰੀ ਨੇ ਜਿਹੜੇ ਕਰਮ ਕਰਦੇ ਨੇ, ਜਿਵੇਂ ਅੱਖਾਂ ਦੇਖਦੀਆਂ ਨੇ, ਜ਼ਬਾਨ ਬੋਲਦੀ ਹੈ, ਕੰਨ ਸੁਣਦੇ ਨੇ, ਹੱਥ ਕਰਮ ਕਰਦੇ ਨੇ, ਕਿਰਤ ਕਰਦੇ ਨੇ, ਮਨ ਸੋਚਦਾ ਹੈ, ਸਮਝੋ ਤੁਸੀਂ ਇਹਦੇ ਚਫੇਰੇ ਗੁਰੂ ਦਾ ਸ਼ਬਦ ਇਹ ਰੱਖਿਆ ਕਰਦਾ ਹੈ। ਕਿਤੇ ਕੋਈ ਵਿਕਾਰ ਜਿਹੜਾ ਜੀਵਨ ਨੂੰ ਖਰਾਬ ਕਰਨ ਵਾਲਾ ਹੈ, ਇਸ ਜੀਵਨ ਦੀ ਕਰਨੀ ਦੇ ਵਿੱਚ ਨਾ ਆ ਜਾਵੇ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ। ਗੁਰੂ ਸਾਹਿਬ ਜੀ ਕਹਿੰਦੇ, ਗੁਰੂ ਦੱਸ ਦਿੰਦਾ ਆਹ ਰਸਤਾ ਹੈ ਜਿੱਧਰ ਦੀ ਤੇਰੇ ਜੀਵਨ ਵਿੱਚ ਵਿਕਾਰ ਆ ਰਹੇ ਨੇ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮਿਰਗ ਦਾ ਕੀ? ਜਾਨਵਰ। ਤੇਰੇ ਜੀਵਨ ਦੀ ਹਰੀ ਭਰੀ ਸੋਹਣੀ ਫਸਲ ਬਰਬਾਦ ਕਰ ਲਈ, ਜਿਹੜੇ ਰਸਤਿਓਂ ਇਹ ਜਾਨਵਰ ਆਉਂਦੇ ਨੇ, ਗੁਰੂ ਉਹ ਦਿਖਾ ਦਿੰਦਾ ਹੈ, ਦੱਸ ਦਿੰਦਾ ਹੈ, ਸਮਝਾ ਦਿੰਦਾ ਹੈ। ਗੁਰ ਦਿਖਲਾਈ ਮੋਰੀ, ਚਿਤ ਮਿਰਗ ਪੜਤ ਹੈ ਚੋਰੀ। ਫਿਰ ਮੂੰਦ ਲੀਏ
दरवाजे। गुरमुख की करता है? गुरमुख फिर गुरु के उपदेश के मुताबिक वो रस्ते बंद कर देता है उन्होंने बचाने वास्ते। बाजी वाले अनहद बाजी कितना खूबसूरत फलसफा है बाणी दे विच। काश कि असी, मैं तो अक्सर बेनती करता, ਜਿਹੜਾ भी कोई गुरु का प्यार करता है जीवन में ज़्यादा नहीं तो घट्टो घट्ट एक बार, ज़्यादा जिन्ना हो जाए मुबारक, एक बार घट्टो घट्ट सहज पाठ अर्थां दे सहित जरूर करो। पता लग जाएगा असल में गुरु का मार्ग की है, असीं किहड़े रस्ते चलते हैं, सानूं लोकां ने तोड़िया किहड़े रस्ते से। इत्थे दी खेड ही कुछ होर है, इत्थे दी गल ही कुछ होर। तुसीं जदों किते इस तरह सहज पाठ कर लगोगे ना, जिवें जिवें बाणी नूं समझोगे, तुसीं महसूस करोगे साडे जीवन च तब्दीली बहुत आउणी शुरू हो गई है। साडा सोचण दा नज़रिया ही बदल गया। जिहड़ा जीवन हर वेले सहम ते डरदा हुंदा सी, पता नहीं कित्थों इन्ना कॉन्फिडेंस आ गया साडे अंदर। हुण कोई आउण वाले समय का डर भी नहीं है। क्यों? क्योंकि जिवें जिवें गुरबाणी नूं समझदे हैं, साडी समझ उहदे मुताबिक बनदी जांदी है। जदों साडी समझ गुरबाणी मुताबिक बन गई, बाणी साडी समझ विच आ गई, ते भजन पढ़ के धुड़की बाणी आई। अगे की है जी? तिन सगली चिंत मिटा दी। जदों समझ विच बाणी आ गई, चिंता खत्म। फिर कहते चिंता ताकि कीजिए जो अनहोनी होए। चिंता जो करो जी होनी नहीं है, जो कुछ वरत रहा है ये हुक्म के है, फिर भी चिंता कर। और एक बेनती होर करा, जो कुछ जीवन में वरत रहा है जिहड़ा अज सानू इंज महसूस करता है कि साडे लिए ठीक नहीं है, जदों गुरबाणी साडी समझ में आ गई, सानू समझ आ जाएगी, पता लगेगा, हैरान होवांगे, ये तो साडे फायदे वास्ते सारा कुछ सी। असीं एवें तो डरीए, ये तो साडे भले लिए है सारा कुछ। जो परमात्मा वरतारा वरता रहा जीवन में, साडे भले ही वरताया उन्हें, इहदे विच ही साडा भला सी। इसलिए गुरु साहब की बाणी कहते, उलाह नूं मैं काहू ना दियो, मन मीठ तुहारो कियो। मैं कदे उलामा नहीं देता, हे वाहिगुरू जो तू करदा मैं मन में मिठा करके मनदा। क्यों? क्योंकि मेरा ओहदे विच ही पता है, मेरे भले लिए ही तू सारा कुछ कीता। नानक गुरमुख चोट ना खावे। जिहड़े गुरमुख ने, गुरु के दसे हुए रस्ते से चलते हैं, वो जीवन फिर कदे ठेडा नहीं खाते, ठोकर नहीं खाते। गुरु हमेशा अंग संग रखवाला है। मेरा सतगुर रखवाला होवा, सो सतगुर प्यारा मेरे नाल है। जिथे किथे मैनू ले छुड़ाए। किन्ने खूबसूरत गुरु साहब ने बचन बख्शिश की। जदों सतगुरु प्यारा साडे नाल हुंदा, फिर जिथे किथे भी मैनूं बचा लैंदा, छुड़ा लैंदा, नहीं विकारां विच बचन दिंदा। गुरमुख नाम दान इशनान, आ भी पंक्ति समझण वाली। गुरु साहब जी कहते, जेड़े गुरु के दसे हुए रस्ते ते चलते हैं, उन्हां द्वारा जो भी कर्म किया जा रहा है, धर्म के नाम से भी प्रवान है। एक बड़ा खूबसूरत वचन है गुरु साहब जी का, सेवक सिख पूजन सब आवे, सब गावे हर हर उत्तम बाणी। अगे की क्या जी? गाव्या सुनिया तिल का हर थाए पावे। फिर तो बराबर, गाव्या सुनिया तिल का हर थाए पावे। किन्ना दा? जिन सतगुर की आज्ञा सत सत कर्म, उन्होंने का गाव्या ते सुनिया कबूल पैदा है। जिहड़े सतगुरु की आज्ञा को सत करके जीवन में मनते हैं, कबूलते हैं, गुरु के हुक्म के मुताबिक जिहड़े चलते हैं, वो जो भी कर्म करते हैं प्रवान होंदा है। वो रब का नाम लेंदे ने, प्रवान है। अगर वो कोई भलाई का कर्म करते हैं, किसी का प्रवान है। उन्हां दा नाम दान इशनान प्रवान है। किन्हां दा? जिहड़े गुरमुख ने, ते जिहड़े गुरु के दसे हुए रस्ते ते नहीं चलते, अपनी सोच मुताबिक चल रहे हैं, किसी के कहण ते, उन्हां बारे भी गुरु साहब जी ने कहा, एक भौ लथी नात्या, दोए भा चढ़ीअस होर।
ਇੱਕ ਤੇ ਉਹਨਾਂ ਨੇ ਮੈਲ ਲਾਈ, ਦੋ ਹੋਰ ਚੜਾਉਣਾ। ਮੇਰੇ ਜਿੰਨਾ ਇੰਨਾ ਕੋਈ ਜਪ ਤਪ ਨਹੀਂ ਕਰਦਾ, ਮੇਰੇ ਜਿੰਨਾ ਤੇ ਆਈ। ਮੈਂ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਦੇਖੇ ਨੇ ਜਿਹੜੇ ਉਹ ਆਪਣੇ ਬਰਾਬਰ ਦੂਜੇ ਨੂੰ ਬੈਠਣ ਨਹੀਂ ਦਿੰਦੇ, ਹੱਥ ਲੱਗ ਜੇ ਕਿਸੇ ਦਾ ਤੇ ਉਹ ਰੋਟੀ ਨਹੀਂ ਖਾਂਦਾ। ਆਪਣੇ ਆਪ ਨੂੰ ਸਮਝੇ ਤਾਂ ਇਹ ਪਤਾ ਨਹੀਂ ਕਿ ਕਿਹੜੀ ਦੁਨੀਆ ਦੇ ਵਿੱਚ ਆ। ਉਹ ਮਨੁੱਖ ਨੂੰ ਮਨੁੱਖ ਹੀ ਨਹੀਂ ਸਮਝਦੇ। ਇਹਦਾ ਅਰਥ ਗੁਰਮੁਖ ਨਹੀਂ ਹਨ। ਗੁਰੂ ਦੇ ਦੱਸੇ ਹੋਏ ਰਸਤਾ ਤੇ ਚੱਲਣ ਵਾਲੇ ਦੇ ਅੰਦਰ ਈਰਖਾ, ਭਿੰਨ ਭੇਦਤਾ ਤਾਂ ਰਹਿ ਨਹੀਂ ਸਕਦੀ। ਜੇ ਪਰਮੇਸ਼ਰ ਸਰਬ ਵਿਆਪਕ, ਸਰਬ ਸਾਂਝਾ ਹੈ, ਉਸ ਪਰਮੇਸ਼ਰ ਨਾਲ ਜੁੜਿਆ ਹੋਇਆ ਜੀਵਨ ਵੀ ਸਰਬ ਸਾਂਝਾ ਹੈ। ਉਹਦੇ ਵਿੱਚ ਵੀ ਕਿਸੇ ਦਾ ਵਖਰੇਵਾ ਨਹੀਂ, ਉੱਚ ਨੀਚ ਨਹੀਂ। ਗੁਰਮੁਖ ਲੱਗ ਗਏ ਸਹਿਜ ਧਿਆਨ, ਜਿਹੜੇ ਗੁਰੂ ਹੋਏ, ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਨੇ ਜੀਵਨ, ਗੁਰਮੁਖ ਜੀਵਨ ਨੇ, ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਉਹਨਾਂ ਦਾ ਧਿਆਨ ਹਮੇਸ਼ਾ ਟਿਕਿਆ ਰਹਿੰਦਾ, ਭਟਕਦਾ ਨਹੀਂ। ਕਿਹਦੇ ਨਾਲ ਟਿਕਿਆ ਰਹਿੰਦਾ? ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਨਾਲ ਟਿਕਿਆ ਰਹਿੰਦਾ, ਉਹਦੇ ਹੁਕਮ ਵਿੱਚ ਜੁੜਿਆ ਰਹਿੰਦਾ ਹੈ। ਗੁਰਮੁਖ ਪਾਵੈ ਦਰਗਹ ਮਾਨ, ਪਰਮਾਤਮਾ ਦੀ ਹਜ਼ੂਰੀ ਵਿੱਚ ਉਹ ਜੀਵਨ ਇੱਜ਼ਤ ਪਾਉਂਦੇ ਨੇ, ਸਤਿਕਾਰੇ ਜਾਂਦੇ ਨੇ। ਰੇ ਰੇ ਦਰਗਾਹ ਕਹੈ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇ। ਕੋਈ ਪਰੇ ਪਰੇ ਕੋਏ ਹੋਏ ਨਹੀਂ, ਪਰਮਾਤਮਾ ਦੀ ਦਰਗਾਹ ਵਿੱਚ, ਪਰਮਾਤਮਾ ਦੀ ਹਜ਼ੂਰੀ ਵਿੱਚ, ਪਰਮਾਤਮਾ ਦੀ ਦਰਗਾਹ ਹਜ਼ੂਰੀ ਕੀ ਹੈ? ਇਹ ਜੋ ਜਿੱਥੇ ਪਰਮਾਤਮਾ ਬੈਠਾ ਹੈ ਉਹਦੀ ਹਜ਼ੂਰੀ ਹੈ। ਜੇ ਸੰਸਾਰ ਦੀ ਗੱਲ ਹੈ, ਸੰਸਾਰ ਉਹਦੀ ਹਜ਼ੂਰੀ ਹੈ। ਇਸੇ ਲਈ ਗੁਰਬਾਣੀ ਵਿੱਚ ਇਸ ਸੰਸਾਰ ਨੂੰ ਹਰਮੰਦਰ ਕਿਹਾ ਹੈ। ਹਰਮੰਦਰ ਇਹ ਜਗਤ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਰੱਬ ਦਾ ਘਰ ਕਿਹਾ ਹੈ। ਉਹ ਇੱਜ਼ਤ ਪਾਉਂਦੇ ਨੇ, ਉਹ ਸਤਿਕਾਰੇ ਜਾਂਦੇ ਨੇ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ। ਹੋ ਸਕਦਾ ਲੋਕ ਜਿਹੜੇ ਨੇ ਉਹਨਾਂ ਦੀ ਨਜ਼ਰ ਦੇ ਵਿੱਚ ਉਹਨਾਂ ਨੂੰ ਉਹ ਸਤਿਕਾਰ, ਰਿਸਪੈਕਟ ਨਾ ਮਿਲੇ, ਪਰ ਪਰਮਾਤਮਾ ਦੀ ਨਜ਼ਰ ਦੇ ਵਿੱਚ ਸਤਿਕਾਰੇ ਜਾਂਦੇ। ਇਸ ਲਈ ਬਚਨਾ ਦੁਨੀਆ ਨਾ ਸਾਲਾਹੇ, ਜੋ ਮਰ ਵੰਝ ਸੀ। ਕਿੱਡਾ ਖੂਬਸੂਰਤ ਬਚਨ ਹੈ। ਭਗਤਾਂ ਤੈਸੈ ਸਾਰੀਆਂ ਜੋੜ ਕਦੇ ਨਾ। ਗੁਰੂ ਨਾਨਕ ਸਾਹਿਬ ਜੀ ਨੂੰ ਵੀ ਦਵਾਈਆ ਕਹਿਤਾ ਸੀ, ਦੂਰ ਕਿਉਂ ਜਾਓ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਤੇਗਾ ਕਮਲਾ ਕਹਿੰਦੇ ਸੀ, ਦਰਵਾਜ਼ੇ ਬੰਦ ਕਰ ਦਿੱਤੇ ਸੀ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿੱਚ। ਪਰ ਉਹ ਗੁਰੂ ਨਾਨਕ ਪਾਤਸ਼ਾਹ, ਉਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਤਿਕਾਰੇ, ਪੂਜਨੀਕ। ਕਿੰਨਾ ਸਤਿਕਾਰ ਹੈ, ਕਿੰਨਾ ਸਤਿਕਾਰ ਹੈ। ਆਓ ਗੁਰੂ ਸਾਹਿਬ ਜੀ ਦੀ ਬਾਣੀ ਵਿੱਚੋਂ ਆਪਾਂ ਸਮਝਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਪਰਮੇਸ਼ਰ ਨੂੰ ਪੂਜਦੇ ਨੇ ਨਾ, ਜਨ ਨਾਨਕ ਸਤਿਗੁਰ ਕਰੋ ਰਸਨਾ ਸਾਂਝੀ। ਸਮਾਪਤੀ ਦੇ ਸ਼ਬਦ ਪੜ੍ਹਨਾ ਤੁਸੀਂ, ਜਨ ਨਾਨਕ ਸਤਿਗੁਰ ਪੂਜਿਆ। ਅੱਗੇ ਕੀ ਕਿਹਾ ਜੀ? ਤਿਨ ਹਰ ਪੂਜ ਕਰੋ। ਜਿਨ੍ਹਾਂ ਨੇ ਰੱਬ ਦਾ ਸਤਿਕਾਰ ਕੀਤਾ ਹੈ, ਰੱਬ ਨੇ ਉਹਨਾਂ ਨੂੰ ਸਤਿਕਾਰਯੋਗ ਬਣਾ ਦਿੱਤਾ, ਸਤਿਕਾਰੇ ਗਏ। ਗੁਰੂ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ। ਗੁਰਮੁਖ ਭਉ ਭੰਜਨ ਪ੍ਰਧਾਨ। ਪ੍ਰਧਾਨ ਦਾ ਹੁੰਦਾ ਜੋ ਸੁਪਰੀਮ ਹੈ, ਸ਼੍ਰੋਮਣੀ ਹੈ, ਮੁਖੀ ਕਹਿੰਦੇ। ਕੌਣ ਹੈ? ਅਕਾਲ ਪੁਰਖ। ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਨੇ, ਉਹ ਉਸ ਪਰਮਾਤਮਾ ਨਾਲ ਇੱਕਮਿਕ ਹੋ ਜਾਂਦੇ ਨੇ, ਜਿਹੜਾ ਪਰਮਾਤਮਾ ਹਰ ਤਰ੍ਹਾਂ ਦੇ ਡਰ ਨੂੰ ਖਤਮ ਕਰਨ ਵਾਲਾ ਹੈ ਤੇ ਸਭ ਦਾ ਮਾਲਕ ਹੈ। ਪ੍ਰਧਾਨ ਦਾ ਇਹ ਮਾਲਕ, ਸੁਪਰੀਮ, ਸ਼੍ਰੋਮਣੀ, ਜਿਹੜਾ ਮੇਨ ਹੁੰਦਾ ਹੈ, ਬਾਕੀ ਸਾਰੇ ਜਿਹਦੇ ਅੰਦਰ ਚੱਲਦੇ ਨੇ। ਉਹ ਪਰਮਾਤਮਾ ਜੋ ਸਭ ਦਾ ਮਾਲਕ ਹੈ, ਹਰ ਤਰ੍ਹਾਂ ਦੇ ਡਰ ਨੂੰ ਖਤਮ ਕਰਨ ਵਾਲਾ ਹੈ, ਉਹਦੇ ਨਾਲ ਜੁੜ ਜਾਂਦੇ ਹਨ। ਗੁਰਮੁਖ ਕਰਨੀ ਕਾਰ ਕਰਾਏ। ਜਿਹੜੇ ਗੁਰਮੁਖ ਜੀਵਨ ਨੇ, ਉਹ ਆਪ ਤੇ ਕਰਨੀ ਕਰਦੇ ਨੇ ਗੁਰੂ ਦੇ ਕਹੇ ਮੁਤਾਬਕ। ਉਹ ਦੂਜਿਆਂ ਕੋਲੋਂ ਵੀ ਗੁਰੂ ਦੇ ਕਹੇ ਮੁਤਾਬਕ ਕਰਾਉਂਦੇ ਕਿ ਭਾਈ ਗੁਰੂ ਦਾ ਆਹ ਹੁਕਮ, ਗੁਰੂ ਦੇ ਹੁਕਮ ਦੇ ਮੁਤਾਬਕ ਚੱਲੋ। ਨਾਨਕ ਗੁਰਮੁਖ ਮੇਲ ਮਿਲਾਏ। ਇਹ ਨਾਨਕ ਜਿਹੜੇ ਗੁਰਮੁਖ ਜੀਵਨ ਨੇ, ਉਹ ਆਪ ਤੇ ਪਰਮਾਤਮਾ ਦੇ ਨਾਲ ਇੱਕਮਿਕ ਹੋਏ ਨੇ, ਉਹ ਦੂਜਿਆਂ ਦਾ ਵੀ ਪਰਮਾਤਮਾ ਦੇ ਨਾਲ ਹੀ ਮੇਲ ਜੋੜ ਬਣਾਉਂਦੇ ਨੇ, ਪਰਮਾਤਮਾ ਨਾਲ ਸਾਂਝ ਬਣਾਉਂਦੇ ਨੇ। ਗੁਰਮੁਖ ਸ਼ਾਸਤਰ ਸਿਮਰਤ ਵੇਦ।
ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਨੇ, ਗੁਰਮੁਖ ਜੀਵਨ ਨੇ, ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਹੀ ਉਹਨਾਂ ਲਈ ਧਰਮ ਗ੍ਰੰਥ ਹੈ। ਉਹ ਕਿਸੇ ਹੋਰ ਸ਼ਾਸਤਰ ਸਿਮਰਤ ਬੇਦਰਦ ਦੀ ਧਰਮ ਗ੍ਰੰਥ ਜਿਨ੍ਹਾਂ 'ਚ ਵਿਧੀਆਂ, ਤਰੀਕੇ, ਸਾਧਨਾ ਦੱਸੀਆਂ ਹੁੰਦੀਆਂ, ਉਹਨਾਂ ਲਈ ਹਰ ਤਰ੍ਹਾਂ ਦਾ ਸਾਧਨ, ਹਰ ਤਰ੍ਹਾਂ ਦਾ ਅਭਿਆਸ, ਹਰ ਤਰ੍ਹਾਂ ਦਾ ਤਰੀਕਾ ਜਿਹੜਾ ਹੈ ਗੁਰੂ ਦੇ ਦੱਸੇ ਹੋਏ ਜਾਂ ਗੁਰੂ ਦੇ ਹੁਕਮ ਵਿੱਚ ਚੱਲਣਾ ਜਿਹੜਾ ਹੈ ਇਹੀ ਹੈ। ਉਹ ਹੋਰ ਕਿਸੇ ਰਸਤੇ ਜਾਂ ਹੋਰ ਕਿਸੇ ਸਾਧਨ ਵੱਲ ਜਾਂਦੇ ਹੀ ਨਹੀਂ। ਉਹ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਦਰਵਾਜ਼ੇ ਵੱਲ ਦੇਖਦੇ ਹੀ। ਗੁਰਮੁਖ ਪਾਵੈ ਘਟ ਘਟ ਭੇਦ, ਜਿਹੜੇ ਗੁਰਮੁਖ ਜੀਵਨ ਨੇ, ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣ ਵਾਲੇ ਨੇ, ਜਿਹੜਾ ਪਰਮਾਤਮਾ ਹਰੇਕ ਹਿਰਦੇ ਦੇ ਵਿੱਚ ਹੈ, ਘਟ ਘਟ ਵਿੱਚ ਹੈ, ਉਸ ਪਰਮਾਤਮਾ ਬਾਰੇ ਸਮਝ ਜਾਂਦੇ ਨੇ, ਉਹਦਾ ਭੇਦ ਆ ਜਾਂਦਾ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ, ਜ਼ਰੇ ਜ਼ਰੇ ਕਣ ਕਣ ਰੋਮ ਰੋਮ ਵਿੱਚ ਵਰਤਦਾ ਹੈ। ਉਹਨਾਂ ਨੂੰ ਪਤਾ ਹੈ ਇਹ ਜੋ ਕਰਦਾ ਹੈ ਉਹ ਬਦਲਦਾ ਨਹੀਂ ਹੈ। ਪਰਮਾਤਮਾ ਦੀ ਕਰਨੀ ਅਟਲ ਹੈ। ਜੇ ਪਰਮਾਤਮਾ ਅਟਲ ਹੈ, ਉਹਦੀ ਕਰਨੀ ਵੀ ਅਟਲ ਹੈ। ਗੁਰੂ ਜੀ ਨੂੰ ਪੁੱਛ ਲੈਂਦੇ, ਗੁਰੂ ਜੀ ਕਹਿੰਦੇ ਨੇ ਪੂਰੇ ਕਾ ਕੀਆ ਸਭ ਕੁਛ ਪੂਰਾ। ਜੇ ਪਰਮਾਤਮਾ ਅਟਲ ਹੈ, ਉਹ ਜੋ ਕਰਦਾ ਉਹ ਵੀ ਅਟਲ ਹੈ, ਜੋ ਪੂਰਾ ਹੈ ਉਹਨੇ ਜੋ ਕੀਤਾ ਉਹ ਵੀ ਪੂਰਾ ਹੈ। ਅਧੂਰਾ ਕਰ ਹੀ ਨਹੀਂ ਸਕਦਾ, ਹੈ ਹੀ ਨਹੀਂ ਅਧੂਰਾ ਪਰ ਉਹਦੇ ਕੋਲ। ਫਿਰ ਕਈ ਵਾਰ ਆਪਾਂ ਸੋਚਾਂਗੇ ਸਾਡੇ ਜੀਵਨ 'ਚ ਖੁਸ਼ੀਆਂ ਅਧੂਰੀਆਂ ਕਿਉਂ ਨੇ, ਸੁੱਖ ਅਧੂਰੇ ਕਿ ਬਹੁਤ ਸਾਰੇ ਮਿਲਣਗੇ। ਭਾਈ ਸਾਹਿਬ ਰੱਬ ਨੇ ਸੁੱਖ ਤੇ ਦਿੱਤੇ ਆ ਪਰ ਪੂਰੇ ਨਹੀਂ ਦਿੱਤੇ। ਰੱਬ ਨੇ ਖੁਸ਼ੀ ਤੇ ਦਿੱਤੀ, ਪੂਰੀ ਨਹੀਂ ਦਿੱਤੀ। ਉਹਨੇ ਸਾਰਾ ਕੁਝ ਪੂਰਾ ਹੀ ਦਿੱਤਾ ਹੈ। ਅਸਲ ਵਿੱਚ ਉਹਦੀ ਦਿੱਤੀ ਹੋਈ ਖੁਸ਼ੀ ਦੇ ਵਿੱਚੋਂ ਅਸੀਂ ਪੂਰੀ ਖੁਸ਼ੀ ਲੈ ਨਹੀਂ ਪਾ ਰਹੇ। ਸਾਡਾ ਭਾਂਡਾ ਛੋਟਾ ਹੈ, ਸਾਡੀ ਸਮਝ ਛੋਟੀ ਹੈ, ਇਹਦੀ ਜੋ ਪੂਰੀ ਖੁਸ਼ੀ ਲੈਣੀ ਕਿਵੇਂ, ਇਹਦੀ ਸਮਝ ਹੀ ਨਹੀਂ ਸਕਦਾ। ਮੈਂ ਮਸਕੀਨ ਜੀ ਹੋਰਾਂ ਦੀ ਸੁਣ ਰਿਹਾ ਸੀ ਕਥਾ, ਉਹਨੇ ਇੱਕ ਲਤੀਫਾ ਸੁਣਾਇਆ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਜਿੰਨੇ ਵੀ ਇਹ ਵਿਦਵਾਨ ਸੱਜਣ ਸੁਣਦਾ ਵੀ ਹੈ ਤੇ ਪੜ੍ਹਦਾ ਵੀ ਹੈ, ਕੋਈ ਕੀਮਤੀ ਮੋਤੀ ਉਹਨਾਂ ਦੇ ਜੀਵਨ ਚੋਂ ਮਿਲ ਜੇ, ਉਹਨਾਂ ਦੇ ਬੋਲਾਂ ਚੋਂ ਮਿਲ ਜੇ, ਉਹ ਜੀਵਨ ਵਿੱਚ ਬਹੁਤ ਸਹਾਇਕ ਹੁੰਦੇ ਨੇ ਸਾਡੇ ਲਈ। ਉਹ ਕਹਿੰਦੇ ਇੱਕ ਦਰਿਆ ਦੇ ਵਿੱਚ 3 ਘਰ ਸੀ, ਉਹਨਾਂ ਦੀਆਂ ਔਰਤਾਂ ਬੀਬੀਆਂ ਪਾਣੀ ਲੈਣ ਵਾਸਤੇ ਚਲੀ ਗਈਆਂ। ਇੱਕ ਦੇ ਕੋਲ 3 ਘੜੇ ਬਰਤਨ ਜਿਹੜੇ ਵੱਡੇ ਵੱਡੇ, ਇੱਕ ਕੋਲ 2 ਹੈ, ਇੱਕ ਦੇ ਕੋਲ 1 ਲੋਟਾ ਹੈ। ਹੁਣ ਤਿੰਨਾਂ ਨੇ ਪਾਣੀ ਭਰ ਕੇ ਲੈ ਆਂਦਾ। ਜਿਹਦੇ ਕੋਲ 3 ਘੜੇ ਸੀ, ਸਾਰੇ ਪਰਿਵਾਰ ਨੇ ਰੱਜ ਕੇ ਪਾਣੀ ਪੀਤਾ, ਪਿਆਸ ਮਿਟਾਈ। ਅਜੇ ਵੀ 2 ਘੜੇ ਬਚੇ ਹੋਏ ਆ, ਕੱਲ ਵਾਸਤੇ ਪਾਣੀ ਹੈਗਾ। ਜਿਹਦੇ ਕੋਲ 2 ਸੀ, ਉਹਦੇ ਪਰਿਵਾਰ ਨੇ ਵੀ ਪੀਤਾ, ਅਜੇ ਵੀ 1 ਘੜਾ ਬਚਿਆ, ਸਾਰਾ ਦਿਨ ਪਿਆਸ ਮਿਟਾ ਸਕਦੇ ਆ। ਤੇ ਜਿਹਦੇ ਕੋਲ 1 ਲੋਟਾ ਸੀ, ਉਹਦੇ 1 ਜੀ ਨੇ ਪੀਤਾ ਤੇ ਪਾਣੀ ਖਤਮ ਹੋ ਗਿਆ। ਹੁਣ ਉਹ ਬੀਬੀ ਜਾ ਕੇ ਦਰਿਆ ਦੇ ਕੋਲ ਸ਼ਿਕਵਾ ਕਰਦੀ, ਤੂੰ ਵਿਤਕਰਾ ਕੀਤਾ, ਉਹਨੂੰ 3 ਘੜੇ ਦੇ ਦਿੱਤੇ ਪਾਣੀ ਦੇ, ਸਾਰਾ ਪਰਿਵਾਰ ਜਿਹੜਾ ਪੀ ਕੇ ਤੇ ਪਿਆਸ ਮਿਟਾਈ ਉਹਨੇ, ਕੱਲ ਵਾਸਤੇ ਵੀ ਪਾਣੀ ਹੈਗਾ। ਦੂਜੇ ਨੂੰ 2 ਘੜੇ ਦੇ, ਮੈਨੂੰ ਇੰਨਾ ਕੀ ਪਾਣੀ ਦਿੱਤਾ ਹੀ। ਕਹਿੰਦੇ ਦਰਿਆ ਜੋ ਜਵਾਬ ਦਿੰਦਾ ਹੈ ਤਾਂ ਲਤੀਫਾ ਹੀ ਹੈ ਨਾ, ਕਹਾਣੀ ਹੈ। ਕੀ ਕਹਿੰਦਾ, ਕਹਿੰਦਾ ਮੇਰੇ ਵੱਲੋਂ ਕੋਈ ਕਮੀ ਨਹੀਂ ਸੀ, ਮੈਂ ਤਾਂ ਇੱਕੋ ਜਿਹੇ ਪਾਣੀ ਤੁਹਾਡੇ ਦਿਨਾਂ ਲਈ ਬਹਾ ਰਿਹਾ। ਜੇ ਫਰਕ ਹੈ ਤਾਂ ਤੁਹਾਡੇ ਬਰਤਨ ਵਿੱਚ ਹੈ। ਜਿਹਦੇ ਕੋਲ 3 ਸੀ ਉਹਨੇ 3 ਭਰ ਲਏ, ਜਿਹਦੇ ਕੋਲ 2 ਉਹਨੇ 2 ਭਰ ਲਏ, ਤੇ ਕੋਈ ਹੈ ਹੀ 1 ਲੋਟਾ ਸੀ, ਮੈਂ ਕੀ ਕਰਾਂ। ਰੱਬ ਨੇ ਸਾਰਿਆਂ ਨੂੰ ਖੁਸ਼ੀਆਂ, ਸੁੱਖ, ਰਸ ਜ਼ਿੰਦਗੀ ਦਾ ਪੂਰਾ ਦਿੱਤਾ ਹੋਇਆ ਹੈ। ਉਹਦੇ ਸਮੁੰਦਰ ਦੀ ਤਰ੍ਹਾਂ, ਦਰਿਆ ਦੀ ਤਰ੍ਹਾਂ ਵਗ ਰਿਹਾ। ਸਾਡੀ ਕਰਨੀ, ਸਾਡੀ ਸਮਝ, ਸਾਡੀ ਸੋਚ, ਸਾਡੀ ਭਾਵਨਾ ਰੂਪੀ ਬਰਤਨ ਬੜੇ ਛੋਟੇ, ਬਹੁਤ ਛੋਟੇ। ਤੇ ਜੇ ਕਿਸੇ ਕੋਲ ਹੈ ਵੀ ਆ ਤਾਂ ਦਰਜੇ ਦੇ ਪੈ, ਭਾਂਡਾ ਆਤਮ ਮਲੀਨ, ਗੁਰਬਾਣੀ ਦਾ ਬਚਨ, ਭਾਂਡਾ ਹਸ਼ਾ ਸੋਏ ਜੋ ਤਿਸ ਭਾਵਸੀ, ਭਾਂਡਾ ਆਤਮ ਮਲੀਨ ਧੋਤਾ ਹਸ਼ਾ ਨਾ ਹੋਏ। ਖੇਡ ਜਿਹੜੀ ਸਾਡੀ ਉਹ ਸਾਡੇ ਉੱਤੇ, ਅਸੀਂ ਜੋ ਰੱਬ ਨੇ ਖੁਸ਼ੀ ਦਿੱਤੀ ਉਹਦੇ ਚੋਂ ਕੰਪਲੀਟ ਖੁਸ਼ੀ ਲੈਣੀ। ਜੇ ਅਧੂਰੀ ਖੁਸ਼ੀ ਮਿਲ ਰਹੀ ਹੈ ਤੇ ਕਿਤੇ ਨਾ ਕਿਤੇ ਸਾਡੇ 'ਚ ਉਕਾਈ ਹੈ। ਹੁਣ ਸਮਝ ਕਿਵੇਂ ਆ ਇਹਦੇ ਚੋਂ ਪੂਰੀ ਖੁਸ਼ੀ ਕਿਵੇਂ ਮਿਲੇ, ਕਿਹੜੀ ਉਕਾਈ ਸਾਡੇ ਅੰਦਰ। ਗੁਰੂ ਜੀ ਕਹਿੰਦੇ ਨਹੀਂ ਸਮਝ ਆ ਰਹੀ ਤੇ ਬਾਣੀ ਪੜ੍ਹ, ਬਾਣੀ ਦੱਸੇਗੀ ਤੂੰ ਕਿੱਥੋਂ ਕਮੀ, ਕਿਹੜੀ ਕਮੀ ਹੈ ਤੇਰੇ ਅੰਦਰ। ਗੁਰਬਾਣੀ ਸ਼ੀਸ਼ਾ ਹੈ,
ਇਹਦੇ ਵਿੱਚੋਂ ਤੈਨੂੰ ਤੇਰੇ ਜੀਵਨ ਦੀ ਤਸਵੀਰ ਦਿਸ ਪਏਗੀ, ਤੇਰੇ ਜੀਵਨ ਦੀ ਹਕੀਕਤ ਤੈਨੂੰ ਤੱਕ। ਇਸੇ ਲਈ ਕੁਰਬਾਨੀ ਜਿਹੜੀ ਹੈ ਸਾਨੂੰ ਜ਼ਿਆਦਾ ਪਸੰਦ ਨਹੀਂ ਆਉਂਦੀ, ਕਿਉਂਕਿ ਉਹ ਸਾਡੀ ਜੀਵਨ ਦੀ ਰਿਐਲਿਟੀ ਸਾਨੂੰ ਦਿਖਾਉਂਦੀ ਹੈ। ਜਿਹੜੇ ਹੋਰ ਹੁੰਦੇ ਨਾ ਕਹਾਣੀਆਂ ਤੇ ਦੂਜੀਆਂ ਤੀਜੀਆਂ ਸਾਖੀਆਂ ਤੇ ਚਮਤਕਾਰੀ ਗੱਲਾਂ, ਉਹ ਬੜੀਆਂ ਪਿਆਰੀਆਂ ਲੱਗਦੀਆਂ, ਬੜੀਆਂ ਮਿੱਠੀਆਂ ਲੱਗਦੀਆਂ, ਅੱਖਾਂ ਬੰਦ ਕਰਕੇ ਝੂਮ ਝੂਮ ਕੇ ਸੁਣਦੇ। ਕਿਉਂ? ਕਿਉਂਕਿ ਉਹ ਸਾਡੇ ਜੀਵਨ ਦੀ ਰਿਐਲਿਟੀ ਨਹੀਂ ਸਾਨੂੰ ਦਿਖਾਉਂਦੀ। ਸਾਨੂੰ ਇੱਕ ਝੂਠੀ ਆਸ ਦੇ ਹੈ, ਝੂਠੀ ਆਸ ਕਿ ਆ ਚਮਤਕਾਰ ਹੋ ਜਾਂਦਾ ਹੈ, ਸੋਚ ਸਾਡੇ ਵੀ ਚਮਤਕਾਰ ਹੋ ਜੂ ਸ਼ਾਇਦ। ਰੱਬ ਨੇ ਸਾਨੂੰ ਮਨੁੱਖਾ ਜੀਵਨ ਦਿੱਤਾ, ਤੋਂ ਵੱਡਾ ਚਮਤਕਾਰ ਹੈ ਹੀ ਕੋਈ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਇਹ ਰੱਬ ਦਾ ਚਮਤਕਾਰ ਹੈ, ਉਹਦੀ ਕਿਰਪਾ ਬਖਸ਼ਿਸ਼, ਇਹ ਤੋਂ ਵੱਡੀ ਹੋਰ ਕੋਈ ਖੇਡ ਨਹੀਂ। ਹੁਣ ਗਾਂ ਜੀਵਨ ਵਿੱਚ ਖੁਸ਼ੀਆਂ, ਸੁੱਖ, ਰਸ, ਆਨੰਦ ਜਿਹੜਾ ਹੈ ਉਹ ਗੁਰਬਾਣੀ ਦੇ ਗਿਆਨ ਦੇ ਮੁਤਾਬਕ ਚੱਲ ਕੇ ਅਸੀਂ ਲੈਣਾ ਇਸ ਜੀਵਨ ਦੇ ਵਿੱਚ। ਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਗੁਰਮੁਖ ਵੈਰ ਵਿਰੋਧ ਗਵਾਵੈ। ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਨੇ ਉਹਨਾਂ ਦੇ ਜੀਵਨ ਵਿੱਚ ਨਾ ਵੈਰ ਤੇ ਨਾ ਵਿਰੋਧਤਾ। ਮੈਂ ਤਾਂ ਪਹਿਲਾਂ ਬੇਨਤੀ ਕੀਤੀ, ਅਸੀਂ ਤੇ 99% ਧਰਮ ਦੇ ਕਰਮ ਹੀ ਰੱਬ ਦੀ ਕਰਨੀ ਦੀ ਵਿਰੋਧਤਾ ਨਹੀਂ ਕਰਦੇ ਕਿ ਰੱਬ ਜੀ ਜੋ ਤੁਸੀਂ ਕਰ ਰਹੇ ਸਾਨੂੰ ਮਨਜ਼ੂਰ ਨਹੀਂ, ਇਹਨੂੰ ਬਦਲਣਾ ਹੈ। ਜੋ ਤੁਸੀਂ ਕਰ ਰਹੇ ਸ਼ੁਕਰ ਹੈ ਤੁਹਾਡਾ, ਸ਼ੁਕਰਾਨੇ ਵਾਹਿਦ ਤੇ ਸਾਡੇ ਚ ਰਹੀ ਨਹੀਂ ਦੀ ਗੱਲ। ਮੈਂ ਅਕਸਰ ਬੇਨਤੀ ਕਰਦਾ ਹਾਂ, ਰੱਬ ਨੇ ਇੰਨਾ ਕੁਛ ਸਾਨੂੰ ਦਿੱਤਾ, ਸਾਡਾ ਤੇ ਵੀ ਸਾਡੀਆਂ ਆਉਣ ਵਾਲੀ ਪੀੜ੍ਹੀਆਂ ਵਾਸਤੇ ਵੀ ਬਹੁਤ ਕੁਛ ਹੈ। ਆਪਾਂ ਆਪਣੇ ਘਰਾਂ 'ਚ ਝਾਤ ਮਾਰੀਏ ਨਾ, ਜਾਂ ਜੋ ਕੁਝ ਵੀ ਸਾਡੇ ਕੋਲ ਹੈ, ਜਾਂ ਜਿੱਥੋਂ ਤੱਕ ਲਾਇਕ ਬੱਚਿਆਂ ਨੂੰ ਬਣਾ ਦਿੱਤਾ ਹੈ ਆਪਾਂ, ਉਹਨਾਂ ਕੋਲ ਝਾਤ ਮਾਰੀ ਕਈ ਪੀੜ੍ਹੀਆਂ ਤੱਕ ਹੈ। ਪਰ ਅੱਜ ਤੱਕ ਮੈਂ ਐਸਾ ਬਹੁਤ ਘੱਟ ਹੈਨ ਵਿਰਲੇ, ਨਾ ਹੀ ਘਣੇ, ਕਦੀ ਕੋਈ ਚੀਜ਼ ਖਤਮ ਨਹੀਂ ਹੁੰਦੀ, ਪਰ ਬਹੁਤ ਘੱਟ ਨੇ ਐਸੇ ਲੋਕ ਨੇ ਜਿਹੜੇ ਜਦੋਂ ਕਿਤੇ ਗੁਰੂ ਦੀ ਹਜ਼ੂਰੀ ਚਾਹੇ ਉਹਨਾਂ ਨੇ ਕਹੇ ਰੱਬ ਜੀ ਬਹੁਤ ਕੁਛ ਦਿੱਤਾ, ਹੁਣ ਹੋਰ ਨਹੀਂ ਚਾਹੀਦਾ ਮੈਨੂੰ, ਸ਼ੁਕਰ ਹੈ ਤੇਰਾ ਬਹੁਤ ਕੁਛ ਦਿੱਤਾ ਮੈਨੂੰ। ਹਾਂ, ਕੁਛ ਨਾ ਕੁਛ ਚਾਹੀਦਾ, ਬਹੁਤ ਕੁਛ ਹੋਣ ਦੇ ਬਾਵਜੂਦ ਵੀ ਕੁਛ ਨਾ ਕੁਛ ਚਾਹੀਦਾ, ਕਿਉਂਕਿ ਜੋ ਰੱਬ ਨੇ ਕੀਤਾ ਹੈ ਅਸੀਂ ਉਹਦੇ ਤੇ ਸੰਤੁਸ਼ਟ ਨਹੀਂ ਹਾਂ, ਸੈਟਿਸਫਾਈ ਨਹੀਂ। ਖੁਸ਼ੀ ਤੇ ਸੁੱਖ ਦਾ ਸੰਬੰਧ ਸੰਤੁਸ਼ਟੀ ਦੇ ਨਾਲ। ਜੇ ਸੈਟਿਸਫਾਈ ਹੈ, ਖੁਸ਼ੀ ਵੀ ਸਾਡੇ ਕੋਲ ਰੱਜਵੀਂ, ਖੁਸ਼ੀਆਂ ਤੇ ਸੁੱਖ ਵੀ ਰੱਜਵੇਂ ਹੋਵੇ। ਜੇ ਸੈਟਿਸਫਾਈ ਨਹੀਂ, ਚਾਹੇ ਜੋ ਕੁਛ ਮਰਜ਼ੀ ਸਾਡੇ ਕੋਲ ਹੋਵੇ, ਕਦੇ ਖੁਸ਼ ਨਹੀਂ ਹੋ ਸਕਦੇ ਤੇ ਕਦੇ ਸੁਖੀ ਨਹੀਂ ਰਹਿ ਸਕਦੇ। ਇਸ ਲਈ ਸਿਆਣੇ ਪੁਰਸ਼ ਪਤਾ ਕੀ ਕਹਿੰਦੇ ਹੁੰਦੇ ਆ? ਉਹ ਕਹਿੰਦੇ ਹੁੰਦੇ ਆ, ਜਦੋਂ ਦੁਨੀਆ ਦੇ ਸੁੱਖ ਵੇਖਣੇ ਉਹਨਾਂ ਵੱਲ ਦੇਖੋ ਜਿਨ੍ਹਾਂ ਕੋਲ ਨਹੀਂ ਦਿਖਾਈ ਦੇ ਰਹੇ, ਤਾਂ ਕਿ ਤੁਹਾਡੇ ਅੰਦਰ ਸੰਤੁਸ਼ਟੀ ਆਵੇ। ਆਹ ਚੀਜ਼ ਸਾਨੂੰ ਰੱਬ ਨੇ ਦਿੱਤੀ ਆ। ਜੇ ਸਰੀਰ ਤੋਂ ਖੁਸ਼ ਨਹੀਂ ਹੋ, ਕਿਤੇ ਉਹਨੂੰ ਦੇਖੋ ਜਿਹਦੇ ਕੋਲ ਤੰਦਰੁਸਤੀ ਨਹੀਂ ਹੈਗੀ, ਪਤਾ ਲੱਗੇਗਾ ਵੀ ਹਾਂ ਨਹੀਂ, ਬੜੀ ਕਿਰਪਾ ਰੱਬ ਦੀ, ਬੜੀ ਬਖਸ਼ਿਸ਼ ਹੈ ਰੱਬ ਦੀ, ਤੰਦਰੁਸਤ ਆ, ਗੁਰੂ ਰਹਿਮਤ ਕਰੇ। ਗੁਰਮੁਖ ਸਗਲੀ ਗਣਤ ਮਿਟਾਵੇ। ਹਿਸਾਬ ਕਿਤਾਬ, ਗਣਤ ਦਾ ਅਰਥ ਕੀ ਹੈ? ਹਿਸਾਬ ਕਿਤਾਬ। ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਮਾਰਗ ਤੇ ਚੱਲਦੇ ਨੇ ਉਹ ਕਦੇ ਲੇਖੇ ਜੋਖੇ ਨਹੀਂ ਕਰਦੇ। ਸਾਨੂੰ ਤੇ ਬਾਬਿਆਂ ਨੇ ਗੱਲ ਹੀ ਸਮਝਾਤੀ, ਇੰਨੀਆਂ ਮਾਲਾ ਇੰਨੀਆਂ ਤੇ ਇੰਨੇ ਗਿਣਤੀ ਦੇ ਪਾਠ ਇੰਨੇ। ਗੁਰੂ ਪਿਆਰੀ ਸਾਹਿਬ ਸੁਖਮਨੀ ਸਾਹਿਬ ਦੇ ਇੰਨੇ ਗਿਣਤੀ ਦੇ ਪਾਠ ਕਰ ਲਓ, ਪੂਰੇ ਗੁਰੂ ਗ੍ਰੰਥ ਸਾਹਿਬ ਦਾ ਮਹੱਤਵ ਮਿਲ ਜਾਂਦਾ। ਗਿਣਤੀਆਂ ਚ ਉਲਝਾ ਛੱਡਿਆ। ਗੁਰੂ ਬਾਣੀ ਚ ਕਹਿੰਦਾ ਲੇਖਾ ਛੋੜ ਅਲੇਖਾ ਛੂਟੈ। ਲੇਖਾ ਤੇ ਪੜਵਾਉਣਾ ਸੀ ਅਸੀਂ, ਗੁਰੂ ਨਾਲ ਲੇਖਾ ਹੀ ਜੋੜ ਕੇ ਬੈਠੇ। ਲੇਖੇ ਚ ਸਾਰੀ ਚੀਜ਼, ਜੇ ਲੇਖੇ ਦੀ ਗੱਲ ਹੋਵੇ ਕਦੇ ਉਸ ਚੀਜ਼ ਨੂੰ ਹਿਸਾਬ ਕਿਤਾਬ ਕਰਕੇ ਦੇਖੀਏ ਕਿ ਹੁਣ ਤੱਕ ਕਿੰਨੇ ਸਵਾਸ ਲਏ ਜਿਹੜੇ ਰੱਬ ਨੇ ਸਾਨੂੰ ਦਿੱਤੇ ਆ। ਹਵਾ ਵਗਦੀ ਸਾਡੀ ਤੇ ਨਹੀਂ ਨਾ, ਜਿੰਨਾ ਪਾਣੀ ਅੱਜ ਤੱਕ ਆਪਾਂ ਪੀਤਾ ਸਾਡਾ ਤਾਂ ਨਹੀਂ ਨਾ, ਇਹ ਰੱਬ ਦੀ ਬਖਸ਼ਿਸ਼ ਹੈ, ਰੱਬ ਦੀ ਰਹਿਮਤ ਹੈ। ਪਰਮਾਤਮਾ ਕੋਲੋਂ ਅਸੀਂ ਮੰਗਦੇ ਹਾਂ ਕਿ ਕੋਈ ਹਿਸਾਬ ਕਿਤਾਬ ਨਾ ਰੱਖੀ, ਦੇਈ ਜਾ, ਕੋਈ ਹਿਸਾਬ ਕਿਤਾਬ ਨਹੀਂ ਹੋਵੇ। ਪਰ ਆਪ ਜਦੋਂ ਅਸੀਂ ਕਿਤੇ ਉਹਦੀ ਇਬਾਦਤ ਕਰਨੀ ਹੈ, ਉਹਦਾ ਧੰਨਵਾਦ ਕਰਨਾ ਹੈ, ਉਹਦਾ ਸ਼ੁਕਰਾਨਾ ਕਰਨਾ, ਉਹਦੀ ਸਿਫਤ ਸਲਾਹ ਕਰਨੀ ਹੈ, ਉਦੋਂ ਗਿਣਤੀਆਂ। ਕਈ ਤੇ ਇਹੋ ਜਿਹੇ ਭੋਲੇ ਖੁਸ਼ ਵੀ ਮੈਂ ਵੇਖੇ ਨੇ, ਜੇ ਕਿਸੇ ਬਾਬੇ ਨੇ ਕਹਿ ਤਾ ਨਾ 21 ਵਾਰ, ਉਹਨਾਂ ਦੇ ਦਿਮਾਗ 'ਚ ਇਹ ਨਹੀਂ ਕਿਤੇ 20 ਵਾਰ ਨਾ ਰਹਿ ਜਾਏ ਜਾਂ 22 ਵਾਰ ਨਾ ਹੋ ਜਾਏ, 21 ਤੋਂ ਵੱਧ ਘੱਟ ਨਾ ਕਿਤੇ ਹੋ ਜਾਏ।
ਇਹਦਾ ਮਤਲਬ ਸੁੱਤ ਦੇ ਵਿੱਚ, ਧਿਆਨ ਵਿੱਚ ਜਿਹੜਾ ਜਾਪ ਕਰ ਰਹੇ ਉਹਦਾ ਕੋਈ ਸੰਬੰਧ ਨਹੀਂ। ਉਹ ਤੇ ਸੂਈ ਉੱਥੇ ਖੜੀ। ਕਿਉਂਕਿ ਇਹ ਇਸੇ ਕਰਕੇ ਦੁਕਾਨਾਂ ਜ਼ਿਆਦਾ ਚੱਲਦੀਆਂ ਨੇ ਧਰਮ ਦੇ ਨਾਂ ਤੇ, ਕਿ ਮਨੁੱਖ ਦਾ ਜਿਹੜਾ ਮਨ ਹੈ, ਧਿਆਨ ਹੈ, ਉਹ ਇੱਧਰ ਨਾ ਜੁੜ ਜਾਏ। ਜੇ ਇੱਧਰ ਧਿਆਨ ਜੁੜ ਗਿਆ ਤਾਂ ਸਮਝ ਆ ਜਾਣੀ ਸੌਖੇ ਕਰਨ ਵਾਲਾ। ਮੈਂ ਦਮਦਮਾ ਸਾਹਿਬ ਤੋਂ ਗੁਰਮਤਿ ਦੀ ਵਿਦਿਆ ਸਿੱਖੀ ਤੇ ਜਿਹੜੇ ਸਾਡੇ ਪ੍ਰਿੰਸੀਪਲ ਸੀ ਨਾ, ਉਹਨਾਂ ਨੇ ਜਦੋਂ ਸਾਨੂੰ ਪੜ੍ਹਾਉਣਾ ਤੇ ਉਹਨਾਂ ਦਾ ਇਹ ਚੀਜ਼ ਤੇ ਬਹੁਤ ਜ਼ੋਰ ਹੁੰਦਾ ਸੀ ਕਿ ਜੋ ਬਾਣੀ ਵਿੱਚ ਲਿਖਿਆ ਹੈ ਨਾ ਗੁਰੂ ਸਾਹਿਬ ਨੇ, ਇਹ ਸੱਚ ਹੈ ਤੇ ਜੋ ਰੱਬ ਕਰਦਾ ਬਦਲਦਾ ਨਹੀਂ। ਇਸ ਲਈ ਕਿਤੇ ਭਰਮਾਂ ਚ ਨਾ ਪਿਓ, ਭਰਮਾਂ ਭੁਲੇਖਾਂ ਪੜਾਓ ਜਿਹੜਾ ਸੀ ਉਹ ਰੱਦ ਕਰਦੇ ਹੁੰਦੇ ਸੀ। ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਇੱਕ ਮਾਤਾ ਉਹਨਾਂ ਕੋਲ ਆ ਗਈ ਤੇ ਕਲਾਸ ਸਾਡੀ ਲੱਗੀ ਸੀ। ਉਹ ਮਾਤਾ ਜਾਣਦੀ ਸੀ ਕਿ ਇਹ ਬਾਣੀ ਪੜ੍ਹਦਾ ਵੀ ਹੈ, ਬੱਚਿਆਂ ਨੂੰ ਵੀ ਪੜ੍ਹਾਉਂਦਾ ਹੈ। ਤੇ ਉਹ ਕਹਿਣ ਲੱਗੀ ਕਿ ਜਦੋਂ ਉਹ ਆਏ ਨਾ ਤੇ ਮਿਲੇ ਤੇ ਉਹ ਕਹਿੰਦੀ ਵੀ ਮੈਂ ਤੁਹਾਡੇ ਕੋਲ ਤਾਂ ਗਿਆਨੀ ਜੀ ਆਈ ਹਾਂ, ਆ ਮੇਰੀ ਨੂੰਹ ਵਾਸਤੇ 5-6 ਸਾਲ ਹੋ ਗਏ ਵਿਆਹ ਨੂੰ, ਅਜੇ ਤੱਕ ਕੋਈ ਧੀ ਪੁੱਤ ਨਹੀਂ ਹੋਇਆ, ਤੇ ਤੁਸੀਂ ਬਾਣੀ ਪੜ੍ਹਦੇ ਹੋ, ਬੱਚਿਆਂ ਨੂੰ ਵੀ ਪੜ੍ਹਾਉਂਦੇ ਹੋ, ਤੇ ਬੜੀ ਤੁਹਾਡੇ ਤੇ ਕਿਰਪਾ ਹੈ, ਤੁਸੀਂ ਗੁਰੂ ਦੇ ਬਹੁਤ ਨੇੜੇ ਨੇ, ਤੁਸੀਂ ਅਰਦਾਸ ਕਰਕੇ ਦੀ ਝੋਲੀ ਵਿੱਚ ਫਲ ਪਾ ਦਿਓ, ਰੱਬ ਕਿਤੇ ਕੋਖਾ ਨਹੀਂ ਕਰਦੇ। ਅੱਛਾ, ਉਹਨਾਂ ਦਾ ਆਪਣਾ ਸੀ, ਕਿਉਂਕਿ ਉਹ ਵਿਦਵਾਨ ਸੱਜਣ ਸੀ, ਉਹਨਾਂ ਨੂੰ ਪਤਾ ਸੀ ਮਨੁੱਖ ਦੀ ਥਿੰਕਿੰਗ ਕਿਹੋ ਜਿਹੀ ਹੁੰਦੀ ਹੈ। ਉਹ ਕਹਿਣ ਲੱਗੇ ਮਾਤਾ ਲੈ ਇਹ ਤੇ ਬਹੁਤ ਚੰਗੀ ਗੱਲ ਹੈ, ਮੈਂ ਅਰਦਾਸ ਕਰਕੇ ਝੋਲੀ 'ਚ ਫਲ ਪਾਵਾਂਗਾ, ਪਰ ਉਸ ਤੋਂ ਪਹਿਲਾਂ ਇੱਕ ਕੰਮ ਕਰੋ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਤੁਸੀਂ ਘਰ ਜਾਓ ਤੇ 40 ਦਿਨ ਸੁਖਮਨੀ ਸਾਹਿਬ ਦਾ ਪਾਠ ਕਰੇ ਬੱਚੀ, ਫਿਰ ਨਾਲੇ ਆਪਾਂ ਕੀਤੇ ਪਾਠ ਦੀ ਅਰਦਾਸ ਕਰਾਂਗੇ। ਪਰ ਇੱਕ ਗੱਲ ਧਿਆਨ ਰੱਖਿਓ, ਬਾਣੀ ਤੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਉਹਦੇ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਤੁਹਾਡਾ। ਕਹਿਣ ਲੱਗੇ ਵੀ ਭਰੋਸੇ ਦੇ ਉੱਤੇ ਤੇ ਸਾਰੀ ਖੇਡ ਖੜੀ ਚਲੇ ਗਏ। ਤਾਂ ਅਸੀਂ ਜਿੰਨੇ ਵੀ ਸਟੂਡੈਂਟ ਸੀ ਨਾ, ਅਸੀਂ ਆਪਸ ਵਿੱਚ ਸਾਡੀ ਘੁਸਰ ਮੁਸਰ ਸ਼ੁਰੂ ਹੋ ਗਈ ਕਿ ਸਾਨੂੰ ਕਹਿੰਦੇ ਭਰਮ ਨੇ ਤੇ ਆਪ ਸਾਡੇ ਸਾਹਮਣੇ ਭਰਮ ਚ ਪਾਤਾ ਮਾਤਾ ਨੂੰ। ਜਿਹੜੀਆਂ ਗੱਲਾਂ ਤੋਂ ਸਾਨੂੰ ਕਹਿੰਦੇ ਵੀ ਨਹੀਂ ਵਰਜਦੇ ਨੇ ਤੇ ਸਾਡੇ ਸਾਹਮਣੇ ਕਰੀ ਜਾਂਦੇ ਆ। 40 ਦਿਨ ਲੰਘ ਗਏ, ਸਭ ਐਸਾ ਬਣਿਆ ਕਿ ਕਲਾਸ ਲੱਗੀ ਸੀ ਤੇ ਮਾਤਾ ਫੇਰ ਆਈ 40 ਦਿਨਾਂ ਬਾਅਦ ਉਸ ਆਪਣੀ ਨੂੰਹ ਨੂੰ ਲੈ ਕੇ ਨਾਲ। ਕਹਿਣ ਲੱਗੀ ਗਿਆਨੀ ਜੀ ਚਲੋ ਅਰਦਾਸ ਕਰ ਦਿਓ, 40 ਦਿਨ ਪੂਰੇ ਹੋ ਗਏ। ਕਹਿਣ ਲੱਗੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਉਹ ਭੈਣ ਜੀ ਕਹਿਣ ਲੱਗੇ ਹਾਂ ਮੈਂ ਪਾਠ ਕੀਤਾ 40 ਦਿਨ ਲਗਾਤਾਰ। ਕਹਿੰਦੇ ਮੈਂ ਕਿਹਾ ਬਾਣੀ ਦੇ ਉੱਤੇ ਭਰੋਸਾ ਰੱਖਿਓ, ਭਰੋਸਾ ਪੂਰਾ ਨਾ ਬਾਣੀ ਤੇ। ਕਹਿਣ ਲੱਗੇ ਹਾਂ। ਕਹਿਣ ਲੱਗੇ ਫਿਰ ਤੁਸੀਂ ਪੜ੍ਹਿਆ ਹੋਣਾ ਮਾਨੁਖ ਕੀ ਟੇਕ, ਪੜ੍ਹੋ ਸਾਰੇ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸ ਕੈ ਜੀਐ ਰਹਿ ਅਕਾਏ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਰ। ਕਹਿੰਦੇ ਭੈਣਾ 40 ਵਾਰ ਪੜ੍ਹਿਆ, ਫਿਰ ਇੱਥੇ ਭਰੋਸਾ ਤਾਂ ਨਹੀਂ ਨਾ ਕੀਤਾ। ਜੇ ਭਰੋਸਾ ਕੀਤਾ ਤਾਂ ਫਿਰ ਮੇਰੇ ਕੋਲ ਤਾਂ ਨਾ, ਜੇ ਫਿਰ ਵੀ ਮੇਰੇ ਕੋਲ ਇਹਦਾ ਮਤਲਬ ਹੈ ਕਿ ਜੋ ਤੂੰ ਜ਼ਬਾਨ ਨਾਲ ਬੋਲਿਆ ਤੈਨੂੰ ਉਹਦੇ ਤੇ ਵਿਸ਼ਵਾਸ ਨਹੀਂ ਹੈ। ਜੋ ਗੁਰੂ ਜੀ ਨੇ ਕਿਹਾ ਤੈਨੂੰ ਉਹਦੇ ਤੇ ਭਰੋਸਾ ਵਿਸ਼ਵਾਸ ਨਹੀਂ ਹੈ। ਗੁਰੂ ਦੇ ਸਾਹਮਣੇ ਖੜ ਕੇ ਹੱਥ ਜੋੜ ਕੇ ਕਹਿੰਦੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਉਤਸ਼ਾਹ ਦਾਨ, ਭਰੋਸਾ ਦਾਨ। ਫਿਰ ਭਰੋਸੇ ਦੀ ਖੇਡ ਗਈ ਕਿੱਥੇ? ਗੁਰੂ ਰਹਿਮਤ ਕਰੇ ਕਿਤੇ ਸਾਡੀਆਂ ਅੱਖਾਂ ਖੁੱਲ ਜਾਣ, ਸਾਨੂੰ ਇਸ ਖੂਬਸੂਰਤ ਜਿਹੜਾ ਫਲਸਫਾ ਹੀ ਸਮਝ ਆ ਜਾਏ। ਇਹਨਾਂ ਗਿਣਤੀਆਂ ਮਿਣਤੀਆਂ ਦੇ ਚੱਕਰਾਂ ਚੋਂ ਵੀ ਬਾਹਰ ਨਿਕਲੀਏ। ਗੁਰਮੁਖ ਸਗਲੀ ਗਣਤ ਮਿਟਾਵੇ, ਲੇਖਾ ਜੋਖਾ ਹਿਸਾਬ ਕਿਤਾਬ, ਈਰਖਾ ਦਵੈਸ਼ ਮੇਰ ਤੇ ਸਾਰੀ ਚੀਜ਼ਾਂ ਗੁਰਮੁਖ ਜਿਹੜੇ ਨੇ ਜੀਵਨ ਤੋਂ ਖਤਮ ਕਰ ਲੈਂਦੇ। ਗੁਰਮੁਖ ਰਾਮ ਨਾਮ ਰੰਗ ਲਾਤਾ, ਜਿਹੜਾ ਗੁਰਮੁਖ ਜੀਵਨ ਹੈ ਉਹ ਪਰਮਾਤਮਾ ਦੇ ਰੱਬੀ ਗੁਣਾਂ ਦੇ ਰੰਗ ਵਿੱਚ ਰਤਿਆ ਰਹਿੰਦਾ। ਪਰਮਾਤਮਾ ਦੇ ਗੁਣ ਕੀ ਨੇ? ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਇਹ ਉਹਦੇ ਗੁਣ ਨੇ ਸਾਰੇ। ਇਹਨਾਂ ਵਿੱਚ ਉਹਦਾ ਜੀਵਨ ਰੰਗਿਆ ਰਹਿੰਦਾ, ਨਿਰਵੈਰਤਾ ਚ ਰੰਗਿਆ ਰਹਿੰਦਾ, ਨਿਰਭਉਤਾ ਵਿੱਚ ਰੰਗਿਆ ਰਹਿੰਦਾ, ਕਰਤੇ ਦੇ ਰੰਗ ਵਿੱਚ ਰੰਗਿਆ ਰਹਿੰਦਾ। ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ।
ਇਹ ਨਾਨਕ ਜਿਹੜੇ ਗੁਰਮੁਖ ਜੀਵਨ ਨੇ ਉਹ ਪਰਮਾਤਮਾ ਅਕਾਲ ਪੁਰਖ ਨੂੰ ਪਹਿਚਾਣ ਲੈਂਦੇ ਨੇ, ਉਹ ਫਿਰ ਭੁਲੇਖਿਆਂ 'ਚ ਨਹੀਂ ਪੈਂਦੇ, ਉਹ ਕਬਰਾਂ ਮੜੀਆਂ ਦੂਜੇ ਤੀਜੇ ਥਾਵਾਂ ਤੇ ਜਾ ਕੇ ਨੱਕ ਨਹੀਂ ਰਗੜਦੇ, ਉਹ ਕਿਸੇ ਹੋਸ ਦੇ ਅੱਗੇ ਜਾ ਕੇ ਝੋਲੀਆਂ ਨਹੀਂ ਅੱਡਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਮਾਨਸ ਦਾਤ ਨਾ ਹੋਵਈ। ਫਿਰ ਦੁਹਰਾਵਾ, ਮਾਨਸ ਦਾਤ ਨਾ ਹੋਵੇ, ਮਨੁੱਖ ਦਾਤਾ ਨਹੀਂ ਹੋ ਸਕਦਾ, ਤੂੰ ਦਾਤਾ ਸਾਰਾ, ਸਭ ਸੁਖ ਦਾਤਾ ਰਾਮ ਹੈ। ਸਮਾਪਤੀ ਦੇ ਸ਼ਲੋਕ ਦਾ ਆਪਾਂ ਅਕਸਰ ਪੜ੍ਹਦੇ ਸੁਣਦੇ ਹਾਂ ਭੋਗ ਜਦੋਂ ਪੈਂਦਾ, ਸਭ ਸੁਖ ਦਾਤਾ ਰਾਮ ਹੈ। ਅੱਗੇ ਕੀ ਕਿਹਾ ਜੀ, ਦੂਸਰ ਨਾ ਹੈ ਕੋਈ। ਸਾਰੇ ਸੁੱਖਾਂ ਦਾ ਦਾਤਾ ਪਰਮੇਸ਼ਰ ਅਕਾਲ ਪੁਰਖ, ਦੂਜਾ ਹੋਰ ਕੋਈ ਨਹੀਂ। ਕਿੰਨੀ ਵਾਰ ਜ਼ਿੰਦਗੀ ਵਿੱਚ ਆਪਾਂ ਪਾਠ ਸੁਣਿਆ ਪੜ੍ਹਿਆ, ਤੇ ਜੇ ਫੇਰ ਵੀ ਕਿਸੇ ਹੋਰ ਥਾਂ ਤੇ ਜਾ ਕੇ ਝੋਲੀ ਆੜਦੇ ਭਰੋਸਾ ਤਾਂ ਨਹੀਂ ਨਾ ਕੀਤਾ। ਜੋ ਪੜ੍ਹਿਆ ਸੁਣਿਆ ਉਹਨੂੰ ਮੰਨਿਆ ਤੇ ਨਹੀਂ ਨਾ। ਤੇ ਗੁਰੂ ਜੀ ਕਹਿੰਦੇ ਗਾਵਿਆ ਸੁਣਿਆ ਤਿਲ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਨਾ। ਜੇ ਸਾਰੇ ਸੁੱਖਾਂ ਦਾ ਦਾਤਾ ਅਕਾਲ ਪੁਰਖ ਹੈ, ਇਹ ਫਿਰ ਮੰਨਣਾ ਚਾਹੀਦਾ ਸਾਨੂੰ, ਉਹਦੇ ਤੋਂ ਇਲਾਵਾ ਹੋਰ ਕੋਈ ਨਹੀਂ। ਫਿਰ ਕਲੀਅਰਲੀ ਕਿਹਾ ਮਾਨਸ ਦਾਤ ਨਾ ਹੋਵੇ, ਮਨੁੱਖ ਦੇ ਦਾਤਾ ਹੋ ਹੀ ਨਹੀਂ ਸਕਦਾ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ। ਜਿੱਥੇ ਵੀ ਦਾਤਾ ਦਾ ਸ਼ਬਦ ਆਇਆ ਨਾ, ਨਾਲ ਇੱਕ ਜ਼ਰੂਰ ਲਿਖਿਆ ਗਿਆ, ਸਭਨਾ ਜੀਆਂ ਕਾ ਇੱਕ ਦਾਤਾ, ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਇੱਕ ਸ਼ਬਦ ਜ਼ਰੂਰ ਨਾਲ ਆਇਆ। ਕਿਤੇ ਕੋਈ ਭੁਲੇਖੇ ਵਿੱਚ ਨਾ ਸਮਝ ਬੈਠੇ ਕਿ ਸ਼ਾਇਦ ਕਿਸੇ ਹੋਰ ਦੀ ਗੱਲ ਵੀ ਹੋ ਸਕਦੀ। ਗੁਰੂ ਜੀ ਕਹਿੰਦੇ ਸ਼ੱਕ ਕਰੋ, ਜੇ ਦੂਸਰ ਹੋਏ, ਕੋਈ ਦੂਜਾ ਹੋਰ ਹੋਵੇ ਤਾਂ ਸ਼ੰਕਾ ਕਰੋ। ਤੇ ਜਿਹੜੇ ਕਿਤੇ ਮਾਲਕ ਨੂੰ ਛੱਡ ਕੇ, ਸੁਆਮੀ ਨੂੰ ਛੱਡ ਕੇ ਕਿਸੇ ਹੋਰ ਵਾਲੇ ਪਾਸੇ ਚਲੇ ਗਏ, ਤੇ ਫਿਰ ਬਾਣੀ ਦੇ ਹੀ ਬਚਨ ਹੈ, ਖਸਮ ਛੋੜ ਦੂਜਾ ਲੱਗੇ। ਅੱਗੇ ਕੀ ਕਿਹਾ ਜੀ, ਡੁੱਬੇ ਸੇ ਵਣ ਜਾ ਰਿਹਾ। ਇਹੋ ਜਿਹੇ ਸੌਦਾਗਰ ਵਪਾਰੀ ਜ਼ਿੰਦਗੀ ਵਾਲੇ ਡੁੱਬਦੇ। ਤਿਆਗ ਸੁਆਮੀ, ਅਸੀਂ ਤੇ ਕਿਵੇਂ ਜੀ ਇਹ ਲੋਕ ਬ੍ਰਹਮ ਗਿਆਨੀ ਪਤਾ ਨਹੀਂ ਕਿੰਨੇ ਕੁ ਸੰਤ ਨੇ। ਆ ਬਾਣੀ ਕੀ ਕਹਿ ਰਹੀ ਹੈ, ਮਲਾਰ ਰਾਗ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਸ਼ਬਦ ਹੈ, ਤਿਆਗ ਸੁਆਮੀ, ਮਾਲਕ ਨੂੰ ਛੱਡ ਕੇ, ਆਨ ਕੋ ਚਿਤਵਤ, ਚਿੱਤ ਦੇ ਵਿੱਚ ਕਿਸੇ ਹੋਰ ਨੂੰ ਜਿਹੜੇ ਲੈ ਕੇ ਬੈਠੇ ਨੇ ਉਹ ਝੋਲੀਆਂ ਭਰੇਗਾ, ਉਹਦੇ ਤੋਂ ਕੋਈ ਕਿਰਪਾ ਹੋ ਜਾਏਗੀ। ਰੱਬ ਦੀ ਨਜ਼ਰ ਵਿੱਚ ਉਹ ਕੌਣ ਨੇ? ਤਿਆਗ ਸੁਆਮੀ, ਆਨ ਕੋ ਚਿਤਵਤ, ਮੂੜ ਮੁਗਤ ਖਾਲ ਖਾਰ ਤੇ। ਮੂੜ ਮੂਰਖ, ਬਾਣੀ ਵਿੱਚ ਮੂਰਖ ਕਿਹਨੂੰ ਕਿਹਾ? ਰਾਵਣ ਨੂੰ। ਰਾਵਣ ਕੌਣ ਹੈ? ਜਿਵੇਂ ਆਪਣਾ ਹੱਸਦਾ ਵਸਦਾ ਘਰ ਆਪਣੇ ਹੱਥੀ ਸਾਰ ਲਿਆ, ਘਰ ਨੂੰ ਅੱਗ ਲਾ ਲਓ। ਬਚਨ ਬਾਣੀ ਚ ਕਿਹਾ ਮੂਰਖ ਰਾਵਣ ਕਿਆ ਲੈ ਗਿਆ, ਭਾਵ ਕੁਝ ਨਹੀਂ ਲੈ ਜਾ ਸਕਦੇ। ਇੱਥੋਂ ਤੱਕ ਕਹਿ ਦਿੱਤਾ 1 ਲੱਖ ਕੂਤ ਸਵਾ ਲੱਖ ਲਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਕੋਈ ਅੱਗੇ ਪਿੱਛੇ ਨਹੀਂ ਬਚਿਆ ਮੂਰਖ ਦੀ ਤੇ ਹੀ। ਤੇ ਮੂਰਖ ਨੂੰ ਜੇ ਕਿਤੇ ਸ਼ਾਂਤੀ ਸਕੂਨ ਮਿਲੇ ਵੀ, ਕਿਵੇਂ ਮਿਲਦਾ ਉਹ ਵੀ ਬਾਣੀ ਤੋਂ ਸਮਝ ਲਈ। ਗੁਰੂ ਜੀ ਕਹਿੰਦੇ ਨੇ ਮੂਰਖ ਗੰਢ ਪਵੈ ਮੂੰਹ ਮਾਰ। ਮੂਰਖ ਦੇ ਮੂੰਹ ਤੇ ਜਦੋਂ ਕੋਈ ਵੱਜਦੀ ਫੇਰ ਹੀ ਉਹਨੂੰ ਸ਼ਾਂਤੀ ਹੁੰਦੀ ਹੈ। ਕਦੇ ਝਾਤ ਮਾਰ ਕੇ ਵੇਖਿਆ ਜਿੰਨੇ ਦੁੱਖ ਜਿੰਨੀਆਂ ਚਿੰਤਾ ਕਿਤੇ ਨਾ ਕਿਤੇ ਸਾਡੇ ਤੇ ਮਾਰਾਂ ਹੀ ਵੱਜ ਰਹੀਆਂ ਨੇ। ਕਿਤੇ ਨਾ ਕਿਤੇ ਅਸੀਂ ਸੁਆਮੀ ਨੂੰ ਛੱਡ ਕੇ, ਅਕਾਲ ਪੁਰਖ ਨੂੰ ਛੱਡ ਕੇ ਚਿੱਤ 'ਚ ਕਿਸੇ ਹੋਰ ਨੂੰ ਲੈ ਬੈਠੇ। ਮੂੜ ਮੁਗਤ ਮਹਾਮੂਰਖ, ਖਾਲ ਜੜ ਮੂਰਖ, ਖਾਰ ਖਾਰ ਕਹਿੰਦੇ ਨੇ ਗਧੇ ਨੂੰ, ਖੋਤੇ ਨੂੰ। ਰੱਬ ਦੀ ਨਜ਼ਰ ਵਿੱਚ ਉਹ ਮੂਰਖ ਨੇ, ਮਹਾਮੂਰਖ ਨੇ, ਜੜ ਮੂਰਖ ਨੇ, ਗਧੇ ਨੇ, ਜਿਹੜੇ ਆਪਣੇ ਮਾਲਕ ਨੂੰ ਛੱਡ ਕੇ ਚਿੱਤ ਵਿੱਚ ਕਿਸੇ ਹੋਰ ਨੂੰ ਲੈ ਕੇ ਬੈਠੇ। ਵਿਣ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ। ਬੁੱਟ ਪਤਾ ਕਿਵੇਂ ਕਹਿੰਦੇ? ਆਪਾਂ ਪੰਜਾਬੋਂ ਆਏ ਹਾਂ, ਪੰਜਾਬ 'ਚ ਰੁੱਖਾਂ ਦੇ ਉੱਤੇ ਨਾ ਆਲਣੇ ਹੁੰਦੇ ਸੀ ਪੰਛੀਆਂ ਦੇ ਪਾਏ, ਚਿੜੀਆਂ ਨੇ, ਕਾਵਾਂ ਨੇ, ਕਈ ਤਰ੍ਹਾਂ ਦੇ। ਉਹਨਾਂ ਦੇ ਨਾ ਜਦੋਂ ਅੰਡੇ ਦਿੰਦੇ ਸੀ, ਉਹਨਾਂ ਵਿੱਚੋਂ ਜਿਹੜੇ ਬੱਚੇ ਨਿਕਲਦੇ ਸੀ ਉਹਨਾਂ ਨੂੰ ਕੀ ਕਹਿੰਦੇ ਸੀ? ਬੋਟ। ਆ ਚਿੜੀ ਦਾ ਬੋਟ, ਆ ਘੁੱਗੀ ਦਾ ਬੋਟ, ਪੰਛੀਆਂ ਦੇ ਬੋਟ। ਬੋਟ ਉਹਨੂੰ ਕਿਹਾ ਜਾਂਦਾ ਹੈ ਜਿਹਦੇ ਖੰਭ ਨਹੀਂ ਨਿਕਲੇ, ਜਿਹੜਾ ਆਪ
ਉਡਾਰੀ ਨਹੀਂ ਮਾਰ ਸਕਦਾ, ਤੇ ਜਿਹਦੇ ਮੂੰਹ ਵਿੱਚ ਖਾਣ ਦੀ ਚੋਗਾ ਵੀ ਉਹਦੀ ਮਾਂ ਪਾਉਂਦੀ, ਭਾਵ ਦੂਜੇ ਤੇ ਨਿਰਭਰ ਹੈ, ਜਿਹੜਾ ਦੂਜੇ ਤੇ ਨਿਰਭਰ ਹੈ। ਤੇ ਕਈ ਵਾਰ ਨਾ ਖੇਤਾਂ ਦੇ ਵਿੱਚ ਜਿਹੜੇ ਰੁੱਖ ਹੁੰਦੇ ਸੀ ਉਹਨਾਂ ਦੇ ਉੱਤੋਂ ਕਿਤੇ ਹਵਾ ਤੇਜ਼ ਵਗਣੀ ਤੇ ਕੋਈ ਬੋਰਡ ਥੱਲੇ ਡਿੱਗ ਪੈਣਾ, ਤੇ ਸਵੇਰੇ ਵੇਖਣਾ ਕੀੜੀਆਂ, ਕਾਫੀ ਕੀੜੀਆਂ ਇਕੱਠੀਆਂ ਹੋ ਕੇ ਨਾ ਬੋਰਡ ਨੂੰ ਚਫੇਰ ਚੰਬੜੀਆਂ ਹੁੰਦੀਆਂ ਸੀ। ਕੋਈ ਕੀੜੀਆਂ ਐਨ ਖਿੱਚ ਕੇ ਲੈ ਕੇ ਜਾਂਦੀਆਂ, ਦੂਜੀਆਂ ਐਨ ਨਿੱਕੇ ਨਿੱਕੇ ਉਹਦੇ ਟੁਕੜੇ ਮੂੰਹਾਂ 'ਚ ਪਾ ਕੇ ਫਿਰ ਉਹ ਜਾਂਦੀਆਂ ਨੇ। ਉਹ ਵਿਚਾਰਾ ਇਸੇ ਤਰ੍ਹਾਂ ਹੀ ਜਿਹੜਾ ਕੀੜੀਆਂ ਦੇ ਹੱਥੋਂ ਟੁਕੜੇ ਟੁਕੜੇ ਹੋ ਕੇ ਖਤਮ ਹੋ ਜਾਂਦਾ ਹੈ, ਤੜਫ ਤੜਫ ਕੇ। ਗੁਰੂ ਜੀ ਕਹਿੰਦੇ ਜਿਹੜੇ ਅਕਾਲ ਪੁਰਖ ਸੱਚੇ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਨੂੰ ਸੇਵਦੇ ਨੇ, ਉਹ ਵੀ ਹੋਏ ਮਰਸਨ ਬੋਟ ਦੀ ਤਰ੍ਹਾਂ ਆਤਮਕ ਮੋਤੇ ਮਰ ਜਾਂਦੇ। ਕਦੇ ਚਿੰਤਾ ਰੂਪੀ ਕੀੜੀ ਰੁੱਗ ਭਰ ਕੇ ਲੈ ਜਾਂਦੀ ਉਹਦੇ ਜੀਵਨ ਦੀ ਖੁਸ਼ੀਆਂ ਦਾ, ਕਿਤੇ ਕੋਈ ਹੋਰ ਵਿਕਾਰਾਂ ਰੂਪੀ ਕੀੜੀ ਆ ਗਈ, ਕਿਤੇ ਕੋਈ ਕਿਤੇ ਕੋਈ ਕਿਤੇ ਕੋਈ, ਉਹ ਜੀਵਨ ਵਿੱਚ ਤੜਫਦੇ ਰਹਿੰਦੇ ਨੇ, ਤੜਫ ਤੜਫ ਕੇ ਆਤਮਕ ਮੋਤੇ ਖਤਮ ਹੋ ਜਾਂਦੇ ਨੇ। ਆਤਮਕ ਮੋਤੇ ਦਾ ਅਰਥ ਕੀ ਹੈ? ਰੱਬ ਦੀਆਂ ਖੁਸ਼ੀਆਂ, ਰੱਬ ਦੇ ਜੀਵਨ, ਰੱਬ ਦੇ ਸੁੱਖ ਉਹਨਾਂ ਕੋਲੋਂ ਖਤਮ ਹੋ ਜਾਂਦੇ ਨੇ। ਸਰੀਰਕ ਜੀਵਨ ਤੇ ਜਿਉਂਦੇ ਨੇ, ਪਰ ਰੱਬੀ ਰਹਿਮਤਾਂ ਤੋਂ ਸਖਣਾ ਜੀਵਨ ਹੁੰਦਾ ਹੈ। ਪਦਾਰਥ ਬਹੁਤ ਹੋਣਗੇ, ਪਰ ਪਦਾਰਥਾਂ ਦੇ ਵਿੱਚੋਂ ਸੁੱਖ ਨਹੀਂ ਉਹਨਾਂ ਨੂੰ ਨਸੀਬ ਹੁੰਦਾ। ਤੁਸੀਂ ਮਹਿਸੂਸ ਕੀਤਾ, ਕਈਆਂ ਕੋਲ ਘਰ ਬਹੁਤ ਵੱਡੇ ਹੁੰਦੇ ਆ, ਪਰ ਘਰਾਂ ਵਿੱਚ ਵਸੇਬਾ ਨਹੀਂ ਹੁੰਦਾ। ਸੌਖਾ ਕਰ ਲਵਾਂ ਇਸ ਗੱਲ ਨੂੰ ਵਿੱਚ ਆਪ ਸਾਰੇ ਇੱਥੇ ਕਲੋਵਰਡੇਲ ਸੀ ਉਦੋਂ ਮੈਂ ਇੱਕ ਆਪਣੀ ਕਮਿਊਨਿਟੀ ਨਾਲ ਸੰਬੰਧਿਤ ਸੀ ਵਿਅਕਤੀ, ਉਹਦੀ ਡੈਥ ਹੋ ਗਈ। ਉਹਦੇ ਘਰ ਜਦੋਂ ਸਮਾਪਤੀ ਹੋਈ ਅਖੰਡ ਸਾਹਿਬ ਦੀ, ਮੈਂ ਵੀ ਉੱਥੇ ਗਿਆ ਤੇ ਬਹੁਤ ਵੱਡਾ ਉਹਨੇ ਫਾਰਮ ਹਾਊਸ ਉਹਨਾਂ ਦਾ ਬਣਾਇਆ ਹੋਇਆ ਸੀ। ਉਸ ਘਰ ਦੇ 12 ਬੈਡਰੂਮ, ਇੰਨਾ ਵੱਡਾ ਘਰ, ਤੇ ਘਰ 'ਚ ਜੀ ਕੌਣ? ਇੱਕ ਤੇ ਉਹ ਜਿਹੜਾ ਚੜਾਈ ਕਰ ਗਿਆ ਸੀ, ਇੱਕ ਉਹਦੀ ਵਾਈਫ, ਗਾਂ ਇੱਕ ਉਹਦਾ 9 ਪੁੱਤ, ਇੱਕ ਛੋਟਾ ਜਿਹਾ ਕੋਈ 2 ਕਿ 3 ਮਹੀਨੇ ਦਾ ਬੱਚਾ। ਕੁਝ ਸਮੇਂ ਬਾਅਦ ਹੀ ਨਾ ਉਹਨਾਂ ਦੀ ਡੈਥ ਕਰਨ ਤੋਂ ਬਾਅਦ ਜਿਹੜਾ ਚੜਾਈ ਕਰ ਗਿਆ ਸਰਦਾਰ, ਉਹਨਾਂ ਦੀ ਜਿਹੜੀ ਵਾਈਫ ਸੀ, ਉਹਨਾਂ ਬੱਚਿਆਂ ਦੀ ਜਿਹੜੀ ਮਾਤਾ, ਬਜ਼ੁਰਗ ਉਮਰ ਸੀ ਉਹਦੀ, ਉਹ ਕਲੋਵਰਡੇਲ ਗੁਰਦੁਆਰਾ ਸਾਹਿਬ ਨਾ ਬਾਹਰ ਆਪਣੇ ਜਿਹਨਾਂ ਨੇ ਬੇਸਮੈਂਟ ਰੈਂਟ ਤੇ ਦੇਣੀ ਹੁੰਦੀ, ਉਹਨਾਂ ਨੇ ਟੰਗ ਕੇ ਨਾ ਲਾਏ ਹੁੰਦੇ ਨੇ ਪੇਪਰ 'ਤੇ। ਉਹ ਵਿਚਾਰੀ ਉੱਥੇ ਦੇਖ ਕੇ ਪੜ੍ਹੇ ਤੇ ਮੈਂ ਪਹਿਚਾਣ ਲਿਆ ਮਾਤਾ ਨੂੰ। ਮੈਂ, ਮਾਤਾ ਜੀ ਕੀ ਦੇਖਦੇ ਪਏ ਹੋ? ਮੈਨੂੰ ਕਹਿੰਦੀ, ਗਿਆਨੀ ਜੀ ਮੈਂ ਬੈਡਰੂਮ, ਇੱਕ ਬੈਡਰੂਮ ਦੀ ਬੇਸਮੈਂਟ ਲੱਭ ਰਹੀ ਹਾਂ। ਮੈਂ ਕਿਹਦੇ ਲਈ? ਕੋਈ ਰਿਸ਼ਤੇਦਾਰ ਆਇਆ? ਕਹਿੰਦੀ ਨਹੀਂ, ਆਪਣੇ ਲਈ। ਮੈਂ, ਤੁਹਾਨੂੰ ਕੀ ਲੋੜ? ਤੁਹਾਡਾ ਤਾਂ ਘਰ ਹੀ ਬਹੁਤ ਵੱਡਾ, 12 ਬੈਡਰੂਮ। ਕਹਿੰਦੀ, ਗਿਆਨੀ ਜੀ ਬਸ ਮੇਰੇ ਲਈ ਰੂਮ ਉੱਥੇ ਨਹੀਂ ਕੋਈ ਬਚਿਆ, ਕਿਉਂਕਿ ਬਣਦੀ ਨਹੀਂ ਪਰਿਵਾਰ ਵਿੱਚ ਆਪਸ। ਤੁਸੀਂ ਯਕੀਨ ਮੰਨਿਓ, ਮੈਂ ਇੱਕਦਮ ਹੈਰਾਨ ਹੋ ਗਿਆ। ਹੈ, ਸਾਰੀ ਜ਼ਿੰਦਗੀ ਕਮਾਈਆਂ ਕਰਕੇ ਮਹਿਲ ਤਿਆਰ ਕੀਤੇ, ਵਸੇਬਾ ਨਹੀਂ। ਮਹਿਲ ਹੈਗਾ ਹੈ ਪਰ ਵਸਣਾ ਨਸੀਬ ਨਹੀਂ ਹੋ ਰਿਹਾ। ਰੱਬ ਦੇ ਦਿੱਤੇ ਸਾਰੇ ਸੁੱਖ ਹੈਗੇ ਆ, ਪਦਾਰਥ, ਸਾਧਨ ਸਭ ਕੁਛ ਹੈ, ਪਰ ਉਹਨਾਂ ਕੋਲ ਜਿਹੜਾ ਸੁੱਖ ਮਿਲਣਾ ਚਾਹੀਦਾ ਮਿਲ ਨਹੀਂ ਪਾ ਰਿਹਾ। ਮੈਂ ਤਸਵੀਰ ਬਹੁਤ ਵੇਖੀ ਇੱਥੇ ਅਮਰੀਕਾ ਕੈਨੇਡਾ ਵਿੱਚ। ਇੱਕ ਮਾਤਾ ਕਲੋਵਰਡੇਲ ਦੀ ਵੀ ਘਟਨਾ, ਉਹ ਅਰਦਾਸ ਕਰਾਉਣ ਆਈ ਗ੍ਰੰਥੀ ਸਿੰਘ ਕੋਲੋਂ, ਮੇਰੇ ਪੁੱਤ ਦਾ ਵਿਆਹ ਵਾ, ਵਾਹਿਗੁਰੂ ਕਿਰਪਾ ਕਰੇ, ਜੀਵਨ 'ਚ ਉਹਨੂੰ ਕਾਮਯਾਬੀ ਬਖਸ਼ੇ। ਤੇ ਮੈਂ ਪੁੱਛ ਬੇਟਾ ਮਾਤਾ ਜੀ ਕਦੋਂ? ਕਹਿੰਦੇ ਜੀ ਹੋ ਰਿਹਾ ਵਿਆਹ। ਮੈਂ, ਹੋ ਰਿਹਾ ਤੇ ਤੁਸੀਂ ਇੱਥੇ? ਕਹਿੰਦੇ ਗਿਆਨੀ ਜੀ ਉਹਨੇ ਖੜਿਆ ਨਹੀਂ ਨਾਲ ਮੈਨੂੰ। ਸੱਚ ਕਰਕੇ ਜਾਣ, ਮੇਰਾ ਸੀਨਾ ਇੱਕਦਮ ਚੀਰਿਆ। ਜਿਹਨੇ ਕੁੱਖੋਂ ਜੰਮਿਆ ਉਹਨੂੰ ਛੱਡ ਗਏ, ਜਿਹਨੇ ਪਾਲਿਆ ਇਹਨਾਂ ਕੁਛ, ਕਿਤੇ ਕਿੰਨੀਆਂ ਅਰਦਾਸਾਂ ਰੱਬ ਕੇ ਕੀਤੀਆਂ ਹੋਣਗੀਆਂ ਮੇਰੇ ਗਾਂ ਬੱਚੇ ਜਿਹੜੇ ਆ ਇਸ ਤਰੀਕੇ ਨਾਲ ਇਹਨਾਂ ਦੇ ਘਰੇ ਵੀ ਖੁਸ਼ੀਆਂ ਆਉਣ। ਮੈਂ ਮਹਿਸੂਸ ਕਰਦਾ ਰੱਬ ਨੇ ਜੋ ਸਾਧਨ ਦਿੱਤੇ ਉਹਨਾਂ ਕੋਲ ਸੁੱਖ ਨਹੀਂ ਮਿਲ ਪਾ ਰਿਹਾ ਸੀ। ਗੁਰਬਾਣੀ ਨਾਲ ਜੁੜਨਾ ਬਹੁਤ ਜ਼ਰੂਰੀ ਹੈ, ਗੁਰਬਾਣੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਤਾਂ ਕਿ ਉਹਨਾਂ ਦੇ ਵਿੱਚੋਂ ਸਾਨੂੰ ਸੁੱਖ ਮਿਲੇ, ਖੁਸ਼ੀਆਂ ਮਿਲਣ। ਜਿਹੜਾ ਪਾਣੀ ਦਾ ਬਚਨ ਨਾ, ਬਿਰਧ ਭਇਆ ਉੱਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੇਣ, ਕਿ ਬਜ਼ੁਰਗ ਹੋ ਗਿਆ, ਜਿਹੜੇ ਧੀਆਂ ਪੁੱਤ ਰਿਸ਼ਤੇਦਾਰ ਸਾਕ ਸੰਬੰਧੀ, ਉਹ ਮੂੰਹ 'ਚ ਬੁਰਕੀਆਂ ਪਾਉਂਦੇ, ਲੈ ਬਾਪੂ ਖਾ, ਲੈ ਮਾਂ ਖਾ। ਮੈਂ ਕਹਿੰਦਾ ਇਹ ਤੋਂ ਵੱਡਾ ਸੁੱਖ ਹੀ ਕੋਈ। ਬੇਸ਼ੱਕ ਭਾਵੇਂ ਰੋਟੀ ਇੱਕ ਹੋਵੇ, ਜਿੱਥੇ ਬਾਕੀ ਪਰਿਵਾਰ ਦੇ ਜੀ ਸਾਡੇ ਮੂੰਹ 'ਚ ਬੁਰਕੀ ਪਾਉਂਦੇ ਹੋ, ਇਹ ਤੋਂ ਵੱਡੀ ਕੋਈ ਖੁਸ਼ੀ ਹੋ ਸਕਦੀ? ਗੁਰੂ ਰਹਿਮਤ ਰੱਖੇ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਗੁਰਮੁਖ ਖਸਮ ਪਛਾਤਾ। ਇਹ ਨਾਨਕ ਜਿਹੜੇ ਗੁਰਮੁਖ ਨੇ
ਉਹ ਆਪਣੇ ਮਾਲਕ ਨੂੰ ਪਹਿਚਾਣ ਲੈਂਦੇ ਨੇ, ਫਿਰ ਰੱਬ ਮਾਲਕ ਨਾਲ ਜੁੜਦੇ ਨੇ। ਮਾਲਕ ਨੂੰ ਛੱਡ ਕਿਸੇ ਹੋਰ ਵਾਲੇ ਪਾਸੇ ਧਿਆਨ ਨਹੀਂ ਦਿੰਦੇ। ਬਿਨ ਗੁਰ ਭਰਮੈ ਆਵੈ ਜਾਏ, ਜਿਹੜੇ ਗੁਰੂ ਤੋਂ ਬਿਨਾਂ ਨੇ ਜੀਵਨ, ਉਹ ਹਮੇਸ਼ਾ ਭਟਕਦੇ ਹੀ ਰਹਿੰਦੇ ਨੇ, ਉਹ ਆਵਾਗਾਉਣ ਚ ਪਏ ਰਹਿੰਦੇ ਨੇ, ਉਹ ਜੀਵਨ ਹਮੇਸ਼ਾ ਜਾਂਦੇ ਮਰਦੇ ਹੀ ਰਹਿੰਦੇ ਨੇ। ਬਿਨ ਗੁਰ ਘਾਲ ਨਾ ਪਵਈ ਥਾਏ, ਜਿਹੜੇ ਗੁਰੂ ਤੋਂ ਟੁੱਟੇ ਹੋਏ ਜੀਵਨ ਨੇ, ਜਿੰਨੀ ਮਰਜ਼ੀ ਘਰ ਨਾ ਘਾਲ ਲੈਣ, ਥਾਏ ਨਹੀਂ ਪੈਂਦੀ, ਕਬੂਲ ਨਹੀਂ ਪੈਂਦੀ। ਗੁਰੂ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਤੇ ਗੁਰੂ ਕੀ ਹੈ? ਸ਼ਬਦ, ਬਾਣੀ। ਬਾਣੀ ਨਾਲ ਜੁੜਨਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਬਿਨ ਗੁਰ ਮਨੁਆ ਅੱਤ ਡੋਲਾਏ, ਜਿਹੜੇ ਗੁਰੂ ਤੋਂ ਬਿਨਾਂ ਨੇ, ਗੁਰੂ ਤੋਂ ਟੁੱਟੇ ਹੋਏ, ਉਹਨਾਂ ਦੇ ਮਨ ਜਿਹੜੇ ਨੇ ਡੋਲਦੇ ਨੇ ਹਰ ਵੇਲੇ। ਤੁਸੀਂ ਕਦੇ ਗੌਰ ਕਰਿਓ, ਤੁਹਾਡੇ ਕੋਲ ਕੁਛ ਵੀ ਹੋਵੇ ਨਾ, ਹਰ ਵੇਲੇ ਕਿਸੇ ਸੈਕਿੰਡ ਲੱਗਦਾ ਕਦੇ ਖੁੱਸ ਨਾ ਜਾਵੇ, ਕਿਤੇ ਚਲੇ ਨਾ ਜਾਵੇ, ਜਾਂ ਖੁਸ਼ੀ ਮਿਲੀ ਹੈ ਕਿਤੇ ਚਲੇ ਨਾ ਜਾਵੇ, ਹੱਥੋਂ ਡੋਲਦਾ ਹੈ, ਟਿਕਾ ਨਹੀਂ ਹੈ, ਡੋਲਦਾ ਰਹਿੰਦਾ ਹੈ। ਜੇ ਅੱਜ ਆ ਚੀਜ਼ ਮਿਲੀ ਹੈ, ਕੱਲ ਨੂੰ ਪਤਾ ਨਹੀਂ ਮਿਲਣੀ ਕਿ ਨਹੀਂ ਮਿਲਣੀ, ਕਿਤੇ ਇੰਝ ਨਾ ਹੋਵੇ, ਕਿਤੇ ਇੰਝ ਨਾ ਹੋਵੇ, ਡੋਲਦਾ ਰਹਿੰਦਾ ਹੈ। ਇਹਦਾ ਮਤਲਬ ਹੈ ਉਹ ਮਨ ਜਿਹੜਾ ਇਸ ਤਰ੍ਹਾਂ ਡੋਲਦਾ ਹੈ, ਉਹ ਬਾਣੀ ਨਾਲ ਟੁੱਟਿਆ ਹੋਇਆ ਹੈ। ਬੇਸ਼ੱਕ ਬਾਣੀ ਪੜ੍ਹਦਾ ਸੁਣਦਾ ਹੋਵੇ, ਪਰ ਉਹਦੇ ਨਾਲ ਜੁੜਿਆ ਨਹੀਂ ਹੈ। ਬਿਨ ਗੁਰ ਮਨੁਆ ਅੱਤ ਡੋਲਾਏ, ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ। ਤ੍ਰਿਪਤ ਦਾ ਅਰਥ ਹੁੰਦਾ ਹੈ ਰੱਜ ਜਾਣਾ, ਸੰਤੁਸ਼ਟ ਹੋ ਜਾਣਾ। ਜਿਹੜੇ ਜੀਵਨ ਗੁਰੂ ਨਾਲ ਨਹੀਂ ਜੁੜੇ, ਬਾਣੀ ਨਾਲ ਨਹੀਂ ਜੁੜੇ, ਸ਼ਬਦ ਨਾਲ ਨਹੀਂ ਜੁੜੇ, ਉਹ ਕਦੇ ਸੈਟਿਸਫਾਈ ਨਹੀਂ ਹੁੰਦੇ, ਸੰਤੁਸ਼ਟ ਨਹੀਂ ਹੁੰਦੇ। ਉਹਨਾਂ ਦੇ ਅੰਦਰ ਭੁੱਖ ਬਣੀ ਰਹਿੰਦੀ ਹੈ। ਉਹ ਆਪਣੀ ਭੁੱਖ ਨੂੰ ਦੂਰ ਕਰਨ ਲਈ ਫਿਰ ਵਿਕਾਰ, ਲਾਲਚ, ਲੋਭ, ਇਹਨਾਂ ਚੀਜ਼ਾਂ ਦੇ ਸਹਾਰਾ ਲੈਂਦੇ ਨੇ। ਇਹ ਸਭ ਕੀ ਹੈ? ਭਿੱਖ। ਉਹ ਵਿਕਾਰਾਂ ਰੂਪੀ ਫਿਰ ਜ਼ਹਿਰ ਖਾਂਦੇ ਨੇ। ਜ਼ਹਿਰ ਦਾ ਇੱਕੋ ਹੀ ਕਰਮ ਹੁੰਦਾ ਹੈ, ਜ਼ਹਿਰ ਹਮੇਸ਼ਾ ਮੌਤ ਦਿੰਦਾ ਹੈ। ਉਹ ਜੀਵਨ ਫਿਰ ਖਤਮ ਹੁੰਦੇ ਨੇ ਇਸੇ ਤਰ੍ਹਾਂ। ਬਿਨ ਗੁਰ ਬਿਸਿਅਰ ਦੱਸੈ ਮਰ ਵਾਟ, ਜਿਹੜੇ ਜੀਵਨ ਬਾਣੀ ਤੋਂ ਟੁੱਟੇ, ਉਹਨਾਂ ਲਈ ਜੋ ਕੁਛ ਵੀ ਸੰਸਾਰ ਵਿੱਚ ਹੈ, ਜੋ ਵਰਤ ਰਹੇ ਨੇ, ਉਹ ਇਸੇ ਤਰੀਕੇ ਨਾਲ ਹੈ ਜਿਵੇਂ ਕੋਈ ਜ਼ਹਿਰੀਲਾ ਸੱਪ ਕਿਸੇ ਨੂੰ ਦੱਸਦਾ ਹੈ ਤੇ ਮੌਤ ਦੇ ਰਸਤੇ ਤੇ ਤੋਰਦਾ ਹੈ। ਇਸੇ ਤਰ੍ਹਾਂ ਜਿਹੜੇ ਜੀਵਨ ਬਾਣੀ ਤੋਂ ਟੁੱਟੇ ਨੇ, ਉਹਨਾਂ ਨੂੰ ਜੀਵਨ ਵਿੱਚ ਜੋ ਕੁਛ ਵੀ ਉਹਨਾਂ ਦੇ ਕੋਲ ਹੈ, ਕੁਰਾਹੇ ਪਾਉਂਦਾ ਹੈ। ਜੇ ਧਨ ਜ਼ਿਆਦਾ ਹੈ, ਉਹ ਵੀ ਕੁਰਾਹੇ ਪਾਓ, ਜੇ ਪਦਾਰਥ ਜ਼ਿਆਦਾ ਨੇ, ਉਹ ਵੀ ਕੁਰਾਹੇ ਪਾਉਣਗੇ, ਜੇ ਕਿਤੇ ਸਰੀਰ 'ਚ ਤਾਕਤ ਜ਼ਿਆਦਾ, ਉਹ ਵੀ ਕੁਰਾਹੇ ਪਾਵੇਗੀ। ਕਿਉਂ? ਕਿਉਂਕਿ ਜੀਵਨ ਟੁੱਟੇ ਹੋਏ ਨੇ ਸ਼ਬਦ ਤੋਂ, ਬਾਣੀ ਤੋਂ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਗੁਰ ਬਿਨ ਘਾਟੇ ਘਾਟ। ਤੇ ਨਾਨਕ ਜਿਹੜੇ ਜੀਵਨ ਗੁਰੂ ਤੋਂ ਬਿਨਾਂ ਨੇ, ਉਹਨਾਂ ਦੀ ਕਦੇ ਪੂਰੀ ਨਹੀਂ ਪੈਂਦੀ, ਉਹਨਾਂ ਦੇ ਜੀਵਨ 'ਚ ਘਾਟਾ ਹੀ ਹੁੰਦਾ ਹੈ, ਕਦੇ ਪੂਰੀ ਨਹੀਂ ਪੈਂਦੀ। ਫਿਰ ਬੇਨਤੀ ਕਰ, ਜਿਹੜੇ ਜੀਵਨ ਬਾਣੀ ਤੋਂ ਟੁੱਟੇ ਨੇ, ਉਹ ਜੋ ਮਰਜ਼ੀ ਜੀਵਨ ਵਿੱਚ ਇਕੱਠਾ ਕਰ ਲੈਣ, ਕਦੀ ਪੂਰੀ ਨਹੀਂ ਪੈਂਦੀ, ਉਹ ਫਿਰ ਅਧੂਰੇ ਹੀ ਰਹਿਣਗੇ। ਸਮਾਪਤੀ ਵਾਲੀ ਪੌੜੀ ਕਰ ਲਈਏ ਸਾਂਝੀ। ਗੁਰੂ ਜੀ ਅੱਗੇ ਬਖਸ਼ਿਸ਼ ਕਰਦੇ, ਕਹਿੰਦੇ ਜਿਸ ਗੁਰ ਮਿਲੇ ਤੇ ਜਿਹਨੂੰ ਗੁਰੂ ਮਿਲ ਜਾਵੇ, ਭਾਵ ਜਿਹਦਾ ਜੀਵਨ ਗੁਰੂ ਨਾਲ, ਬਾਣੀ ਨਾਲ ਜੁੜ ਜਾਵੇ, ਜਿਸ ਗੁਰ ਮਿਲੇ ਤਿਸ ਪਾਰ ਉਤਾਰੈ। ਜਿਹਦਾ ਜੀਵਨ ਗੁਰੂ ਨਾਲ ਜੁੜ ਗਿਆ, ਬਾਣੀ ਨਾਲ ਜੁੜ ਗਿਆ, ਜਿਹਨੂੰ ਜੀਵਨ ਦੀ ਅਗਵਾਈ ਕਰਨ ਲਈ ਗੁਰੂ ਮਿਲ ਗਿਆ, ਗੁਰੂ ਦੇ ਜੀਵਨ ਨੂੰ ਪਾਰ ਕਰ ਦਿੰਦਾ ਹੈ। ਔਗਣ ਮੇਟਾ, ਕਿਵੇਂ ਪਾਰ ਕਰਦਾ ਜੀ? ਉਹਦੇ ਜੀਵਨ ਵਿੱਚੋਂ ਔਗਣ ਖਤਮ ਕਰ ਦਿੰਦਾ ਹੈ। ਗੁਣ ਨਿਸਤਾਰੈ, ਗੁਣ ਉਹਦੇ ਜੀਵਨ 'ਚ ਪ੍ਰਗਟ ਹੋ ਜਾਂਦੇ। ਜਿਵੇਂ ਬਿਮਾਰੀ ਦਾ ਖਤਮ ਹੋਣਾ ਹੀ ਤੰਦਰੁਸਤੀ ਹੈ ਨਾ, ਇਸੇ ਤਰ੍ਹਾਂ ਔਗਣਾਂ ਦਾ ਖਤਮ ਹੋਣਾ ਹੀ ਗੁਣਾਂ ਦਾ ਪ੍ਰਗਟ ਹੋਣਾ। ਜਦੋਂ ਔਗਣ ਮਿਟ ਜਾਂਦੇ ਨੇ, ਫਿਰ ਗੁਣ ਪ੍ਰਗਟ ਹੁੰਦੇ ਨੇ। ਉਹ ਗੁਣ ਜੀਵਨ ਨੂੰ ਪਾਰ ਕਰ ਦਿੰਦੇ, ਤਾਰ ਦਿੰਦੇ ਨੇ, ਡੁੱਬਣ ਨਹੀਂ ਦਿੰਦੇ। ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾ, ਉਹ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਗਏ, ਉਹ ਜੀਵਨ ਹਰ ਤਰ੍ਹਾਂ ਦੇ ਬੰਧਨ ਤੋਂ ਮੁਕਤ ਹੋ ਜਾਂਦੇ ਨੇ। ਉਸ ਜੀਵਨ ਵਿੱਚ ਮਹਾ ਸੁਖ ਵਰਤਦਾ ਹੈ। ਗੁਰਮੁਖ ਕਦੇ ਨਾ ਆਵੈ ਹਾਰ, ਉਹਦੇ ਜੀਵਨ ਵਿੱਚ ਕਦੇ ਹਾਰ ਨਹੀਂ, ਕਾਮਯਾਬੀ ਹੀ ਹਮੇਸ਼ਾ ਉਹਦੇ ਕਦਮ ਚੁੰਮਦੀ ਹੈ। ਉਹ ਜੀਵਨ 'ਚ ਕਦੇ ਫੇਲ ਨਹੀਂ ਹੁੰਦੇ, ਹਾਰਦੇ ਨਹੀਂ।
ਤਨ ਹੱਟੜੀ ਇਹ ਮਨ ਵਣਜਾਰਾ। ਇਹ ਸਰੀਰ ਇੱਕ ਦੁਕਾਨ ਹੱਟੀ ਦੀ ਤਰ੍ਹਾਂ ਹੈ, ਮਨ ਇਹਦੇ ਵਿੱਚ ਬੈਠਾ ਵਣਜਾਰਾ ਹੈ, ਵਣਜ ਕਰਨ ਵਾਲਾ, ਵਪਾਰ ਕਰਨ ਵਾਲਾ। ਨਾਨਕ ਸਹਿਜੇ ਸੱਚ ਵਾਪਾਰਾ। ਇਹ ਨਾਨਕ ਜਿਨ੍ਹਾਂ ਨੂੰ ਜੀਵਨ ਵਿੱਚ ਗੁਰੂ ਮਿਲ ਗਿਆ, ਭਾਵ ਜਿਹੜੇ ਬਾਣੀ ਨਾਲ ਜੁੜ ਗਏ, ਉਹ ਫਿਰ ਇਸ ਸਰੀਰ ਰੂਪੀ ਹੱਟੀ ਦੇ ਵਿੱਚ ਸੱਚ ਦਾ ਵਪਾਰ ਕਰਦੇ ਨੇ। ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਰੱਬੀ ਗੁਣਾਂ ਦਾ ਵਰਣਨ ਕਰਦੇ ਨੇ। ਹਰ ਕੇ ਨਾਮ ਕੇ ਵਿਆਪਾਰੀ। ਉਹ ਰੱਬ ਦੇ ਨਾਮ ਦੇ ਵਣਜਾਰੇ ਹੁੰਦੇ ਨੇ। ਵਣਜ ਕਰੋ ਵਣਜਾਰ ਹੋ, ਵੱਖਰ ਲਿਹੋ ਸੰਭਾਲ। ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭੈ ਨਾਲ। ਜਿਹੜੀ ਨਾਲ ਨਿਭਣ ਵਾਲੀ ਹੈ। ਇੱਥੇ ਸਮਾਪਤੀ ਕਰਦੇ ਹਾਂ। 39 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਬਾਕੀ ਦੀ ਆਪਾਂ 21 ਤਰੀਕ ਨੂੰ ਸਾਂਝੀ ਕਰਾਂਗੇ। 21, 20, 21, 22 ਇਹ 3 ਦਿਨ ਸਾਲਾਨਾ ਸਮਾਗਮ ਵੀ ਹੈ। ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਣ ਵੀ ਹੈ। ਇੱਕ ਜ਼ਰੂਰੀ ਬੇਨਤੀ ਕਰਾਂਗਾ। ਮੈਂ ਕਿਸੇ ਵਿਦਵਾਨ ਦੀ ਗੱਲ ਸੁਣੀ ਸੀ। ਮੈਂ ਪਹਿਲਾਂ ਬੇਨਤੀ ਕੀਤੀ, ਮੈਂ ਸੁਣਦਾ ਹਾਂ। ਮੈਂ ਜਿਹੜੀਆਂ ਕੀਮਤੀ ਚੀਜ਼ਾਂ ਹੁੰਦੀਆਂ ਨਾ, ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿੱਥੇ ਗੁਣ ਮਿਲੇ ਸਾਂਝ ਕਰੀਜੈ ਗੁਣਾ ਕੇ, ਉਹ ਇਕੱਤਰ ਕਰ ਲੈਣੇ ਚਾਹੀਦੇ। ਉਹਨੇ ਇੱਕ ਦਲੀਲ ਦਿੱਤੀ, ਮੈਨੂੰ ਬੜੀ ਪਿਆਰੀ ਲੱਗੀ। ਉਹ ਕਹਿੰਦਾ ਵੀ ਮੈਂ ਘਰ ਲਿਆ ਤੇ ਮੈਂ ਇਨਵਾਈਟ ਕੀਤਾ ਸਾਰਿਆਂ ਨੂੰ ਕਿ ਮੈਨੂੰ ਮਿਲਣਾ, ਆਹ ਮੇਰਾ ਘਰ ਹੈ ਜਿੱਥੇ ਮੈਂ ਰਹਿੰਦਾ। ਕਹਿੰਦਾ ਸਾਰੇ ਉਹ ਮਿਲਣ ਆਏ। ਕਹਿੰਦਾ ਕੁਝ ਸਮੇਂ ਬਾਅਦ ਮੈਂ ਹੋਰ ਘਰ ਲੈ ਲਿਆ, ਉੱਥੇ ਸ਼ਿਫਟ ਹੋ ਗਿਆ। ਕਹਿੰਦਾ ਮੈਂ ਸਾਰਿਆਂ ਨੂੰ ਫਿਰ ਮੈਸੇਜ ਭੇਜਿਆ ਵੀ ਮੈਂ ਇਸ ਘਰ ਵਿੱਚ ਹਾਂ ਤੇ ਮੈਂ ਮਿਲਣਾ, ਆਓ। ਕਹਿੰਦਾ ਉਹ ਲੋਕ ਕਿੱਥੇ ਜਾਣਗੇ, ਕਿਹੜੇ ਘਰ 'ਚ ਮਿਲਣ ਜਾਣਗੇ? ਜਿਸ ਘਰ ਵਿੱਚ ਮੈਂ ਮੌਜੂਦ ਹਾਂ ਉੱਥੇ ਮਿਲਣ ਜਾਣਗੇ। ਜੇ ਉੱਥੋਂ ਚੇਂਜ ਕਰਕੇ ਕਿਤੇ ਹੋਰ ਚਲੇ ਗਿਆ, ਉੱਥੇ ਜਾਣਗੇ। ਇਸੇ ਤਰੀਕੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਘਰ ਬਦਲੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ, ਫਿਰ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਅੱਗੇ ਕੀ ਕਿਹਾ? ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ। ਕੀ ਮਾਨਿਓ? ਪ੍ਰਗਟ ਗੁਰਾਂ ਕੀ। ਗੁਰੂ ਦਾ ਪ੍ਰਤੱਖ ਸਰੂਪ ਕੀ ਹੈ? ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ। ਗੁਰੂ ਸਾਹਿਬ ਕਹਿੰਦੇ ਮੈਂ ਇਹ ਇੱਥੇ ਹਾਂ, ਮੈਨੂੰ ਮਿਲਣਾ ਕਿ ਇੱਥੇ ਆਓ। ਗੁਰੂ ਰਹਿਮਤ ਕਰੇ ਆਪਾਂ ਆਪਣੇ ਪਰਿਵਾਰ ਰਿਸ਼ਤੇਦਾਰ ਜਿੰਨੇ ਵੀ ਹੋ ਉਹਨਾਂ ਨੂੰ ਵੀ ਲੈ ਕੇ ਆਈਏ ਉਸ ਸ਼ਬਦ ਗੁਰੂ, ਜਿਸ ਸ਼ਬਦ ਗੁਰੂ ਦੇ ਵਿੱਚ ਅਕਾਲ ਪੁਰਖ ਵਰਤ ਰਿਹਾ ਹੈ, ਉਹਦਾ ਪ੍ਰਕਾਸ਼ ਦਿਹਾੜਾ ਤੁਸੀਂ ਮਨਾ ਰਹੇ ਹੋ। 20, 21, 22 ਤਰੀਕ ਨੂੰ ਜਿਹੜੀ ਹੁਣ ਆਉਣੀ ਹੈ ਤੇ ਸਤਿਗੁਰੂ ਜੀ ਰਹਿਮਤ ਕਰਨ ਤੇ ਇਹਨੂੰ ਉੱਚੇ ਪੱਧਰ ਤੇ ਜਿੰਨਾ ਵੀ ਆਪਾਂ ਵੱਧ ਤੋਂ ਵੱਧ ਤੇ ਗੁਰਬਾਣੀ ਦੀਆਂ ਵਿਚਾਰਾਂ ਨਾਲ ਜੁੜ ਕੇ ਆਪਾਂ ਮਨਾਈਏ, ਤਾਂ ਕਿ ਸਾਡੀ ਗੁਰੂ ਨਾਲ ਬਣ ਆ ਜਾਵੇ। ਇੱਥੇ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ। ਪਿਆਰ ਵਿੱਚ ਭੇਜ ਕੇ ਰਸਨਾ ਦੀ ਸਾਂਝ ਪਾਉਂਦੇ ਆ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।